ਡੇਅਰੀ ਫਾਰਮ ਬਣਾ ਕੇ ਦਿੱਤਾ ਸੀ ਭਗਤ ਸਿੰਘ ਹੋਰਾਂ ਨੂੰ ਜੀ। ਕਿਉਂਕਿ ਥੋੜ੍ਹੀ ਦੇਰ ਜ਼ਮਾਨਤ ਹੋਈ ਉਹਨਾਂ ਦੀ ਜੀ। ਉਹਦੇ 'ਚ ਇੱਕ ਮੱਝ ਸੀਗੀ, ਉਹ ਡੋਕੇ ਚੁੱਕਦੇ ਹੁੰਦੇ ਸੀ। ਓਕੇ। ਡੋਕੇ ਸਮਝਦੇ ਹੋ ਨਾ ਵੀ ਸਿੱਧਾ ਤੁਸੀਂ ਖਾਣ ਚੋਂ। ਬਿਲਕੁਲ ਆਪਣੇ ਪੰਜਾਬੀ। ਤੇ ਉਹਨੂੰ ਉਹ ਕਹਿੰਦੇ ਹੁੰਦੇ ਸੀ ਇਹ ਮੇਰੀ ਸੋਹਣੀ ਮਾਸੀ ਹੈ। ਅੱਛਾ ਜੀ। ਮਾਸੀ ਉਹ ਕਹਿੰਦੇ ਇਹ ਕਿਉਂ ਕਹਿੰਦੇ ਵੀ ਕਾਕਾ ਜੇ ਤੇਰਾ ਵਿਆਹ ਹੋਇਆ ਹੁੰਦਾ ਤੇ ਤੇਰੀ ਨਿਸ਼ਾਨੀ ਹੁੰਦੀ, ਕਿਉਂਕਿ ਆਪਣੇ ਬੱਚੇ ਨੂੰ ਨਿਸ਼ਾਨੀ ਕਹਿੰਦੇ। ਬਿਲਕੁਲ। ਉਹ ਕਹਿੰਦੇ ਬੇਬੇ ਜੀ ਇਹ ਹਿੰਦੁਸਤਾਨ ਹੈ, ਇੱਥੇ ਤੇ ਬਾਬੇ ਨਾਨਕ ਦੇ ਮਜ਼ਾਰ ਤੇ ਜਾ ਕੇ ਵੀ ਲੋਕ ਨਿਆਣੇ ਹੀ ਮੰਗਦੇ ਨੇ। ਬਿਲਕੁਲ। ਮੇਰੇ ਵੀ ਉੱਥੇ ਨਿਆਣੇ ਮੰਗਣਗੇ, ਸਾਰੇ ਮੇਰੇ ਹੀ ਹੋਣੇ ਨੇ। ਕੀ ਬਾਤ ਹੈ। ਸਾਧ ਆਇਆ, ਉਹਨੇ ਸਵਾਹ ਦੇ ਦਿੱਤੀ ਕਿ ਵੀ ਜੇ ਮੁੰਡੇ ਦੇ ਸਿਰ ਤੇ ਸਵਾਹ ਪਾ ਦਿਓ ਨਾ ਤੇ ਜੇਲ੍ਹ 'ਚ ਛੁੱਟ ਜਾਊਗਾ। ਅੱਛਾ ਜੀ। ਹੁਣ ਮਾਂ ਦਾ ਭਰਮ ਉਹ ਮੁੱਠੀ 'ਚ ਲੈ ਕੇ ਉਹ ਕਹਿੰਦੇ ਮੈਂ ਜਦੋਂ ਉਹਨੂੰ ਪਰੋਸਣ ਲੱਗਾ, ਕੁर्रे खाक है गर्दिश में तपिश से मेरी मैं वो मजनू हूँ जो जिंदा में भी आज़ाद रहा। कि मेरे ਵਿੱਚ ਉਹ ਦੀਵਾਨਗੀ ਹੈ ਕਿ ਮੈਂ ਜੇਲ੍ਹ ਵਿੱਚ ਵੀ ਆਜ਼ਾਦ ਹਾਂ। ਹੈ ਭਗਤ ਸਿੰਘ ਤੇਰੀ ਭੈਣ ਆ ਗਈ, ਜਦੋਂ ਹੌਕਾ ਭਰ ਕੇ ਆਪਣੇ ਕਹਿੰਦੇ ਨੇ। ਉਹ ਕਹਿੰਦੇ ਕੀ ਪੈਂਦਾ ਫਰਕ ਪੈਂਦਾ ਮਾਂ ਜੀ, ਭਲੇ ਮਤਲਬ ਕਿ ਚਾਰਾਂ ਨੇ ਹੋਏ ਤੇ ਅੰਦਰ ਵੜ ਕੇ ਵਿਆਹ ਲਾਂਗੇ, ਰੁਪਈਆ ਹੋਇਆ ਤੇ ਕੋਠੇ ਤੇ ਚੜ੍ਹ ਕੇ ਵਿਆਹ ਲਾਂਗੇ। 24 ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ। ਬਿਲਕੁਲ। ਔਰ ਉਹਦੇ 'ਚੋਂ ਤੁਸੀਂ 17 ਨੂੰ ਮੁਆਫ ਕਰਤਾ ਜੀ। ਵੀ ਇਹ 7 ਕਿਉਂ ਚੁਣੇ? ਜਦੋਂ ਕੋਈ ਅੰਗਰੇਜ਼ ਅਫਸਰ ਆਉਂਦਾ ਸੀ ਨਾ ਤੇ ਉਹਦਾ ਕਾਰਟੂਨ ਬਣਾ ਕੇ ਦਿਖਾਉਂਦੇ ਸੀ। ਅੱਛਾ ਜੀ। ਤੇ ਉਹ ਕਰੈਕਟਰ ਲੱਭ ਰਹੇ ਸੀ ਉਹਦੇ 'ਚ। ਓਕੇ। ਕਿ ਵੀ ਇਹ ਇਦਾਂ ਦਾ ਹੈਂਕੜਬਾਜ਼ ਹੈ, ਅਮਲ ਕਰਦਾ ਹੈ। ਜਦੋਂ ਆਪ ਹੀ ਉਹ ਲਿਖਦੇ ਨੇ ਕਿ ਮੈਂ ਯਥਾਰਥਵਾਦੀ ਹੋ ਗਿਆ, ਕਿ ਅਸਲੀਅਤ ਨੂੰ ਪਹਿਚਾਨਣਾ ਜੀ ਜਿਹੜਾ ਬਹੁਤ ਵੱਡਾ ਇਨਕਲਾਬੀ ਕੰਮ ਉਹ ਹੈ ਜੀ। ਜੇ ਤੁਸੀਂ ਅਸਲੀਅਤ ਪਛਾਣਦੇ ਹੋ ਤਾਂ ਤੁਸੀਂ ਉਹਨੂੰ ਬਦਲ ਸਕਦੇ ਹੋ। ਬਿਲਕੁਲ। ਮੈਂ ਹਿੰਦੂਵਾਦ ਕੀ ਕਹਿੰਦਾ ਹੈ ਕਿ ਇਹ ਤੇ ਮਿਥ ਹੈ, ਇਹ ਤੇ ਮਾਇਆ ਜਾਲ ਹੈ। ਜਦੋਂ ਉਹ ਅਸੈਂਬਲੀ 'ਚ ਗਏ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਨਾਅਰਾ ਲਾ ਰਿਹਾ, ਜੇ ਇਹ ਨਾਅਰਾ ਮੇਰੇ ਦੇਸ਼ ਦੇ ਲੋਕ ਸਮਝ ਗਏ ਤਾਂ ਮੇਰੀ ਜ਼ਿੰਦਗੀ ਦਾ ਮੁੱਲ ਮੈਨੂੰ ਮਿਲ ਗਿਆ। ਮੁਸ਼ਕਲਾਂ ਉਦੋਂ ਵੀ ਪੈਦਾ ਕੀਤੀਆਂ ਜੀ, ਪੂਰੀ ਫਸਲ ਸਾੜਤੀ ਗਈ। ਓਕੇ। ਤੇ ਉਹ ਡੰਗਰ ਚੋਰੀ ਕਰਵਾਤੇ ਗਏ। ਉਸੇ ਫਿਕਰ ਹੈ ਹਰਦਮ ਕਿ ਨया तर्ज जफा क्या है, कि ਉਹ ਦੁਸ਼ਮਣ ਨੂੰ ਫਿਕਰ ਹੈ ਕਿ ਮੈਨੂੰ ਹੋਰ ਕਿਵੇਂ ਤੰਗ ਕਰ ਸਕਦਾ ਹੈ। ਹਮੇ ਸ਼ੌਕ ਹੈ ਕਿ ਦੇਖੇं ਸਿਤਮ ਕੀ ਇੰਤਹਾ क्या है। ਤੇ ਉਹਨਾਂ ਨੇ ਉਹ ਲਾਲਟਨ ਮੇਰੇ ਲਗਾਤੀ, ਛਾਤੀ ਤੇ ਲਾਤੀ ਬੀਬੀ ਦੇ। ਓਕੇ। ਉਹ ਜਲਣ ਹੋਈ, ਕਹਿੰਦੇ ਮੈਂ ਰੌਲਾ ਪਾਉਣ ਲੱਗਾ, ਕਹਿੰਦੇ ਮੈਂ ਇਹ ਦੇਖ ਰਿਹਾ ਸੀ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕੀ ਲੱਗਦਾ ਪ੍ਰੋਫੈਸਰ ਸਾਹਿਬ ਕਿ ਭਗਤ ਸਿੰਘ ਦੀ ਸੋਚ ਤੇ ਅੱਜ ਦੀ ਨੌਜਵਾਨੀ ਜਿਹੜੀ ਹੈ ਪਹਿਰਾ ਦੇ ਰਹੀ? ਮੇਰੀ ਹਵਾ में रहेंगी ख्याल की बिजलियां, ये मुझ ते खाक है फानी, रहे या ना रहे। ਇਤਿਹਾਸ ਨੂੰ ਗੁਜ਼ਰਾ ਦਿਓ। ਬਿਲਕੁਲ। ਇਹ ਚੀਜ਼ ਕਿਉਂਕਿ ਇਤਿਹਾਸ ਹੀ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਕੋਈ ਐਫਰਟ ਜਾਂਦੀ ਨਹੀਂ। ਅਸੀਂ ਕਹਿੰਦੇ ਫੇਲ ਹੋ ਗਿਆ, ਫੇਲ ਕਦੋਂ ਹੋਇਆ? ਸਤਿ ਸ਼੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਗਰੇਵਾਲ। ਸਾਡੇ ਸ਼ਹੀਦ, ਸਾਡੇ ਸੂਰਮੇ, ਸਾਡੇ ਯੋਧੇ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ, ਦੇਸ਼ ਦੇ ਲਈ ਆਪਣਾ ਆਪ ਵਾਰ ਦਿੱਤਾ, ਆਪਣੇ ਬਾਰੇ ਨਹੀਂ ਸੋਚਿਆ, ਆਪਣੇ ਪਰਿਵਾਰ ਬਾਰੇ ਨਹੀਂ ਸੋਚਿਆ ਕਿਸ ਦੇ ਬਾਰੇ, ਸਿਰਫ ਦੇਸ਼ ਦੇ ਬਾਰੇ। ਉਸ ਹਕੂਮਤ ਦੇ ਖਿਲਾਫ ਲੜੇ ਜਿਹੜੀ ਹਕੂਮਤ ਸਾਡੇ 'ਤੇ ਰਾਜ ਕਰਦੀ ਸੀ, ਅਤੇ ਆਪਣਾ ਆਪ ਵਾਰ ਦਿੱਤਾ। ਤਾਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਹਨਾਂ ਬਾਰੇ ਸੁਣਦੇ ਹਾਂ, ਉਹਨਾਂ ਬਾਰੇ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ, ਤਾਂ ਅਸੀਂ ਸੋਚਦੇ ਜ਼ਰੂਰ ਹਾਂ ਯਾਰ ਉਹ ਕਿੱਦਾਂ ਦੇ ਇਨਸਾਨ ਹੋਣਗੇ, ਕਿਸ ਤਰ੍ਹਾਂ ਦੇ ਨਾਲ ਰਹਿੰਦੇ ਹੋਣਗੇ, ਰਹਿਣੀ ਸਹਿਣੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਵੇਗੀ। ਉਹ ਸਮਾਂ ਤਾਂ ਅਸੀਂ ਨਹੀਂ ਦੇਖ ਸਕੇ, ਪਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜੋ ਮੌਜੂਦ ਹੁੰਦੇ ਨੇ, ਜਦੋਂ ਅਸੀਂ ਉਹਨਾਂ ਦੇ ਨਾਲ ਮਿਲਦੇ ਹਾਂ, ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਤਾਂ ਸਾਨੂੰ ਸਕੂਨ ਬੜਾ ਮਿਲਦਾ ਆ। ਪਿਛਲੇ ਦਿਨੀ ਅਸੀਂ ਵੀ ਗਦਰੀ ਬਾਬਿਆਂ ਦੇ ਮੇਲੇ ਦੇ ਉੱਪਰ ਜਾਂਦੇ ਹਾਂ, ਜਿੱਥੇ ਸਾਨੂੰ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ ਮਿਲਦੇ ਨੇ। ਪ੍ਰੋਫੈਸਰ ਜਗਮੋਹਨ ਸਿੰਘ ਹੋਰੀ ਜਿਹੜੇ ਨੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹੋਰਾਂ ਦੇ ਭਾਣਜੇ ਨੇ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹੋਰਾਂ ਦੇ ਛੋਟੀ ਭੈਣ ਬੀਬੀ ਅਮਰ ਕੌਰ ਹੋਰਾਂ ਦੇ ਸਪੁੱਤਰ ਨੇ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ। ਅੱਜ ਸਾਡੇ ਨਾਲ ਹੋਣਗੇ ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ। ਗੱਲਬਾਤ ਸ਼ਹੀਦ ਆਜਮ ਸਰਦਾਰ ਭਗਤ ਸਿੰਘ 'ਤੇ ਵੀ ਕਰਾਂਗੇ।
ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਸੋਚ ਤੇ ਕਰਾਂਗੇ। ਜਿਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਦੀ ਨੌਜਵਾਨੀ ਜਿਹੜੀ ਹੈਗੀ ਆ ਪੱਗਾਂ ਬੰਨ੍ਹ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਦਿਹਾੜੇ ਦੇ ਸਮੇਂ ਪੱਗਾਂ ਬੰਨ੍ਹ ਕੇ ਨਾਅਰੇ ਜ਼ਰੂਰ ਲਗਾਉਂਦੇ ਨੇ, ਪਰ ਸੋਚ ਦੀ ਗੱਲ ਕੋਈ ਕਰਦਾ ਆ ਜਾਂ ਸੋਚ ਤੇ ਕੋਈ ਚੱਲਦਾ ਆ, ਇਸ ਦੇ ਬਾਬਤ ਜਿਹੜੀ ਆ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਆ, ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਲੱਗਿਆ ਤੁਸੀਂ ਅੱਜ ਸਾਨੂੰ ਸਮੇਂ ਦੇ ਵਿੱਚ ਸਮਾਂ ਦਿੱਤਾ, ਬਹੁਤ ਵਧੀਆ ਲੱਗਿਆ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਰਹੇਗਾ ਕਿ ਇੱਕ ਆਪਣੇ ਆਪ ਨੂੰ ਮਾਣ ਹੁੰਦਾ ਆ, ਮਾਣ ਮਹਿਸੂਸ ਹੁੰਦਾ ਕਿ ਮੈਂ ਯਾਰ ਉਸ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਆਪਣਾ ਆਪਾ ਇਸ ਦੇਸ਼ ਦੇ ਲਈ ਵਾਰ ਦਿੱਤਾ, ਆਪਣੇ ਆਪ ਨੂੰ ਇਸ ਦੇਸ਼ ਦੇ ਲਈ ਵਾਰ ਦਿੱਤਾ। ਦੇਖੋ ਮਾਣ ਤੇ ਹੈ ਹੀ ਜੀ, ਲੇਕਿਨ ਉਹਦੇ ਨਾਲ ਇੱਕ ਬੜੀ ਵੱਡੀ ਸਮਾਜਿਕ ਜ਼ਿੰਮੇਵਾਰੀ ਵੀ ਜੀ। ਔਰ ਮੈਂ ਜਦੋਂ ਅਹਿਸਾਸ ਕਰਦਾ ਕਿ ਮੇਰੇ ਮਦਰ ਨੇ ਜੀ, ਜਿਹੜੇ ਉਹਨਾਂ ਤੋਂ 3 ਸਾਲ ਛੋਟੇ ਸੀ ਜੀ, ਸਭ ਤੋਂ ਨੇੜੇ ਉਹਨਾਂ ਨੇ ਭਗਤ ਸਿੰਘ ਨੂੰ ਦੇਖਿਆ ਔਰ ਜ਼ਿੰਦਗੀ ਭਰ ਉਹਦੇ ਉੱਤੇ ਚੱਲੇ ਵੀ ਜੀ, ਜੋ ਉਹਨਾਂ ਦੇ ਸਨੇਹ ਸੀਗੇ, ਤਾਂ ਉਹਦੇ 'ਚ ਇੱਕ ਉਹਨਾਂ ਨੇ ਬੜਾ ਸੂਖਸ਼ਮ ਤਰੀਕੇ ਨਾਲ ਸਵਾਲ ਮੇਰੇ ਮਨ 'ਚ ਖੜਾ ਕੀਤਾ ਕਿ ਜਦੋਂ ਵੀ ਕਿਤੇ ਬਾਹਰੋਂ ਆਉਣਾ, ਕੋਈ ਕਿਤਾਬ ਮਿਲਣੀ ਭਗਤ ਸਿੰਘ ਦੀ ਪੜ੍ਹਾ ਦੇਣੀ। ਫਿਰ ਉਹਨਾਂ ਨੇ ਕਹਿਣਾ ਕਿ ਵੀ ਲੋਕ ਮੈਨੂੰ ਪੁੱਛਦੇ ਨੇ ਕਿ ਵੀ ਘਰ 'ਚ ਭਗਤ ਸਿੰਘ ਨੂੰ ਜਾਣਨ ਵਾਲਾ ਕੋਈ ਹੈ ਜੀ। ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਰਿਸ਼ਤਾ ਤੁਹਾਡਾ ਜਾਣਨ ਨਾਲ ਬਣਦਾ ਜੀ। ਜੇ ਤੁਸੀਂ ਅੱਜ ਆਏ ਹੋ ਤੇ ਤੁਸੀਂ ਜੋ ਤੁਸੀਂ ਨਹੀਂ ਜਾਣ ਸਕੇ ਉਹ ਮੇਰੇ ਤੋਂ ਜਾਣਨਾ ਚਾਹੁੰਦੇ ਹੋ। ਬਿਲਕੁਲ। ਤੇ ਮੈਂ ਤਾਂ ਜੇ ਮੈਂ ਉਹਨੂੰ ਜਾਣਿਆ ਹੋਊਗਾ ਤਾਂ ਹੀ ਤੁਹਾਨੂੰ ਦੱਸਾਂਗਾ। ਬਿਲਕੁਲ। ਤਾਂ ਇਸ ਕਰਕੇ ਇਹ ਸਮਾਜਿਕ ਜ਼ਿੰਮੇਵਾਰੀ ਹੈ। ਬਿਲਕੁਲ। ਔਰ ਦੂਜੀ ਜ਼ਿੰਮੇਵਾਰੀ ਹੁੰਦੀ ਹੈ ਕਿ ਵੀ ਮੇਰਾ ਤੇ ਕੋਈ ਵਜੂਦ ਨਹੀਂ, ਲੇਕਿਨ ਅਗਰ ਮੈਂ ਕੋਈ ਗਲਤੀ ਕੀਤੀ ਤੇ ਉਹ ਭਗਤ ਸਿੰਘ ਦੇ ਨਾਂ ਲੱਗ ਜਾਣੀ। ਬਿਲਕੁਲ ਲੱਗਣੀ ਹੈ। ਬਿਲਕੁਲ। ਇਸ ਕਰਕੇ ਇਹ ਲਗਾਤਾਰ ਤੁਹਾਡੇ ਤੇ ਇੱਕ ਹੋਰ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਕਿ ਤੁਸੀਂ ਕੋਈ ਆਮ ਜੀ ਮਰਜ਼ੀ ਨਾ ਕਰੋ। ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਐਕਚੁਅਲੀ ਕੁਰਬਾਨੀ ਜਿਹੜੀ ਹੈ, ਮੈਂ ਕੱਲ੍ਹ ਹੀ ਮਹਿਸੂਸ ਕਰ ਰਿਹਾ ਸੀਗਾ ਕਿ ਲਾਲਾ ਹਰਦਿਆਲ ਨੇ ਇੱਕ ਹਿੰਟਸ ਫॉर ਸੈਲਫ ਕਲਚਰ, ਬਹੁਤ ਵਧੀਆ ਕਿਤਾਬ ਹੈ ਉਹਦੀ ਜੀ, ਬੜੇ 'ਚ ਉਹਦੀ ਮਤਲਬ ਐਥਿਜ਼ਮ ਤੇ ਟੋਟਲ ਨੌਲੇਜ 'ਤੇ ਉਹ 'ਚ ਪਹਿਲਾਂ ਹੀ ਉਹ ਕਹਿੰਦੇ ਨੇ ਕਿ ਵੀ ਆਦਮੀ 5 ਸਰਕਲ 'ਚ ਰਹਿੰਦਾ ਜੀ। ਪਹਿਲਾ ਸਰਕਲ ਹੈ ਜਦੋਂ ਜੰਮਦਾ ਤੇ ਬੱਚੇ ਨੂੰ ਸਿਰਫ ਆਪਣਾ ਪਤਾ ਹੁੰਦਾ ਜੀ, ਉਹ ਤੋਂ ਬਾਅਦ ਪਰਿਵਾਰ ਬਣਦਾ, ਦੂਜਾ ਸਰਕਲ ਜੀ। ਤੀਜਾ ਸਰਕਲ ਹੈ ਤੁਸੀਂ ਆਪਣੇ ਪਿੰਡ ਮੁਹੱਲੇ 'ਚ ਵਿਚਰਦੇ ਹੋ ਜੀ। ਚੌਥਾ ਹੈਗਾ ਜਦੋਂ ਤੁਸੀਂ ਮਤਲਬ ਦੇਸ਼ ਵਿੱਚ ਵਿਚਰਦੇ ਹੋ ਜੀ। ਪੰਜਵਾਂ ਸਰਕਲ ਹੈ ਜਦੋਂ ਇਨਸਾਨੀਅਤ 'ਚ ਵਿਚਰਦੇ ਜੀ। ਤਾਂ ਮੈਂ ਸਮਝਦਾ ਕਿ ਜਿਹੜਾ ਬਾਬਾ ਫਰੀਦ ਨੇ ਕਿਹਾ ਸੀ ਨਾ, ਉੱਚੇ ਚੜ੍ਹ ਕੇ ਦੇਖੋ, ਉਹ ਇਹ ਨਹੀਂ ਸੀ ਵੀ ਕੋਠੇ ਤੇ ਚੜ੍ਹਨਾ, ਉਹ ਹੈ ਕਿ ਵੀ ਤੁਸੀਂ ਇਹਨਾਂ ਸਰਕਲ 'ਚ ਉੱਤੇ ਜਾ ਕੇ ਜੋ ਦੇਖੋ ਤਾਂ ਤੁਹਾਨੂੰ ਸਮਝ ਲੱਗਣੀ ਹੈ। ਜੀ। ਤਾਂ ਇਹ ਸਾਰੇ ਲੋਕ ਜਿਹੜੇ ਨੇ ਕੁਰਬਾਨੀ ਉਹਨਾਂ ਦੇ ਉੱਤੇ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ। ਜੀ। ਲੇਕਿਨ ਜੇ ਤੁਸੀਂ ਉਹਨਾਂ ਦੇ ਪਰਸਨਲ ਤੌਰ ਤੇ ਦੇਖੋਗੇ ਤੇ ਫਿਰ ਤੁਹਾਨੂੰ ਸਮਝ ਲੱਗੇਗੀ ਕਿ ਉਹ ਕਿੰਨਾ ਮਤਲਬ ਉੱਚੇ ਹੋ ਗਏ ਸੀ। ਜੀ। ਜਿੱਦਾਂ ਹੁਣ ਕਿ ਗਦਰ ਪਾਰਟੀ ਦਾ ਤੁਸੀਂ ਮੈਨੂੰ ਇੱਕ ਵੀ ਗਦਰ ਪਾਰਟੀ ਦਾ ਬੰਦਾ ਲੱਭ ਦਿਓ ਜਿਹੜਾ ਅਸਲ ਗਦਰੀ ਹੈ, ਜਿਨਨੇ ਆਪਣੇ ਨਾਂ ਦੇ ਨਾਲ ਆਪਣੀ ਜਾਤ ਦਾ ਸੂਚਕ ਯੂਜ਼ ਕੀਤਾ, ਉਹ ਪਿੰਡ ਦਾ ਸੂਚਕ ਹੈ ਉਹਦਾ। ਬਿਲਕੁਲ। ਉਹਦੀ ਪਹਿਚਾਣ ਪਿੰਡ ਹੈ। ਪਿੰਡ ਹੈ। ਔਰ ਇਹ ਇੱਕ ਨਾ ਉੱਤੇ ਚੱਲ ਜਾਣ ਵਾਲੀ ਗੱਲ ਹੈ ਜੀ ਕਿ ਘੱਟੋ ਘੱਟ ਮੈਂ ਕਿੱਥੇ ਹੈਗਾ, ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਉਹ ਪਿੰਡ ਕਰਕੇ ਜਾਣਦੇ ਆ। ਜੀ। ਉਸ ਤੋਂ ਬਾਅਦ ਭਗਤ ਸਿੰਘ ਉਹਨਾਂ ਨੇ ਜਦੋਂ ਨੌਜਵਾਨ ਲਹਿਰ ਖੜੀ ਕੀਤੀ, ਉਹ ਇਸ ਤੋਂ ਵੀ ਛੁੱਟ ਗਏ। ਬਿਲਕੁਲ। ਕਿਸੇ ਨਾਂ ਦੇ ਨਾਲ ਉਹਨਾਂ ਦੇ ਕੋਈ ਜਾਤੀ ਸੂਚਕ ਨਹੀਂ ਹੈ। ਜੀ। ਹੁਣ ਕਿ ਤੁਹਾਡਾ ਬਚਪਨ 'ਚ ਸਿੰਘ ਲੱਗ ਗਿਆ ਨਾਲ ਜੀ ਮਤਲਬ ਹੈਗਾ, ਲੇਕਿਨ ਸੁਖਦੇਵ ਦੇ ਨਾਲ ਕੋਈ ਨਹੀਂ ਲੱਗਾ। ਬਿਲਕੁਲ। ਔਰ ਇਹ ਮੈਂ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਇਹ ਚੇਤਨ ਤੌਰ ਤੇ ਇੱਕ ਨਵੀਂ ਚੇਤਨਤਾ ਦਾ ਮਤਲਬ ਹੈਗਾ। ਜੀ। ਤਾਂ ਇਹ ਇਸ ਕਰਕੇ ਜਿਹੜਾ ਉਸ ਲੈਵਲ ਤੇ ਜਾਣਾ ਹੈ, ਆਪਾਂ ਕੁਰਬਾਨੀ ਦੇਖ ਕੇ ਫਿਰ ਸਿਰਫ ਇਦਾਂ ਆਉਂਦਾ ਕਿ ਜੇ ਮੈਂ ਕੁਰਬਾਨੀ ਕਰਦੇ ਹਾਂ ਤਾਂ ਮੈਂ ਸ਼ਾਇਦ ਉਹਨਾਂ ਨਾਲ ਰਲ ਜਾ, ਪਰ ਉਹ ਨਹੀਂ ਹੈ। ਭਗਤ ਸਿੰਘ ਉਹਨਾਂ ਨੇ ਕਿਹਾ ਕੁਰਬਾਨੀ ਦਾ ਮਤਲਬ ਕਿ ਤੁਹਾਡੀਆਂ ਜੋ ਵੀ ਜ਼ਿੰਦਗੀ ਦੀਆਂ ਖਾਸ਼ਾਂ ਨੇ ਉਹ ਤੇ ਉੱਚ ਹੋਣੀਆਂ ਚਾਹੀਦੀਆਂ। ਬਿਲਕੁਲ। ਲੇਕਿਨ ਉਹ ਤੁਹਾਨੂੰ ਬੰਨ੍ਹ ਕੇ ਨਹੀਂ ਰੱਖਣਗੀਆਂ। ਜੀ। ਜਦੋਂ ਲੋੜ ਆਏਗੀ ਤੁਸੀਂ ਉਹਨਾਂ ਖਾਸ਼ਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਸਕਦੇ ਹੋ। ਇਹ ਕੁਰਬਾਨੀ ਹੈ। ਜੀ। ਤਾਂ ਉਹਨਾਂ ਨੇ ਆਪਣੇ ਆਪ ਨੂੰ ਉਸ ਗੱਲ ਤੇ ਬਲ ਕੀਤਾ, ਪਰ ਉਹਨਾਂ ਨੂੰ ਇਹ ਵੀ ਅਹਿਸਾਸ ਹੈ ਕਿ ਜੇ ਅਸੀਂ ਬੀ ਪਾ ਜਾਵਾਂਗੇ ਤੇ ਇਹ ਬੀ ਨੇ ਉਂਗੜਾ ਹੈ। ਬਿਲਕੁਲ। ਮਤਲਬ ਇਹ ਧਰਤੀ ਜਿਹੜੀ ਹੈ ਇਹ ਕਦੀ ਬੰਜਰ ਨਹੀਂ ਹੁੰਦੀ। ਬਿਲਕੁਲ। ਤਾਂ ਜਿਹੜੀ ਕੁਰਬਾਨੀਆਂ ਦੇ ਨਾਲ ਵਿਚਾਰਾਂ ਦਾ ਵੀ ਹੈ। ਜੀ। ਜਿੱਦਾਂ ਹੁਣ ਤੁਸੀਂ ਕਰਤਾਰ ਸਿੰਘ ਸਰਾਭਾ ਦਾ ਹੀ ਮਤਲਬ ਜਿਹੜਾ ਸਭ ਤੋਂ ਖੂਬਸੂਰਤ, ਉਹ 18.5 ਸਾਲ ਦੇ ਹੈ। ਬਿਲਕੁਲ। ਜੱਜ ਨੂੰ ਲੱਗਦਾ ਕਿ ਇਹ ਮੁੰਡਾ ਤੇ ਅਣਜਾਣ ਜਿਹਾ ਹੈ ਤੇ ਇਹਨੂੰ ਮੈਂ ਸਵਾਲ 'ਚ ਫਸਾ ਲੈਣਾ। ਉਹਨੇ ਬੜਾ ਪਚੀਦਾ ਸਵਾਲ ਕੀਤਾ ਹੈ, ਉਹਦੀ ਜੱਜਮੈਂਟ 'ਚ ਲਿਖਿਆ ਹੋਇਆ। ਜੀ। ਉਹ ਕਹਿੰਦਾ ਵੀ ਤੁਸੀਂ 8000 ਲੋਕ ਅਮਰੀਕਾ, ਕੈਨੇਡਾ, ਸਾਊਥ ਏਸ਼ੀਆ 'ਚੋਂ ਆਏ ਭਾਰਤ 'ਚ ਇਨਕਲਾਬ ਲਿਆਉਣ ਲਈ। ਜੀ। ਉਹ ਵਰਡ ਇਨਕਲਾਬ ਯੂਜ਼ ਕਰਦਾ। ਬਿਲਕੁਲ ਬਿਲਕੁਲ। ਕਹਿੰਦਾ ਤੁਸੀਂ ਇਨਕਲਾਬੀ, ਔਰ ਇਨਕਲਾਬ ਦਾ ਹਰ ਇੱਕ ਦਾ ਝੰਡਾ ਹੁੰਦਾ। ਜੀ। ਤੁਸੀਂ 3 ਰੰਗ ਦਾ ਝੰਡਾ ਲੈ ਕੇ ਆਏ, ਇਹ 3 ਰੰਗ ਕਾਹਦੇ ਪ੍ਰਤੀਕ ਨੇ? ਜੀ। ਤੇ ਕਰਤਾਰ ਸਿੰਘ ਸਰਾਭੇ ਦਾ ਸੀ ਕਿ ਇਹ ਅਸੀਂ ਜਿੱਦਣ ਅਡਾਪਟ ਵੀ ਕੀਤਾ ਸੀ ਤੇ ਇਹ 3 ਸਮਾਜਿਕ ਕਦਰਾਂ ਦੇ ਰੰਗ ਨੇ।
ਜਿਹਦੇ ਨਾਲ ਸਮਾਜ ਅੱਗੇ ਵੱਧਦਾ ਹੈ, ਲੋਕਾਂ ਪ੍ਰਤੀ ਜ਼ਿੰਮੇਵਾਰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲਾਉਂਦਾ ਹੈ। ਔਰ ਉਹ 3 ਵੈਲਿਊਜ਼ ਨੇ, ਇਕੁਐਲਿਟੀ, ਲਿਬਰਟੀ, ਫਰਟਰਨਿਟੀ ਜੀ, ਕਿ ਬਰਾਬਰਤਾ, ਭਾਈਚਾਰਾ ਤੇ ਆਜ਼ਾਦੀ। ਤਾਂ ਮੈਂ ਕਿਹਾ ਇਹ ਵੈਲਿਊਜ਼ ਨੇ। ਉਹਦੇ ਤੇ ਪਹਿਰਾ ਦਿੰਦੇ ਦਿੰਦੇ ਜੀ ਤੁਸੀਂ ਉਹਨੂੰ ਬਚਾਉਂਦੇ ਹੋਏ, ਉਸ ਵਿਚਾਰਾਂ ਨੂੰ ਬਚਾਉਂਦੇ ਹੋਏ ਤੁਸੀਂ ਆਪਣੇ ਆਪ ਨੂੰ ਵੀ ਤਿਆਗ ਦਿੱਤਾ। ਬਿਲਕੁਲ। ਤਾਂ ਇਹ ਇਸ ਪੱਖ ਵਿੱਚ ਮਤਲਬ ਦੇਖਣ ਦੀ ਲੋੜ ਹੈ। ਔਰ ਅੱਜ ਜਿਵੇਂ ਜਿਵੇਂ ਸੰਕਟ ਆਉਂਦਾ ਹੈ ਜੀ, ਉਦੋਂ ਤੁਸੀਂ ਵਾਪਸ ਉਹਨਾਂ ਵਿੱਚੋਂ ਮਤਲਬ ਤੁਹਾਨੂੰ ਰਾਹ ਮਿਲਦਾ ਹੈ। ਜੀ ਬਿਲਕੁਲ। ਕਿਉਂਕਿ ਉਦੋਂ ਤੁਹਾਨੂੰ ਯਕੀਨ ਵੀ ਮਿਲਦਾ। ਇਸੇ ਕਰਕੇ ਅੱਜ ਜਿਹੜਾ ਸਭ ਤੋਂ ਵੱਡਾ ਹਮਲਾ ਹੋ ਰਿਹਾ ਹੈ ਉਹ ਹੈ ਕਿ ਇਤਿਹਾਸ ਨੂੰ ਗੁੰਦਲਾ ਦਿਓ। ਬਿਲਕੁਲ, ਇਹ ਚੀਜ਼ ਹੋ ਰਹੀ ਹੈ ਕਿਉਂਕਿ ਇਤਿਹਾਸ ਹੀ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਕੋਈ ਐਫਰਟ ਜਾਂਦੀ ਨਹੀਂ। ਅਸੀਂ ਕਹਿੰਦੇ ਫੇਲ ਹੋ ਗਿਆ, ਫੇਲ ਕਦੋਂ ਹੋਇਆ? ਬਿਲਕੁਲ। ਉਹਨੇ ਗਾਂ ਨਵੀਂ ਲਹਿਰ ਨੂੰ ਖੜਾ ਕੀਤਾ। ਬਿਲਕੁਲ। ਨਵੀਂ ਲਹਿਰ ਨੇ ਨਵੀਂ ਲਹਿਰ ਨੂੰ ਖੜਾ ਇਤਿਹਾਸ ਕੀਤਾ। ਨੂੰ ਪੜ੍ਹ ਕੇ ਪ੍ਰੋਫੈਸਰ ਸਾਹਿਬ ਖੂਨ ਵੀ ਖੌਲਦਾ ਨਾ ਕਿਤੇ ਨਾ ਨਹੀਂ, ਕਿਤੇ। ਖੂਨ ਖੋਲਣਾ ਜਿਹੜਾ ਨਾ ਉਹ ਥੋੜਾ ਜਾਂ ਆਪਾਂ ਕਹਿੰਦੇ ਆਪਾਂ ਚਲੋ ਸ਼ਬਦ ਮੈਨੂੰ ਲੱਗਦਾ ਉਹ ਤੁਹਾਡਾ ਠੀਕ ਹੈ ਕਿ ਉਹ ਤੁਹਾਨੂੰ ਇੱਕ ਯਕੀਨ ਪੈਦਾ ਕਰਦਾ। ਯਕੀਨ ਪੈਦਾ ਕਰਦਾ। ਖੂਨ ਖੋਲਣਾ ਮਤਲਬ ਕਿ ਤੁਹਾਨੂੰ ਇਹ ਯਕੀਨ ਹੁੰਦਾ ਜਿਹੜਾ ਕੱਲ ਨਿਰਾਸ਼ਾ 'ਚ ਹੋ, ਨਿਰਾਸ਼ਾ ਤੋਂ ਆਸ਼ਾ ਵੱਲ ਨੂੰ ਉਹਦੀ ਮੂਵਮੈਂਟ ਹੈਗੀ ਹੈ। ਔਰ ਉਹ ਇਤਿਹਾਸ ਦਿੰਦਾ ਸਰ। ਬਿਲਕੁਲ। ਮੈਂ ਹੁਣ ਮਤਲਬ ਜਦੋਂ ਪਾਸਟ ਦਾ ਤੁਸੀਂ ਪੜ੍ਹਦੇ ਹੋ ਜੀ, ਫਿਰ ਤੁਸੀਂ ਉਹਦੀਆਂ ਗੁੰਝਲਾਂ ਨੂੰ ਵੀ ਸਮਝਦੇ ਹੋ। ਜੀ, ਇਤਿਹਾਸ ਨੂੰ ਸਮਝਣਾ ਮਤਲਬ ਇਸੇ ਕਰਕੇ ਮੈਂ ਕਈ ਵਾਰੀ ਮੇਰੇ ਜਿਹੜੇ ਸਾਥੀਆਂ ਨੇ ਪੁਰਾਣੇ ਰਿਕਾਰਡ ਰੀਪਰੋਡਿਊਸ ਕੀਤੇ ਜੀ, ਤੇ ਮੈਂ ਉਹਨਾਂ ਨੂੰ ਇੱਕ ਵਾਰਨ, ਉਦੋਂ ਵੀ ਮੈਨੂੰ ਲੱਗਦਾ ਸੀ ਵੀ ਇੱਕ ਵਾਰਨਿੰਗ ਹੈ ਕਿ ਇਹ ਜੋ ਲਿਖਿਆ ਗਿਆ, ਮੁਕੱਦਮਿਆਂ ਦਾ ਲਿਖਿਆ ਗਿਆ, ਇਹ ਅੰਗਰੇਜ਼ਾਂ ਨੇ ਆਪਣੇ ਪੱਖ ਤੋਂ ਲਿਖਿਆ। ਜੀ ਬਿਲਕੁਲ। ਮਤਲਬ ਉਹ ਆਪਣਾ ਕੇਸ ਪਲੀਡ ਕਰ ਰਹੇ ਨੇ। ਬਿਲਕੁਲ। ਪਰ ਉਹਦੇ ਵਿੱਚੋਂ ਤੁਸੀਂ ਕਿਵੇਂ ਸਮਝੋ ਕਿ ਕਿਉਂ ਕਰ ਰਹੇ ਨੇ? ਬਿਲਕੁਲ। ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਜੀ ਕਿ ਕੱਲ ਆਪਾਂ 16 ਨਵੰਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ 6 ਸਾਥੀਆਂ ਦਾ ਸ਼ਹੀਦੀ ਦਿਨ ਮਨਾਇਆ। ਬਿਲਕੁਲ। ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਪਾਕਿਸਤਾਨ ਦੇ ਮੁੰਡੇ ਨੇ ਉਹ ਸੱਤਾਂ ਦੀਆਂ ਪੇਂਟਿੰਗ ਕਰਕੇ ਦਿੱਤੀਆਂ। ਇੱਕ ਇਹ ਆਪਣੇ ਆਪ 'ਚ ਹੀ ਮੈਨੂੰ ਖੂਬਸੂਰਤ ਲੱਗੀ ਵੱਡੀ ਗੱਲ ਹੈ ਜੀ। ਔਰ ਉਹਦਾ ਇੱਕ ਕੈਲੰਡਰ ਗੁਰਭਜਨ ਗਿੱਲ ਹੋਣਾ ਨੇ ਰਿਲੀਜ਼ ਵੀ ਕਰਾਇਆ ਜੀ। ਪਰ ਮੈਂ ਕਿਹਾ 2 ਚੀਜ਼ਾਂ ਤੁਸੀਂ ਮਿਸਿੰਗ ਹੈ ਇਹਦੇ ਵਿੱਚ। ਇੱਕ ਤਾਂ ਤੁਸੀਂ ਉਹਨਾਂ ਦੀਆਂ ਉਮਰਾਂ ਨਹੀਂ ਲਿਖੀਆਂ ਜੀ ਕਿ 22 ਸਾਲ ਦਾ ਹੈ, 26 ਸਾਲ ਦਾ ਹੈ, ਵੱਡੇ ਤੋਂ ਵੱਡਾ ਜਿਹੜਾ ਹੈਗਾ ਉਹ 42 ਸਾਲ ਦਾ ਹੈ ਤੇ ਕਰਤਾਰ ਸਿੰਘ ਸਾਹਿਬਾ 18.5 ਸਾਲ ਦਾ ਹੈ ਜੀ। ਵਿਸ਼ੂ ਗਣੇਸ਼ ਪਿੰਗਲੇ ਜਿਹੜੇ ਕਿ ਪੂਨੇ ਦੇ ਨੇ ਜੀ, ਉਹ 22 ਸਾਲ ਦੇ ਨੇ ਜੀ। ਤਾਂ ਉਹ ਇੱਕ ਪੱਖ ਹੈ। ਬਿਲਕੁਲ। ਲੇਕਿਨ ਜਦੋਂ ਸੱਤਾਂ ਨੂੰ ਤੁਸੀਂ ਇਕੱਠੇ ਦੇਖਦੇ ਹੋ ਔਰ ਉਹਦੇ ਵਿੱਚ ਵੀ ਹੈ ਕਿ ਵੀ ਉਹ 24 ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ। ਬਿਲਕੁਲ। ਔਰ ਉਹਦੇ 'ਚੋਂ ਤੁਸੀਂ 17 ਨੂੰ ਮੁਆਫ ਕਰਤਾ ਜੀ। ਵੀ ਇਹ 7 ਕਿਉਂ ਚੁਣੇ? ਮੈਂ ਕਿਹਾ ਅਸੀਂ ਕਦੀ ਇਹ ਇਤਿਹਾਸਕ ਖੁਆਲ ਨਹੀਂ ਕੀਤਾ। ਬਿਲਕੁਲ। ਕਿ ਜਿਹੜਾ ਮਤਲਬ ਉਹ ਬੜਾ ਕੌਨਸ਼ੀਅਸਲੀ ਇਹ 7 ਚੁਣ ਰਿਹਾ। ਬਿਲਕੁਲ। ਕੋਈ ਕਿਸੇ ਇਸ ਦਾ ਨਹੀਂ ਵੀ ਕਿਸੇ ਉਹਨਾਂ ਨੇ ਕੋਈ ਮਿਆਰ ਰੱਖਿਆ। ਉਹਦੇ ਬਹੁਤ ਬਹਿਸਾਂ ਹੋਈਆਂ ਔਰ ਉਹ ਹਿੰਦੁਸਤਾਨੀ ਹੀ ਮਤਲਬ ਵਕੀਲ ਸੀਗੇ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ। ਉਹਨੇ ਬਾਅਦ ਵਿੱਚ ਸ਼ੰਕਰ ਨਾਇਰ ਸੀਗੇ ਜਿਨ੍ਹਾਂ ਨੇ ਬਾਅਦ ਜਲਿਆਂਵਾਲੇ ਬਾਗ ਵਿੱਚ ਪ੍ਰੋਟੈਸਟ ਵਿੱਚ ਵਾਇਸਰਾਏ ਦੀ ਕੌਂਸਲ ਤੋਂ ਰਿਜ਼ਾਈਨ ਕੀਤਾ ਸੀ। ਮਤਲਬ ਉਸ ਬੰਦੇ ਨੇ ਮਤਲਬ ਕੁਝ ਸਵਾਲ ਖੜੇ ਕੀਤੇ ਪਰ ਫਿਰ ਜਦੋਂ ਚੂਜ਼ ਕਰ ਰਹੇ ਨੇ 7 ਕਿਉਂ ਚੂਜ਼ ਕਰ ਰਹੇ? ਬਿਲਕੁਲ। ਉਹਦੇ 'ਚ ਠੀਕ ਹੈ ਕਿ ਕਰਤਾਰ ਸਿੰਘ ਸਰਾਭਾ ਮਤਲਬ ਸਾਰਾ ਉਹਨਾਂ ਨੂੰ ਲੱਗਦਾ ਕਿ ਇਹ ਜਵਾਨ ਬਚ ਗਿਆ ਤੇ ਇਹ ਲਹਿਰ ਬਚ ਜਾਣੀ ਹੈ। ਬਿਲਕੁਲ। ਤਾਂ ਇਸ ਕਰਕੇ 20 ਸਾਲ ਬਾਅਦ ਵੀ ਇਹ ਨਾ ਆਵੇ। ਬਿਲਕੁਲ। ਵਿਸ਼ਨੂੰ ਗਣੇਸ਼ ਪਿੰਗਲੇ ਵੀ ਉਨਾ ਹੀ ਮਤਲਬ ਸਿਆਣਾ, ਉਹ ਇੰਜੀਨੀਅਰਿੰਗ ਦਾ ਸਟੂਡੈਂਟ ਹੈ ਔਰ ਪੂਰੇ ਹਿੰਦੁਸਤਾਨ ਵਿੱਚ ਉਹ ਘੁੰਮ ਕੇ ਮਤਲਬ ਤੈਅ ਕਰ ਰਿਹਾ ਹੈ। ਬਿਲਕੁਲ। ਔਰ ਬੜਾ ਸਿਆਣਾ ਬੰਦਾ ਹੈ। ਉਹਨੂੰ ਵੀ ਜਾਣਾ ਚਾਹੀਦਾ। ਮੈਂ ਕਿਹਾ 2 ਤੇ ਇਸ ਕਰਕੇ ਚੁਣੇ। ਬਿਲਕੁਲ। ਤੀਜੇ ਜਗਤ ਸਿੰਘ ਹੁਣੀ ਸੀਗੇ, ਉਹਨਾਂ ਨੂੰ ਇਸ ਕਰਕੇ ਚੁਣਿਆ ਕਿ ਵੀ ਇਹ ਕੈਨੇਡਾ ਦੀ ਲਹਿਰ ਜਿਹੜੀ ਹੈ ਉਹਦਾ ਪ੍ਰਤੀਕ ਹੈ ਕਿਉਂਕਿ ਉਹ ਕੈਨੇਡਾ 'ਚ ਬਹੁਤ ਐਕਟਿਵ ਸੀਗੇ ਜੀ। ਉਹ ਤੁਹਾਨੂੰ ਜਜਮੈਂਟ ਵਿੱਚ ਉਹਦੇ ਕੈਨੇਡਾ ਬਾਰੇ ਕੁਝ ਨਹੀਂ ਮਿਲੇਗਾ। ਬਿਲਕੁਲ। ਲੇਕਿਨ ਜਿਹੜੇ ਦੂਜੇ 4 ਨੇ ਉਹ ਇੱਕ ਬੰਦੇ ਦੇ ਕਤਲ ਦੇ ਤਾਂ ਹੈ ਲੇਕਿਨ ਮਤਲਬ ਸਾਰਿਆਂ ਨੂੰ ਸਜ਼ਾ ਇਹਦੇ 'ਚ ਹੋ ਰਹੀ ਹੈ ਕਿ ਇਹਨਾਂ ਨੇ ਅੰਗਰੇਜ਼ ਰਾਜ ਦੇ ਖਿਲਾਫ ਬਗਾਵਤ ਕੀਤੀ ਹੈ ਜੀ। ਵੇਜਿੰਗ ਵਾਰ ਅਗੇਂਸਟ ਦ ਕਿੰਗ। ਇਹਨਾਂ ਨੇ ਜੰਗ ਮਤਲਬ ਲੜੀ ਹੈ ਮਤਲਬ ਬਾਦਸ਼ਾਹ ਦੇ ਖਿਲਾਫ ਜੀ। ਤੇ ਮੈਂ ਕਿਹਾ ਉਹ 4 ਹੁਣ ਉਹ ਹੈ ਕਿ ਵੀ ਉਹ 4 ਨੇ ਇੱਕ ਬੇਲੀ ਰਾਮ ਦੇ ਮਰਡਰ ਦੇ ਕੇਸ ਵਿੱਚ ਇੱਕ ਹੁਣ ਬੇਲੀ ਰਾਮ ਦੀ ਕੀ ਇੰਪੋਰਟੈਂਸ ਹੈ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਬਾਦਸ਼ਾਹਤ ਉੱਤੇ ਹਮਲਾ ਹੈ ਤਾਂ ਬੇਲੀ ਰਾਮ ਬਾਦਸ਼ਾਹ ਦਾ ਦੋਸਤੀ ਕੀ ਹੈ? ਔਰ ਉਹਦੇ 'ਚ ਜਦੋਂ ਪੜ੍ਹਿਆ ਇੰਨਾ ਉਹਨਾਂ ਨੇ ਕਿਹਾ ਕਿ ਜੀ ਉਹਦੀ ਸਾਰੀਆਂ ਜਿਹੜੀਆਂ ਉਹਨਾਂ ਨੇ ਲੋਕਾਂ ਦੀਆਂ ਮਤਲਬ ਲੋਕਾਂ ਤੋਂ ਰਜਿਸਟਰੀਆਂ ਕਰਵਾਈਆਂ ਹੋਈਆਂ ਸੀ, ਪ੍ਰਨੋਟ ਕਰਾਏ ਹੋਏ ਸੀ, ਉਹ ਸਾਰੇ ਜਲਾਤੇ ਉਹਨਾਂ ਨੇ ਜੀ। ਮਰਿਆ ਤੇ ਇੱਕ ਬੰਦਾ। ਬਿਲਕੁਲ। ਲੇਕਿਨ ਉਹ ਜਲਾਉਣਾ ਉਹਨਾਂ ਨੂੰ ਜ਼ਿਆਦਾ ਔਖਾ ਲੱਗਾ ਕਿ ਜਿਸ ਦੇ ਰਾਹੀਂ
ਲੋਕਾਂ ਦੇ ਉੱਤੇ ਉਹ ਰਾਜ ਕਰਦੇ ਨੇ। ਬਿਲਕੁਲ, ਮਤਲਬ ਉਹ ਮੈਂ ਕਿਹਾ ਬਾਦਸ਼ਾਹ ਦੇ ਖਿਲਾਫ ਉਹਨੂੰ ਡਿਫੈਂਡ ਕਰ ਰਹੇ ਨੇ। ਬਿਲਕੁਲ ਇਹੀ ਚੀਜ਼ ਹੈ। ਔਰ ਇਹਨੂੰ ਆਪਾਂ ਕਦੇ ਨਹੀਂ ਸਮਝਿਆ ਕਿ ਵੀ 4 ਬੰਦੇ ਤੁਸੀਂ ਇੱਕ ਦਾ ਮਰਡਰ ਹੋਇਆ। ਬਿਲਕੁਲ, ਉਹਦੇ 'ਚ ਇਹ ਵੀ ਪ੍ਰੂਵ ਨਹੀਂ ਹੋਇਆ ਕਿ ਕਿਹਦੀ ਡਾਂਗ ਨਾਲ ਹੋਇਆ, ਕਿ ਕਿਹਦੀ ਗੋਲੀ ਨਾਲ ਹੋਇਆ ਜਾਂ ਕਿੱਦਾਂ ਹੋਇਆ। ਇਹ ਡਾਂਗਾਂ ਡੂੰਗਾਂ ਨਾਲ ਤਾਂ ਹੋਇਆ, ਲੇਕਿਨ ਵੀ ਜੇ ਵੀ ਵਿੱਚ ਹੀ ਸੀ, ਇਸ ਕਰਕੇ ਹੁੰਦੇ। ਪਰ ਉਹ ਇੰਪੋਰਟੈਂਟ ਇਹ ਹੈ ਕਿ ਬੇਲੀ ਰਾਮ ਨੂੰ ਜਿਹੜਾ ਹੈ ਉਹ ਬਾਦਸ਼ਾਹ ਦਾ ਪ੍ਰਤੀਕ ਹੈ। ਉਹਦੇ ਉੱਤੇ ਹਮਲਾ ਜਿਹੜਾ ਹੈ ਉਹ ਬਾਦਸ਼ਾਹ ਦੀ ਜੜ ਵਿੱਚ ਮਤਲਬ ਸੱਟ ਮਾਰਦਾ, ਕਿਉਂਕਿ ਲੁੱਟ ਦਾ ਤੰਤਰ ਜਿਹੜਾ ਹੈ ਉਹ ਪਿੰਡ ਵਿੱਚੋਂ ਜਾਂ ਪਿੰਡਾਂ ਵਿੱਚੋਂ ਖਤਮ ਹੋ ਜਾਊਗਾ ਜੇ ਇਹਦਾ ਸੁਨੇਹਾ ਨਹੀਂ ਦਿੰਦੇ ਅਸੀਂ। ਬਿਲਕੁਲ, ਤਾਂ ਇਸ ਕਰਕੇ ਉਹ ਜਿਹੜੀ ਰਮਜ ਹੈ ਉਹ ਉਹਨਾਂ ਦੀ ਮਾਨਸਿਕਤਾ ਨੂੰ ਸਮਝਣਾ, ਅਸੀਂ ਕਈ ਵਾਰੀ ਉਹਦੇ ਤੋਂ ਭਰਮ ਖੜਾ ਕਰ ਲੈਂਦੇ ਹਾਂ। ਬਿਲਕੁਲ, ਤੋ ਇਹੀ ਪੱਖ ਜਿਹੜਾ ਹੈ ਇਹ ਮਤਲਬ ਅੱਜ ਸਮਝਣ ਦੀ ਲੋੜ ਹੈ ਕਿ ਵੀ ਸਿਸਟਮ ਕਿਹਦੇ ਸਿਰ ਧੜ ਤੇ ਖੜਾ ਹੈ ਔਰ ਉਹਦੇ ਤੁਸੀਂ ਪੈਰਾਂ ਤੇ ਸੱਟ ਮਾਰੋਗੇ ਫਿਰ ਉਹਨੂੰ ਦਰਦ ਜ਼ਿਆਦਾ ਹੋਊਗੀ। ਬਿਲਕੁਲ ਇਹੀ ਚੀਜ਼ ਹੈ। ਅੱਛਾ ਪ੍ਰੋਫੈਸਰ ਸਾਹਿਬ, ਬੀਬੀ ਜੀ ਹੋਰਾਂ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਹੈ ਭਗਤ ਸਿੰਘ ਹੋਰਾਂ ਬਾਰੇ ਹੁੰਦੀ ਹੋਣੀ। ਅਸੀਂ ਪੜ੍ਹਿਆ ਜ਼ਰੂਰ ਆ, ਪੜ੍ਹਿਆ ਉਹੀ ਜਿਹੜਾ ਸਾਨੂੰ ਪੜ੍ਹਾਇਆ ਗਿਆ ਉਹ ਚੀਜ਼ ਅਸੀਂ ਪੜ੍ਹੀ ਹੈ ਨਾ, ਜੋ ਚੀਜ਼ ਸਾਨੂੰ ਦਿਖਾਈ ਗਈ ਉਹ ਚੀਜ਼ ਅਸੀਂ ਦੇਖੀ ਆ। ਪਰ ਅੱਜ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਭਗਤ ਸਿੰਘ ਅਸਲ ਦੇ ਵਿੱਚ ਕੀ ਸੋਚ ਸੀ, ਭਗਤ ਸਿੰਘ ਕਿਸ ਤਰ੍ਹਾਂ ਦਾ ਬਚਪਨ ਰਿਹਾ, ਭਗਤ ਸਿੰਘ ਹੋਰਾਂ ਦਾ ਕਿਸ ਤਰ੍ਹਾਂ ਦੇ ਨਾਲ ਉਹ ਬਚਪਨ ਤੋਂ ਹੀ ਇਸ ਦੇਸ਼ ਭਗਤੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜੁੜੇ। ਇਹ ਦੇਖੋ, ਇੱਕ ਤਾਂ ਕਿ ਘਰ ਵਿੱਚ 1907 ਦਾ ਮਾਹੌਲ ਔਰ ਮੈਂ ਸਮਝਦਾ ਕਿ ਇੱਕ ਵਾਹਿਦ ਮੂਵਮੈਂਟ ਹੈ ਜਿਸ ਅਜੀਤ ਸਿੰਘ ਹੁਣਾਂ ਨੇ, ਸੂਫੀ ਅੰਬਾ ਪ੍ਰਸ਼ਾਦ, ਲਾਲ ਚੰਦ ਫਲਕ, ਉਹ ਲੋਕ ਸਨ ਉਹਦੇ ਅਸਲ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਸਰਵਾਸਰਾ ਉਹ ਸੀਗੇ। ਲਾਲਾ ਲਾਜਪਤ ਰਾਏ ਵੱਡੇ ਲੀਡਰ ਕਰਕੇ ਮਤਲਬ ਉਹਨਾਂ ਦੀ ਨਾਲ ਛਤਰ ਛਾਇਆ ਸੀਗੀ, ਲੇਕਿਨ ਕੋਈ ਡਾਇਰੈਕਟ ਉਹਨਾਂ ਨਾਲ ਸੰਪਰਕ ਨਹੀਂ ਸੀ। ਮੂਵਮੈਂਟ ਇਹ ਰਨ ਕਰ ਰਹੇ ਸੀ। ਉਹ ਜਿਹੜੀ ਮੂਵਮੈਂਟ ਹੈ ਉਸ ਵੇਲੇ ਬਣੀ ਔਰ ਉਹਦੇ 'ਚ ਹੋਇਆ ਕਿ ਤਿੰਨੇ ਭਰਾ ਔਰ ਇਹ ਬੜਾ ਇੰਟਰਸਟਿੰਗ ਹੈ ਕਿ ਉਸ ਪੀਰੀਅਡ ਫੈਮਿਲੀਜ਼ ਇਕੱਠੀਆਂ ਇਨਵੋਲਵਡ ਇਹ ਫੈਮਿਲੀ ਦੀ ਏਕਤਾ ਵੀ ਹੈ। ਅੱਛਾ ਜੀ, ਜੇ ਤੁਸੀਂ ਸਚਿੰਦਰਨਾਥ ਸਾਨਿਆਲ ਦਾ ਦੇਖੋਗੇ ਤਾਂ 4 ਭਰਾ, ਮਾਂ, ਉਹ ਸਾਰੇ ਇਨਵੋਲਵਡ ਨੇ। ਇਹਦੇ ਵਿੱਚ ਵੀ ਪਰਿਵਾਰ ਇਨਵੋਲਵਡ ਹੈ। ਬਿਲਕੁਲ, ਕਿ ਸਵਰਨ ਸਿੰਘ ਉਹਨਾਂ ਨੂੰ ਸਜ਼ਾ ਇਸ ਕਰਕੇ ਹੋ ਜਾਂਦੀ ਹੈ, ਉਹਨਾਂ ਦਾ ਮੁਕੱਦਮਾ ਚੱਲ ਰਿਹਾ ਹੈ ਕਿ ਇਹਨੇ ਇੱਕ ਕਿਤਾਬ ਜਿਹੜੀ ਹੈ ਉਹ ਛਾਪੀ ਹੈ। ਅੱਛਾ ਜੀ, ਜਿਹਦਾ ਮਤਲਬ ਅਨੁਮਾਨ ਸੀ ਕਿ ਬਾਂਦਰ ਬਾਂਟ, ਕਿ ਅੰਗਰੇਜ਼ ਜਿਹੜਾ ਹੈ ਇਹ ਵੰਡ ਕੇ ਤੁਹਾਨੂੰ ਮਤਲਬ ਲੁੱਟੀ ਜਾ ਰਿਹਾ ਔਰ ਉਹ ਕਿਤਾਬ ਅੰਗਰੇਜ਼ ਦੀ ਲਿਖੀ ਹੋਈ ਸੀਗੀ, ਉਹਦਾ ਉਰਦੂ ਟਰਾਂਸਲੇਸ਼ਨ ਸੀ ਔਰ ਉਹ ਲਿਖਦਾ ਉਦੋਂ ਚੀਫ ਜਿਹੜਾ ਸੈਕਟਰੀ ਹੈ ਕਿ ਵੀ ਇਹ ਜ਼ਿਆਦਾ ਖਤਰਨਾਕ ਕੰਮ ਹੈ ਜੀ। ਅਜੀਤ ਸਿੰਘ ਹੁਣੀ ਸਾਡੇ ਕੋਲ ਛੁੱਟ ਤੇ ਗਏ ਜੀ, ਲੇਕਿਨ ਇਹ ਕਿਤਾਬਾਂ ਛਾਪ ਕੇ ਜਿਹੜਾ ਲੋਕਾਂ ਨੂੰ ਪੜ੍ਹਾ ਰਹੇ ਨੇ ਇਹ ਜ਼ਿਆਦਾ ਖਤਰਨਾਕ ਹੈ। ਕਹਿੰਦਾ ਲਾਇਬ੍ਰੇਰੀ 'ਚ ਪਈ ਕਿਤਾਬ ਕੋਈ ਇੱਕ ਪੜ੍ਹੇਗਾ ਔਰ ਉਹ ਕੋਈ ਬਦਲ ਵੀ ਕਰੇ, ਜੋ ਲੋਕਾਂ ਦੇ ਹੱਥ 'ਚ ਨੌਲੇਜ ਜਾਏਗੀ ਤਾਂ ਉਹਨਾਂ ਨੂੰ ਮਤਲਬ ਉਹਨਾਂ 'ਤੇ ਮੁਕੱਦਮਾ ਚੱਲ ਰਿਹਾ ਸੀ। ਬਿਲਕੁਲ, ਉਸ ਵੇਲੇ 1907 ਜਿਹੜਾ ਹੈ ਉਹ ਗਦਰ ਪਾਰਟੀ ਦਾ ਐਕਚੁਅਲੀ ਮੋਢੀ ਹੈ ਜੀ, ਕਿਉਂਕਿ 1857 ਦਾ 50 ਸਾਲਾ ਸੀ। ਬਿਲਕੁਲ, ਔਰ ਉਹਦੇ ਵਿੱਚ ਇਹ ਸੀਗਾ ਕਿ ਵੀ ਕੋਈ ਆਰਮਸ ਦਾ ਵੀ ਕੀਤਾ ਜਾਵੇ। ਤਾਂ ਕਿਸ਼ਨ ਸਿੰਘ ਹੁਣੀ ਤੇ ਸੂਫੀ ਅੰਬਾ ਪ੍ਰਸ਼ਾਦ ਇਹ ਦੋਨੋਂ ਜਣੇ ਨੇਪਾਲ ਗਏ ਹੋਏ ਸੀ ਜੀ, ਕਿ ਨੇਪਾਲ ਦੇ ਰਾਜੇ ਤੋਂ ਮਦਦ ਲਈ ਜਾਵੇ ਜੀ, ਤੇ ਉਹ ਉੱਥੇ ਮਤਲਬ ਫੜੇ ਗਏ ਤੇ ਅਜੀਤ ਸਿੰਘ ਉਹਨਾਂ ਨੂੰ ਮਾਂਡਲੇ ਭੇਜਤਾ ਜੀ। ਹਾਲਾਂਕਿ ਉਦੋਂ ਇਸ ਵੀ ਜਿਹਨੂੰ ਇੱਕ ਵਾਰੀ ਦੇਸ਼ ਨਿਕਾਲਾ ਦੇ ਦਿੱਤਾ ਮੁੜ ਕੇ ਵਾਪਸ ਨਹੀਂ ਆਉਂਦਾ ਜੀ, ਲੇਕਿਨ ਲੋਕਾਂ ਦੀ ਤੇ ਫੌਜਾਂ ਦਾ ਜਿਹੜਾ ਆਪਸ 'ਚ ਮੇਲ ਸੀ ਉਸ ਲਹਿਰ ਨੇ ਮਤਲਬ ਇੰਨਾ ਡਰਾਇਆ ਅੰਗਰੇਜ਼ ਨੂੰ ਜੀ ਕਿ ਪਹਿਲਾਂ ਤਾਂ ਉਹਨਾਂ ਕਿਹਾ ਕਿ 10 ਮਈ ਤੋਂ ਪਹਿਲਾਂ ਫੜ ਲਓ ਜੀ, ਕਿ ਵੀ ਫਿਰ ਉਸ ਤੋਂ ਬਾਅਦ ਇਹ ਸੀ ਵੀ ਮਤਲਬ ਇਹਨਾਂ ਨੂੰ ਛੱਡਣਾ ਪਿਆ ਜੀ। ਔਰ ਉਹ ਪਹਿਲੀ ਵਾਰੀ ਹੈ ਕਿ ਜਦੋਂ ਜਿਹੜਾ ਕਮਾਂਡਰ ਇਨ ਚੀਫ ਸੀਗਾ ਉਹਨੇ ਵਾਇਸਰਾਏ ਨੂੰ ਐਡਵਾਈਸ ਕੀਤਾ ਕਿ ਮੈਂ ਪਰਸਨਲੀ ਫੌਜਾਂ ਵਿੱਚ ਦੇਖਿਆ ਉੱਥੇ ਬੜਾ ਰੋਸ ਹੈ, ਜੇ ਤੁਸੀਂ ਹੁਣ ਇਹ ਕਾਨੂੰਨ ਵਾਪਸ ਨਾ ਕੀਤੇ ਤੇ ਅਸੀਂ ਬਚ ਨਹੀਂ ਸਕਦੇ ਜੀ, ਤਾਂ ਕਰਕੇ ਉਹ ਕਾਨੂੰਨ ਵਾਪਸ ਉਹ ਇਸ ਕਰਕੇ ਇੰਨੀ ਇੰਪੋਰਟੈਂਟ ਲਹਿਰ ਹੈ ਕਿ ਜਿਹਨੇ ਲੋਕਾਂ ਨੇ ਮਤਲਬ ਤੇ ਫੌਜਾਂ ਨਾਲ ਰਲ ਕੇ ਮਤਲਬ ਕਾਨੂੰਨ ਵਾਪਸ ਕਰਵਾਤੇ। ਬਿਲਕੁਲ, ਔਰ ਫਿਰ ਅਜੀਤ ਸਿੰਘ ਉਹਨਾਂ ਨੂੰ ਮਤਲਬ ਉਹਨਾਂ ਨੇ ਕਿਹਾ ਤੁਸੀਂ ਸਪੀਚ ਨਹੀਂ ਦੇਣੀ ਤੇ ਉਹਨਾਂ ਨੇ ਕਿਤਾਬਾਂ ਛਾਪਣੀਆਂ ਸ਼ੁਰੂ ਕਰਤੀਆਂ ਜੀ। ਤਾਂ ਇਹ ਤਿੰਨੇ ਭਰਾ ਜਦੋਂ ਭਗਤ ਸਿੰਘ ਦਾ ਜਨਮ ਹੋ ਰਿਹਾ ਹੈ ਉਹ ਮਤਲਬ ਹੈਗੇ ਨੇ, ਲੇਕਿਨ ਉਹਨਾਂ ਦਿਨਾਂ ਵਿੱਚ ਅਗਲਿਆਂ ਦਿਨਾਂ ਵਿੱਚ ਉਹ ਤਿੰਨੇ ਵਾਪਸ ਘਰ ਆ ਜਾਂਦੇ ਨੇ ਜੀ। ਤਾਂ ਇੱਕ ਜਦੋਂ ਬੱਚੇ ਦੇ ਨਾਂ ਵਿੱਚ ਔਰ ਉਹਦੇ 'ਤੇ ਜਿਹੜੀ ਅਸੀਂ ਆਸ਼ਾ ਬਣਾ ਲੈਂਦੇ ਹਾਂ ਨਾ ਉਹ ਬੰਦੇ ਨੂੰ ਮਤਲਬ ਕਰਦੀ ਹੈ ਜੀ, ਤੁਹਾਡੇ ਤੋਂ ਤੁਹਾਡੇ ਪੇਰੈਂਟਸ ਕੀ ਐਕਸਪੈਕਟ ਕਰਦੇ ਨੇ ਜੀ, ਉਹ ਤੁਹਾਡਾ ਧਰਾਤਲ ਬਣ ਜਾਂਦਾ ਹੈ। ਬਿਲਕੁਲ, ਤਾਂ ਇਸ ਕਰਕੇ ਇੱਕ ਉਹਦੇ ਸੀ ਵੀ ਭਗਤ ਸਿੰਘ ਤੇ ਮਤਲਬ ਬੜਾ ਭਾਗਾਂ ਵਾਲਾ ਹੈ, ਇਹ ਲਿਬਰੇਟਰ ਹੈ ਜੀ। ਤਾਂ ਉਹ ਲੇਕਿਨ ਉਹਦੇ 'ਚ ਦੂਜੀ ਜਿਹੜੀ ਗੱਲ ਹੈ ਕਿ ਮੇਰੇ ਮਦਰ ਦਾ 3 ਸਾਲ ਬਾਅਦ ਜੀ ਜਨਮੇ, 1910 'ਚ ਪੈਦਾ ਹੋਏ ਜੀ, ਔਰ 1910 ਵਿੱਚ ਹੀ ਜਿਹੜੇ ਛੋਟੇ ਚਾਚਾ ਜੀ ਸਵਰਨ ਸਿੰਘ ਸੀ ਉਹ ਸ਼ਹੀਦ ਹੁੰਦੇ ਨੇ, ਕਿਉਂਕਿ ਬਾਅਦ 'ਚੋਂ ਜੇਲ੍ਹ 'ਚ ਰਹੇ, ਜੇਲ੍ਹ 'ਚ
ਬੜੀਆਂ ਯਾਤਨਾਵਾਂ ਦਿੱਤੀਆਂ, ਟਿਊਬਰਕਲੋਸਿਸ ਹੋ ਗਈ ਜੀ। ਤੋ ਮਤਲਬ ਹੁਣ ਮੈਂ ਕਿਹਾ ਉਹ ਦਾਦਾ ਜੀ ਜੀ ਜਿਹੜੇ ਭਗਤ ਸਿੰਘ ਦੇ ਦਾਦਾ ਜੀ ਸਾਡੇ ਪੜਨਾਨਾ ਜੀ ਨੇ, ਮਤਲਬ ਉਹਨਾਂ ਦਾ ਤੁਸੀਂ ਫਿਲਾਸਫੀਕਲ ਮਾਈਂਡ ਦੇਖੋ ਜੀ ਕਿ ਉਦੋਂ ਕੁੜੀਆਂ ਨੂੰ ਬਚਣ ਦਾ ਹੱਕ ਨਹੀਂ ਸੀ, ਬਿਲਕੁਲ। ਔਰ ਖ਼ਾਸ ਤੌਰ ਤੇ ਜ਼ਗੀਰਦਾਰੀ 'ਚ ਮੇਰੇ ਮਦਰ ਨੂੰ ਜ਼ਿੰਦਗੀ ਮਿਲੀ ਜੀ ਮਤਲਬ ਉਹਨਾਂ ਨੇ ਪ੍ਰਚਾਰ, ਕਿਉਂਕਿ ਉਹ ਉਸ ਵੇਲੇ ਵੀ 3-4 ਚੀਜ਼ਾਂ ਤੇ ਉਹਨਾਂ ਦਾ ਬੜਾ ਜ਼ੋਰ ਸੀ। ਇੱਕ ਤੇ ਕਿ ਛੂਆ-ਛਾਤ ਨਹੀਂ ਹੋਣੀ ਚਾਹੀਦੀ ਜੀ, ਮਤਲਬ ਇਹ ਧਾਰਮਿਕ ਬਖਰੇਵੇਂ ਨਹੀਂ ਹੋਣੇ ਚਾਹੀਦੇ ਜੀ, ਔਰ ਤੁਸੀਂ ਆਪਣੀ ਮੁਕਤੀ ਜਿਹੜੀ ਉਹ ਲੋਕਾਂ ਦੀ ਮੁਕਤੀ ਵਿੱਚ ਦੇਖੋ, ਜੀ, ਵਿਅਕਤੀ ਤੋਂ ਸਮਾਜ ਵੱਲ ਨੂੰ। ਜੀ। ਜਿਹੜਾ ਹਿੰਦੂ ਸਮਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਇਹ ਮੁਕਤੀ ਵਿਅਕਤੀ ਦੀ ਮੁਕਤੀ ਦੀ ਗੱਲ ਕਰਦਾ ਹੈ, ਬਿਲਕੁਲ, ਉਹ ਸਮਾਜ ਦੀ ਮੁਕਤੀ ਦੀ ਗੱਲ ਉਹਦੇ 'ਚ ਹੀ ਤੁਹਾਡਾ ਭਲਾ ਹੈ ਬਿਲਕੁਲ। ਕਿ ਤੁਸੀਂ ਇਕੱਲੇ ਦਾ ਤੁਹਾਡਾ ਭਲਾ ਨਹੀਂ ਹੋਣਾ, ਸਮਾਜ ਨਾਲ ਹੋਣਾ। ਤਾਂ ਉਹਦੇ ਵਿੱਚ ਹੀ ਉਹਨਾਂ ਨੇ ਮੇਰੇ ਮਦਰ ਨੂੰ, ਔਰ ਮੈਂ ਜਦੋਂ ਉਹਨਾਂ ਦੇ ਨਾਂ 'ਚ ਦੇਖਦਾ ਤਾਂ ਮੈਨੂੰ ਉਹ ਫਿਲਾਸਫੀ ਝਟਕਦੀ ਹੈ ਜੀ ਕਿ ਤੁਹਾਡਾ ਇੱਕ 23 ਸਾਲ ਦਾ ਮੁੰਡਾ ਜਿਹੜਾ ਉਹ ਸ਼ਹੀਦ ਹੋ ਰਿਹਾ, ਬਿਲਕੁਲ, ਔਰ ਇੱਕ ਕੁੜੀ ਨੂੰ ਤੁਸੀਂ ਵਾਪਸ ਜੀਣ ਦਾ ਹੱਕ ਦੇ ਰਹੇ ਹੋ, ਜੀ, ਨਾਲ ਉਹਨੂੰ ਅਮਰ ਕਹਿ ਰਹੇ ਹੋ ਕਿ ਬਿਲਕੁਲ, ਜ਼ਿੰਦਗੀ ਜਿਹੜੀ ਹੈ ਉਹ ਤੇ ਅਮਰ ਹੈ ਨਾ। ਬਿਲਕੁਲ। ਅੱਛਾ, ਇਹ ਬਚ ਕਿਵੇਂ ਗਈ ਕਿ ਉਹ ਭਗਤ ਸਿੰਘ ਉਹਨਾਂ ਦਾ, ਕਿਉਂਕਿ ਹਰ ਬੋਲ ਕਿਤੇ ਨਾ ਕਿਤੇ ਤੁਹਾਨੂੰ ਹਾਰਟ ਕਰਦਾ, ਕਿਉਂਕਿ ਇੰਨੀ ਛੇਤੀ ਉਹ ਫਰੀਜ਼ ਹੋ ਜਾਂਦਾ ਹੈ, ਬਿਲਕੁਲ, ਕਿਉਂਕਿ ਵੱਡੀ ਉਮਰ 'ਚ ਜਾ ਕੇ ਤੇ ਕਈ ਪੁਰਾਣੀਆਂ ਯਾਦਾਂ ਕੋਈ ਰੱਖੇ ਕੋਈ ਨਾ ਰੱਖੇ, ਬਿਲਕੁਲ ਜੀ, ਲੇਕਿਨ ਉਹ ਫਰੀਜ਼ ਹੋ ਗਿਆ। ਬਿਲਕੁਲ। तो ਮੈਨੂੰ ਇੱਕ ਬਜ਼ੁਰਗ ਔਰਤ ਨੇ, ਮਤਲਬ ਸਾਡੀ ਦਾਦੀ ਪੜਨਾਨੀ ਸੀਗੀ, ਜੀ, ਉਹਨੇ ਹੀ ਕਿਹਾ, ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਲੱਗਦਾ ਤੁਹਾਨੂੰ, ਕਿਉਂਕਿ ਜਿਹੜੀ ਉਹ ਸੀ ਨਾ ਵੀ ਭਗਤ ਸਿੰਘ ਦੇ ਬਾਰੇ 'ਚ ਹਰ ਚੀਜ਼ ਜਾਣੀ ਜਾਵੇ। ਬਿਲਕੁਲ। ਤੇ ਉਹ ਕਹਿੰਦੇ ਵੀ ਜਦੋਂ ਤੇਰੀ ਮਾਂ ਪੈਦਾ ਹੋਈ ਤਾਂ ਮੈਂ ਭਗਤ ਸਿੰਘ ਨੂੰ ਕਿਹਾ, ਹੈ ਭਗਤ ਸਿੰਘ ਤੇਰੀ ਭੈਣ ਆ ਗਈ, ਜਦੋਂ ਹੌਕਾ ਭਰ ਕੇ ਆਪਣੇ ਕਹਿੰਦੇ ਨੇ। ਉਹ ਕਹਿੰਦੇ ਕੀ ਪੈਂਦਾ ਫਰਕ ਪੈਂਦਾ ਮਾਂ ਜੀ, ਮਤਲਬ ਕਿ 4 ਆਨੇ ਹੋਏ ਤੇ ਅੰਦਰ ਵੜ ਕੇ ਵਿਆਹ ਲਾਂਗੇ, ਰੁਪਈਆ ਹੋਇਆ ਤੇ ਕੋਠੇ ਤੇ ਚੜ੍ਹ ਕੇ ਵਿਆਹ ਲਾਂਗੇ। तो ਇਹਦਾ ਮਤਲਬ ਕਿ ਬਾਬਾ ਜੀ ਨੇ ਇਹ ਦਲੀਲ ਕਿ ਕੁੜੀਆਂ ਨੂੰ ਕਿਉਂ, ਇਹ ਭਗਤ ਸਿੰਘ ਹੋਰਾਂ ਦੇ ਬੋਲ ਸੀ, ਇਹ ਭਗਤ ਸਿੰਘ ਉਹਨਾਂ ਦੇ ਬੋਲ ਸੀ, ਉਹ ਬਚ ਗਏ ਜੀ। ਉਹ ਉਸ ਬਜ਼ੁਰਗ ਔਰਤ ਦੇ ਰਾਹੀਂ ਉਹ ਬਚ ਗਏ ਬੋਲ। ਅੱਛਾ, ਦੂਜਾ ਜਿਹੜਾ ਉਹਨਾਂ ਦੇ ਬਾਰੇ 'ਚ ਇੱਕ ਭਰਮ ਹੈ ਕਿ ਜੀ ਉਹ ਬੜਾ ਮਤਲਬ ਬੰਦੂਕਾਂ ਨੂੰ ਪਿਆਰ ਕਰਦੇ ਸੀ ਬਚਪਨ 'ਚ। ਉਹਦੀ ਕਹਾਣੀ ਕੀ ਹੈ? ਹਾਂਜੀ, ਕਿ ਇਸ ਤੋਂ ਬਾਅਦ 1907 ਦਾ ਜਦੋਂ ਨਹੀਂ ਹੋਇਆ ਤੇ ਫਿਰ ਮਹਿਤਾ ਆਨੰਦ ਕਿਸ਼ੋਰ ਇਹਨਾਂ ਦੇ ਇੱਕ ਸਾਥੀ ਸੀਗੇ, ਤੋਂ ਘਰ 'ਚ ਗੱਲ ਹੋ ਰਹੀ ਸੀ ਵੀ ਜੇ ਨੇਪਾਲ ਵਾਲੇ ਹਥਿਆਰ ਦੇ ਦਿੰਦੇ, ਸਾਡੇ ਕੋਲ ਹਥਿਆਰ ਬਹੁਤੇ ਹੁੰਦੇ ਤੇ ਫਿਰ ਇੱਕ ਗੇਮ ਤੇ ਖੇਡ ਲੈਂਦੇ ਨਾ। ਬਿਲਕੁਲ। ਤੇ ਉਹ ਹੁਣ ਭਗਤ ਸਿੰਘ ਸੁਣ ਰਿਹਾ ਜੀ। ਮੈਂ ਕਿਹਾ ਬੱਚਾ ਇੰਪਰੋਵਾਈਜ਼ ਕਰਦਾ ਹੈ। ਬਿਲਕੁਲ। ਬੱਚਾ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਵੀ ਉਹਨੂੰ ਉਹਦੇ ਅੰਦਰ ਕੋਈ ਭਾਵਨਾ ਹੈ, ਲੇਕਿਨ ਤੁਹਾਡੀ ਗੱਲ ਸੁਣ ਕੇ ਉਹ ਆਪਣੀ ਤਰ੍ਹਾਂ ਨਾਲ ਸੋਚਦਾ, ਔਰ ਉਹ ਖੇਤ 'ਚ ਜਾ ਕੇ ਸੋਚਦਾ ਵੀ ਜੇ ਇੱਕ ਗੰਨਾ ਬੀਜਣ ਨਾਲ ਜ਼ਿਆਦਾ ਗੰਨੇ ਹੋ ਸਕਦੇ ਨੇ ਤਾਂ ਫਿਰ ਬੰਦੂਕਾਂ ਬੀਜ ਕੇ ਕਿਉਂ ਨਹੀਂ ਹੋ ਸਕਦਾ? ਬਿਲਕੁਲ। ਉਹ ਇੰਪਰੋਵਾਈਜ਼ੇਸ਼ਨ ਹੈ ਉਹਦੀ, ਉਹਦਾ ਕੋਈ ਬੰਦੂਕ ਲਈ ਪਿਆਰ ਨਹੀਂ ਹੈ, ਪਰ ਘਰ 'ਚ ਗੱਲ ਹੋ ਰਹੀ ਹੈ। ਬਿਲਕੁਲ। ਔਰ ਉਹ ਗੱਲ ਕਿਉਂਕਿ ਮਤਲਬ ਮਹਿਤਾ ਆਨੰਦ ਕਿਸ਼ੋਰ ਹੁਣਾਂ ਨੇ ਪਬਲਿਕਲੀ ਕਰਤੀ, ਉਹ ਪਬਲਿਕ ਡੋਮੇਨ 'ਚ ਆ ਗਈ। ਪਰ ਉਹ ਜਿਹੜਾ এনवायरमेंट ਹੈ ਜੀ ਕਿ ਉਹਦੇ ਵਿੱਚ ਸਾਜੀਤ ਸਿੰਘ ਹੁਣਾਂ ਦੀ ਸਕਸੈਸਫੁਲ ਮੂਵਮੈਂਟ, ਉਹਨਾਂ ਦਾ ਵਿਦੇਸ਼ ਜਾਣਾ, ਔਰ ਫਿਰ ਜਿਹੜਾ ਹੈ ਕਿ ਘਰ ਵਿੱਚ ਇੱਕ ਬਹੁਤ ਇੰਟਰਸਟਿੰਗ ਮਾਹੌਲ ਸੀ, ਕਿਉਂਕਿ ਮਤਲਬ ਗੁਰੂ ਗੋਬਿੰਦ ਸਿੰਘ ਨਾਲ ਉਹਨਾਂ ਦੇ ਬਜ਼ੁਰਗਾਂ ਦਾ ਉਦੋਂ ਹੋਇਆ ਜਦੋਂ ਖਟਕੜ ਕਲਾਂ ਝੰਡਾ ਜੀ ਗੁਰਦੁਆਰਾ ਬਣਵਾਇਆ ਜੀ, ਮਹੰਤਾਂ ਨੂੰ ਮਾਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਰੀਆਰਗੇਨਾਈਜ਼ ਕੀਤਾ। ਬਿਲਕੁਲ। ਸੋ ਇਸ ਕਰਕੇ ਉਹ ਚੈਨਲ ਵੀ ਸੀਗੀ ਜੀ, ਲੇਕਿਨ ਉਹਦੇ 'ਚੋਂ ਜਿਹੜੀ ਬਹੁਤ ਪ੍ਰੋਗਰੈਸਿਵ ਚੈਨਲ ਨਿਕਲੀ ਉਹ ਨਾਮਧਾਰੀ ਮੂਵਮੈਂਟ ਸੀ ਜੀ। ਔਰ ਇਹ ਦੋਨੋਂ ਦਾਦਾ ਜੀ ਜਿਹੜੇ ਨੇ, ਪੜਦਾਦਾ ਜੀ ਪੜਨਾਨਾ ਜੀ ਸਾਡੇ ਭਗਤ ਸਿੰਘ ਉਹਨਾਂ ਦੇ ਪੜਦਾਦਾ ਜੀ, ਉਹ ਦੋਨੋਂ ਨਾਮਧਾਰੀ ਸੀਗੇ ਜੀ। ਉਹਨਾਂ ਨੇ ਸਿੱਖੀ ਦਾ ਉਹ ਰੂਪ ਅਪਣਾਇਆ ਜਿਹਦੇ ਵਿੱਚ ਹੈ ਕਿ ਵੀ ਤੁਸੀਂ ਆਪਣੇ ਆਪ ਨੂੰ ਬਿਲਕੁਲ ਸਾਵੇਂ ਰੱਖ ਕੇ ਜੀ, ਮਤਲਬ ਜਿੱਦਾਂ ਉਹਨਾਂ ਦਾ ਬੜਾ ਸਿੰਪਲ ਔਰਤ ਲੜਕੀ ਦੀ ਇੱਜ਼ਤ ਕਰਨਾ, ਇਹ ਉਹਦੇ ਵਿੱਚ ਹੈ ਜੀ। ਕਿ ਉਹ ਪਹਿਲੀ ਵਾਰੀ ਲੜਕੀ ਨੂੰ ਉਹਨਾਂ ਨੇ ਮਤਲਬ ਜਿਹੜਾ ਗੁਰੂ ਅੰਗਦ ਦੇਵ ਜੀ ਵਾਲਾ ਚਲਨ ਸੀ, ਉਹਨਾਂ ਨੇ ਇੱਕ ਪ੍ਰਚਾਰ ਕਰਨ ਵਾਸਤੇ ਸੂਬਾ ਵੀ ਲਾਇਆ ਜੀ, ਇਹ ਨਾਮਧਾਰੀ ਮੂਵਮੈਂਟ ਦੀ ਹੈ ਜੀ। ਤਾਂ ਉਹ ਜਿਹੜੀ ਮਤਲਬ ਚਲਨ ਸੀ ਉਹ ਉੱਥੇ ਸੀਗੀ, ਮਤਲਬ ਜਿੱਥੇ ਆਣ ਕੇ ਉਹਨਾਂ ਦਾ ਟਕਰਾਅ ਹੋਇਆ ਉਹ ਸਿੰਘ ਸਭਾ ਨਾਲ ਹੋਇਆ ਜੀ, ਕਿਉਂਕਿ ਸਿੰਘ ਸਭਾ ਜੀ ਦੇ ਜਦੋਂ ਨਾਮਧਾਰੀ ਮੂਵਮੈਂਟ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਬੁਲਾ ਕੇ ਆ ਕੇ ਵੀ ਸਿੱਖੀ ਤੋਂ ਤੁਹਾਡੀ ਉਹ ਲੈ ਗਏ, ਜਿਨ੍ਹਾਂ ਨੇ 1.5 ਲੱਖ ਬੰਦਾ ਤੇ ਮਰਨ ਮਰਾਉਣ ਵਾਲਾ ਤਿਆਰ ਕਰਤਾ, ਤੇ ਜਗੀਰਦਾਰਾਂ ਨੂੰ ਕਿਹਾ ਕਿ ਸਿੱਖੀ ਸੰਭੋ, ਤੇ ਫਿਰ ਸਿੰਘ ਸਭਾ ਬਣੀ ਜੀ। ਇਸ ਕਰਕੇ ਸਾਡੇ ਪੜਨਾਨਾ ਜੀ ਦਾ ਸਿੰਘ ਸਭਾ ਨਾਲ, ਔਰ ਉਹਦੇ 'ਚ ਵੀ ਇਸੇ ਕਰਕੇ ਮਤਲਬ ਬੇਬੇ ਜੀ ਦਾ ਨਾਮ ਹੈ ਕਿ ਕਈ ਵਾਰੀ ਇਹ ਹੁਣ ਕਿ ਵਿਦਿਆਵਤੀ ਕਿਉਂ ਸੀਗੀ ਜੀ। ਬਿਲਕੁਲ। ਮਤਲਬ ਵਿਦਿਆਵਤੀ ਇਸ ਕਰਕੇ ਸੀ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਕੁੜੀ ਹੈ ਉਹਦਾ ਤੇ ਵਿਦਿਆ ਦਾ ਜਿਹੜਾ ਸੰਬੰਧ ਹੈ ਉਹ ਮੇਰੀ ਨੂੰਹ 'ਚ ਰਿਫਲੈਕਟ ਹੋਣਾ ਚਾਹੀਦਾ। ਓਕੇ। ਔਰ ਉਹਨਾਂ ਤੇ ਸ਼ਰਤ ਸੀਗੀ ਕਿ ਵਿਆਹ ਤੋਂ ਪਹਿਲਾਂ ਤੁਸੀਂ ਹਿੰਦੀ ਤੇ ਪੰਜਾਬੀ ਪੜ੍ਹੋਗੇ ਤਾਂ ਵਿਆਹ ਹੋਣਾ। ਅੱਛਾ ਜੀ। ਤੋ ਇਸੇ ਕਰਕੇ ਬੇਬੇ ਜੀ ਨੇ ਕਹਿਣਾ ਕਿ
ਉਹ ਫਿਰ ਅਸੀਂ ਵੀ ਨਹੀਂ ਤੁਹਾਨੂੰ ਉੱਥੇ ਹੋਸਟਲ ਪਾ ਦਿੰਦੇ ਆ। ਉਹ ਕਹਿੰਦੇ ਮੈਂ ਪਿੰਡੂ ਕੁੜੀ, ਮੈਨੂੰ ਡਰ ਲੱਗੇ। ਤੇ ਫਿਰ ਮਤਲਬ ਉਹਨਾਂ ਨੇ ਉੱਥੇ ਪਿੰਡ 'ਚ ਹੀ ਇੱਕ ਪੰਡਤ ਤੇ ਇੱਕ ਭਾਈ ਜਿਹੜੇ ਨੇ ਉਹ ਹਿੰਦੀ ਤੇ ਪੰਜਾਬੀ ਸਿਖਾਈ ਉਹਨਾਂ ਨੂੰ ਜੀ। ਤਾਂ ਇਹ ਜਿਹੜਾ ਕੁੜੀ ਦਾ ਔਰ ਸਮਾਜ ਦਾ ਅਗਲਾ ਪੱਖ ਜਿਹੜਾ ਜੀ, ਔਰ ਉਹ ਖਾਸ ਤੌਰ ਤੇ ਜਦੋਂ ਤੁਸੀਂ ਔਰਤ ਨੂੰ ਪ੍ਰੋਪਰ ਜਗ੍ਹਾ ਦਿੰਦੇ ਹੋ, ਉਹ ਵੀ ਉਹ ਉੱਪਰ ਉੱਠਣ ਵਾਲਾ ਸਮਾਜ ਉਦੋਂ ਉੱਠਦਾ ਉੱਪਰ। ਤਾਂ ਇਹ ਜਿਹੜਾ ਹੈ ਮਤਲਬ ਮੇਰੇ ਮਦਰ ਨਾਲ ਕਿ ਉਹਨਾਂ ਦਾ ਬਚਣਾ ਹੀ ਜੀ, ਔਰ ਉਹਨਾਂ ਤੇ ਇਹ ਆਸ਼ਾ ਬਿਲਕੁਲ। ਔਰ ਭਗਤ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਕਿਉਂਕਿ 3 ਸਾਲ ਦਾ ਹੁਣ ਜਿੱਦਾਂ ਉਹਨਾਂ ਤੋਂ ਵੱਡੇ ਬ੍ਰਦਰ ਜਗਤ ਸਿੰਘ ਨੇ, ਉਹਦੀ ਕੋਈ ਸੋਚ ਨਹੀਂ ਬਚੀ ਜੀ। ਬਹੁਤ ਘੱਟ ਘਰ ਵਿੱਚ ਕਿਤੇ ਚਰਚਾ ਨਹੀਂ ਸੀ ਹੁੰਦੀ ਬਿਲਕੁਲ। ਭਗਤ ਸਿੰਘ ਇੰਨੇ ਮੁੜ ਕੇ ਮਤਲਬ ਹੋ ਗਏ ਮੇਰੇ ਮਦਰ ਦਾ ਸੀ। ਪਰ ਫਿਰ ਜਿਹੜਾ ਤੁਸੀਂ ਕਿਹਾ ਕਿ ਬਚਪਨ 'ਚ ਭਗਤ ਸਿੰਘ ਦਾ ਇੱਕ ਹੋਰ ਜਿਹੜਾ ਪੱਖ, ਮੇਰੇ ਮਦਰ ਨੇ ਜਿਹੜਾ ਉਹਨਾਂ ਦੇ ਆਪਣਾ ਤਜਰਬਾ ਸੀ, ਉਹਨਾਂ ਦੇ 2 ਨਿਸ਼ਾਨ ਸੀਗੇ ਜ਼ਖਮਾਂ ਦੇ, ਇੱਕ ਛਾਤੀ ਤੇ ਸੀ, ਇੱਕ ਉਹਨਾਂ ਦੀ ਲੱਤ 'ਚ ਸੀ। ਤੇ ਮੈਂ ਪੁੱਛਿਆ ਬੀਬੀ ਜੀ ਇਹ ਕੀ? ਕਹਿੰਦੇ ਮੈਂ ਭਗਤ ਸਿੰਘ ਪੜ੍ਹ ਰਹੇ ਸੀਗੇ, ਲਾਲਟਨ ਉਦੋਂ ਹੁੰਦੀ ਸੀ ਆਪਣੇ, ਤੇ ਲਾਲਟਨ ਨੂੰ ਪੜ੍ਹ ਰਹੇ ਸੀ ਤੇ ਮੈਂ ਐਵੇਂ ਕ੍ਰਾਸ ਸਟਿਚ ਕਿ ਵੀਰ ਕੀ ਪੜ੍ਹ ਰਿਹਾ, ਤੇ ਮੈਂ ਉੱਪਰ ਦੀ ਝਾਕ ਰਹੀ ਸੀਗੀ ਤੇ ਉਹਨਾਂ ਨੇ ਉਹ ਲਾਲਟਨ ਮੇਰੇ ਲਗਾਤੀ ਛਾਤੀ ਤੇ ਲਾਤੀ ਬੀਬੀ ਦੇ। ਉਹ ਜਲਨ ਹੋਈ। ਕਹਿੰਦੇ ਮੈਂ ਰੌਲਾ ਪਾਉਣ ਲੱਗਾ, ਕਹਿੰਦੇ ਨਹੀਂ ਮੈਂ ਇਹ ਦੇਖ ਰਿਹਾ ਸੀ ਕਿ ਮੈਂ ਸੁਣਿਆ ਕਿ ਬਹੁਤ ਟੌਰਚਰ ਕੀਤਾ ਜਾਂਦਾ, ਤੂੰ ਕਿੰਨਾ ਕੁ ਸਹਿ ਸਕਦੀ? ਕਿਉਂਕਿ ਉਹ ਗੱਲਾਂ ਜਿਹੜੀਆਂ ਮਤਲਬ ਸਾਰੀਆਂ ਮਤਲਬ ਵੀ ਪੁਲਿਸ ਕਿਵੇਂ ਤੰਗ ਕਰਦੀ ਹੈ, ਉਹ ਵੀ ਸਾਰੀਆਂ ਉਹ ਇੰਪਰੋਵਾਈਜ਼ ਕਰ ਰਹੇ ਹੈ ਜੀ। ਫਿਰ ਦੂਜੀ ਵਾਰੀ ਹੋਇਆ ਕਿ ਵੀ ਇੱਦਾਂ ਹੀ ਕਹਿੰਦੇ ਉਹ ਮੈਂ ਬੈਠੀ ਸੀ, ਮੈਂ ਥੋੜ੍ਹਾ ਜ਼ਿਆਦਾ ਕਰੋਸਟੀ ਸੀ ਤੇ ਉਹਨਾਂ ਨੇ ਉਹ ਜਿਹੜਾ ਨਿੱਬ ਵਾਲਾ ਡੰਗ ਹੁੰਦਾ ਸੀ ਪਹਿਲਾਂ ਹੋਲਡਰ, ਉਹ ਨਿੱਬ ਮੇਰੇ ਪੈਰ 'ਚ ਮਤਲਬ ਲੱਤ 'ਚ ਬੋਤੀ, ਔਰ ਫਿਰ ਕਿਹਾ ਮੈਂ ਟੈਸਟ ਕਰ ਰਿਹਾ ਸੀ ਤੂੰ ਕਿੰਨਾ ਸਹਿ ਸਕਦਾ। ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਜਿਹੜੀ ਮੈਂ ਸਮਝਦਾ ਕਿ ਵੀ ਉਹਨਾਂ ਦਾ ਜਿਹੜਾ ਬਣਨਾ ਹੈ ਜੀ, ਉਹਦੇ 'ਚ ਉਹਨਾਂ ਨੇ ਆਪ ਵੀ ਲਿਖਿਆ ਕਿ ਜਿੰਨਾ ਮੈਨੂੰ ਦੇਸ਼ ਭਗਤੀ ਵੱਲ ਮੇਰੇ ਪਿਤਾ ਜੀ ਨੇ ਲਾਇਆ ਜੀ, ਇਹ ਸਾਰਾ ਸੇਵਕ ਉਹਨਾਂ ਤੋਂ ਮਿਲਿਆ ਜੀ। ਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਨਾਨਾ ਜੀ ਹੁਣੀ ਤਿਆਰ ਕਰਨ ਵਿੱਚ ਇੱਕ ਖਾਸ ਉਹਨਾਂ ਦਾ ਹੁਣ ਇਹ ਦੋਨੋਂ ਮਤਲਬ ਬੱਚੇ ਛੋਟੇ ਸੀਗੇ ਜੀ, ਦੂਜੇ ਕਿਉਂਕਿ ਮਾਮਾ ਜੀ ਕੁਲਵੀਰ ਸਿੰਘ ਦਾ ਤੇ 5 ਸਾਲ ਬਾਅਦ ਜਾ ਕੇ ਜਨਮ ਹੋਇਆ। ਤਾਂ ਇਹਨਾਂ ਦੋਵਾਂ ਨੂੰ ਬਚਪਨ ਵਿੱਚ ਹੀ ਕਿ ਬੱਚੇ ਦਾ ਜਿਹੜਾ ਡਰ ਹੈ ਉਹ ਹਨੇਰੇ ਦਾ ਡਰ ਹੁੰਦਾ ਜੀ। ਤਾਂ ਹਨੇਰੇ ਦਾ ਡਰ ਕਿਵੇਂ ਦੂਰ ਕੀਤਾ ਜਾਵੇ, ਉਹ ਨਾਨਾ ਜੀ ਹੁਣੀ ਇਹਨਾਂ ਦੋਨੋਂ ਮੁੰਡੇ ਕੁੜੀ ਨੂੰ ਮਤਲਬ ਉਹਦੇ ਤਿਆਰ ਕਰਦੇ ਸੀ। ਉਹਦਾ ਤਰੀਕਾ ਇਹ ਸੀ ਕਿ ਇੱਕ ਸ਼ਹਿਨਸ਼ਾਹੀ ਕੁਟੀਆ ਜਗ੍ਹਾ ਸੀ, ਉਹ ਇਕੱਲੀ ਸੀਗੀ, ਉਹ ਰੱਖੀ ਇਸ ਕਰਕੇ ਵੀ ਸੀ ਕਿ ਵੀ ਉੱਥੇ ਸੀਕਰਟ ਆਉਣ ਜਾਣ 'ਚ ਕੋਈ ਨਾ ਹੋਵੇ। ਅਤੇ ਉਹਦੇ ਰਾਤ ਨੂੰ ਹਨੇਰੇ ਵਿੱਚ ਉਹਨਾਂ ਨੇ ਮਤਲਬ ਭਗਤ ਸਿੰਘ ਉਹਨਾਂ ਨੂੰ ਤਾਂ ਇੱਧਰਲੇ ਕਿਨਾਰੇ ਭੇਜ ਦੇਣਾ ਅਤੇ ਬੀਬੀ ਨੂੰ ਦੂਜੇ ਕਿਨਾਰੇ ਭੇਜ ਦੇਣਾ। ਔਰ ਉਹਨੇ ਕਹਿਣਾ ਕਿ ਤੁਸੀਂ ਦੋਵਾਂ ਨੇ ਮਤਲਬ ਉਲਟੇ ਬੰਨੇ ਨੂੰ ਚੱਲਣਾ, ਇੱਕ ਦੂਜੇ ਨੂੰ ਮਿਲਣਾ ਨਹੀਂ। ਤੁਸੀਂ ਜਦੋਂ ਉਹ ਦੂਜੇ ਕਿਨਾਰੇ 'ਤੇ ਆਓਗੇ ਉੱਥੋਂ ਆਵਾਜ਼ ਦੇਣੀ ਹੈ, ਠੀਕ ਹੈ ਜੀ, ਅਤੇ ਮੈਂ ਤੁਹਾਡੀ ਆਵਾਜ਼ ਤੋਂ ਪਛਾਣ ਲਊ ਕਿ ਤੁਸੀਂ ਡਰੇ ਹੋਏ ਹੋ ਕਿ ਨਹੀਂ ਡਰੇ ਹੋਏ ਜੀ। ਤਾਂ ਉਹ ਹਨੇਰੇ ਤੋਂ ਉਹ ਜਿਹੜਾ ਇਹ ਛੋਟੀਆਂ ਟ੍ਰੇਨਿੰਗਸ ਨੇ, ਇਹ ਉਹਨਾਂ ਦਾ ਮਾਈਂਡ ਪ੍ਰੀਪੇਅਰ ਕਰਨ ਦਾ ਬਿਲਕੁਲ। ਜਿੱਦਾਂ ਭਗਤ ਸਿੰਘ ਉਹਨਾਂ ਨੂੰ ਕਿਉਂਕਿ ਜਿੱਥੇ ਉਹਨਾਂ ਨੇ ਬਾਹਰ ਖਾਸਰੀਆਂ ਜਗ੍ਹਾ ਸੀਗੀ ਉਹ ਰਾਵੀ ਦੇ ਕੰਢੇ 'ਤੇ ਸੀ ਜੀ, ਅਤੇ ਹੜ੍ਹ ਆਉਂਦਾ ਸੀ ਜੀ। ਹੁਣ ਹੜ੍ਹ ਵਿੱਚ ਤੁਸੀਂ ਕਿਵੇਂ ਜਾਓ, ਅਤੇ ਉਹਦੇ 'ਚ ਹੁੰਦਾ ਕਿ ਤੁਸੀਂ ਬਾਂਸਾਂ ਦੇ ਉੱਤੇ ਚੱਲਦੇ ਦੇਖੇ ਉਹਨਾਂ ਨੇ ਬਾਜ਼ੀਗਰ, ਉਹ ਐਕਚੁਅਲੀ ਮਤਲਬ ਉਹ ਇੱਕ ਤਰੀਕਾ ਸੀ ਜੀ ਕਿ ਤੁਸੀਂ ਬਾਂਸ ਉੱਤੇ ਜਾ ਕੇ ਤੁਸੀਂ ਪਾਣੀ ਵਿੱਚ ਦੀ ਮਤਲਬ ਲੰਘ ਸਕਦੇ ਹੋ। ਅਤੇ ਭਗਤ ਸਿੰਘ ਉਹਨਾਂ ਨੂੰ ਉਹ ਟ੍ਰੇਨਿੰਗ ਵੀ ਦਿੱਤੀ ਹੋਈ, ਉਹ ਚੜ੍ਹ ਸਕਦੇ ਸੀ ਜੀ ਮਤਲਬ। ਤਾਂ ਉਹ ਜਿਹੜੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਜ਼ਿੰਦਗੀ ਵਿੱਚ ਤੁਹਾਨੂੰ ਹੁੰਦੀਆਂ ਨੇ, ਉਹਨਾਂ ਲਈ ਵੀ ਤਿਆਰ ਕੀਤਾ ਗਿਆ ਜੀ। ਇਹ ਮਤਲਬ ਮੈਂ ਸਮਝਦਾ ਸਾਨੂੰ ਸਿੱਖਣ ਵਾਲਾ ਬਿਲਕੁਲ ਕਿ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਡਰ ਪੈਦਾ ਨਾ ਕਰੀਏ ਜੀ, ਸਗੋਂ ਉਹਨਾਂ ਦਾ ਡਰ ਦੂਰ ਕਰੀਏ। ਔਰ ਉਹ ਕਿਵੇਂ ਕਰਨਾ ਹੈਗਾ, ਮਤਲਬ ਉਹ ਬੀਬੀ ਜੀ ਦਾ ਬਾਅਦ ਵਿੱਚ ਵੀ ਉਹਨਾਂ ਦਾ ਸੀ, ਉਹ ਕਹਿੰਦੇ ਮੈਂ ਜਦੋਂ ਸਹੁਰੀ ਗਈ ਅਤੇ ਉੱਥੇ ਕਿਤੇ ਸੀਗੇ ਕਿ ਜੀ ਫਲਾਣੇ ਕਬਰਾਂ 'ਚ ਨਾ ਮਤਲਬ ਭੂਤ ਹੁੰਦੇ ਨੇ, ਅਤੇ ਮੈਂ ਕਹਿੰਦੇ ਆਪਣੀ ਨਨਾਣ ਨੂੰ ਉਹਨਾਂ ਨਾਲ ਬੜਾ ਬਣਦੀ ਸੀ ਸਾਡੇ ਭੂਆ ਜੀ ਉਹਨਾਂ ਨਾਲ, ਕਹਿੰਦੇ ਮੈਂ ਉਹ ਸਾਰਾ ਅਤਰ ਲਾ ਕੇ ਗਈ ਵੀ ਦੇਖਾਂ। ਤਾਂ ਉਹ ਜਿਹੜੀ ਤੁਹਾਡੀ ਚੈਲੰਜ ਨੂੰ ਐਕਸੈਪਟ ਕਰਨ ਦੀ ਜੀ, ਔਰ ਚੀਜ਼ਾਂ ਨੂੰ ਭਰਮਾਂ ਨੂੰ ਦੂਰ ਕਰਨ ਦੀ ਹੈ, ਉਹਨੇ ਇੱਕ ਮਾਹੌਲ ਦਿੱਤਾ ਜੀ। ਤੀਸਰਾ ਜਿਹੜਾ ਜਦੋਂ ਮੈਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੋਂ ਮਤਲਬ ਇੱਕ ਬਹੁਤ ਉੱਚਮ ਜਿਹੜਾ ਵਿਚਾਰ ਹੈ ਸਿੱਖੀ ਦੇ ਵਿੱਚ ਇੱਕ ਇਨਸਾਨ ਬਣਨ ਦਾ ਜੀ, ਉਹ ਉੱਥੋਂ ਆਇਆ ਜੀ। ਨਾਮਧਾਰੀ ਮੂਵਮੈਂਟ ਨੇ ਉਹਦੇ 'ਚ ਹੋਰ ਕੰਟਰੀਬਿਊਟ ਕੀਤਾ ਜੀ। ਸਾਡੇ ਨਾਨੀ ਜੀ ਮਤਲਬ ਜਿਹੜਾ ਸਾਜੀਤ ਸਿੰਘ ਉਹਨਾਂ ਦੇ ਮਿਸਿਸ ਸੀ, ਉਹ ਕਸੂਰ ਤੋਂ ਸੀਗੇ। ਅੱਛਾ ਜੀ। ਉਹਨਾਂ ਨੂੰ ਜਿਹੜੇ ਪਾਲਣ ਵਾਲੇ ਬਾਬਾ ਧਨਪਤ ਰਾਏ ਸੀ, ਉਹਨਾਂ ਦਾ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਦੇ ਬਿਲਕੁਲ ਸਾਹਮਣੇ ਬਾਗ ਸੀਗਾ ਜੀ, ਉਹ ਹੁਣ ਵੀ ਹੈਗਾ। ਮੈਨੂੰ ਕੋਈ ਤੋਂ ਮੇਰੇ ਦੋਸਤ ਆਏ ਸੀ ਕਸੂਰ ਤੋਂ, ਉਹਨਾਂ ਨੇ ਰੀਕਨਫਰਮ ਕੀਤਾ। ਅਤੇ ਅਜੀਤ ਸਿੰਘ ਉਹਨਾਂ ਦੀ ਮਤਲਬ ਉਸ ਵੇਲੇ ਦੀ ਤੁਸੀਂ ਲਵ ਮੈਰਿਜ ਸਮਝ ਲਓ,
ਕਿ ਉਹ ਕਹਿੰਦੇ ਮੈਂ ਤੇ ਮਾਂ ਜੀ ਨੇ ਮੈਨੂੰ ਸੁਣਾਈ ਕਿ ਵੀ ਮੈਂ ਤੇ ਬਾਬਾ ਜੀ ਨੂੰ ਇਹ ਪੁੱਛਣ ਗਈ ਸੀ। ਉਹ ਬਾਬਾ ਜੀ ਕਹਿੰਦੇ ਸੀ ਧਨਪਤ ਰਾਏ ਉਹਨਾਂ ਨੂੰ ਕਿ ਵੀ ਅਸੀਂ ਉੱਥੇ ਉਰਸ ਚੱਲ ਰਿਹਾ ਜੀ ਤੇ ਅਸੀਂ ਕਾਫੀਆਂ ਸੁਣਾਈਏ ਜੀ। ਤੇ ਉਹਨਾਂ ਨੇ ਮਤਲਬ ਸਾਜੀਤ ਸਿੰਘ ਨੂੰ ਕਿਹਾ ਵੀ ਦੇਖ, ਜੇ ਤੇ ਸਾਰੀ ਜ਼ਿੰਦਗੀ ਲੜਨਾ ਹੈ ਜੀ ਤੇ ਤੈਨੂੰ ਸਾਥਣ ਚਾਹੀਦਾ ਹੈ ਜੀ, ਇਹਦੇ ਨਾਲ ਵਧੀਆ ਸਾਥੀ ਨਹੀਂ ਹੋਵੇ। ਪਰ ਉਦੋਂ ਮੇਰੇ ਕਹਿੰਦੇ ਵਾਲ ਵੀ ਚੜੇ ਹੋਏ ਸੀ। ਅੱਛਾ ਜੀ। ਕਿਉਂਕਿ ਉਹ ਮਤਲਬ ਉਹ ਸਾਰਾ ਮਤਲਬ ਅਕਾਲ ਦਾ ਪੀਰੀਅਡ ਸੀਗਾ ਜੀ। ਪਰ ਉਹ ਸਭ ਅਜੀਤ ਸਿੰਘ ਮੰਨ ਲਿਆ ਉਹਨਾਂ ਨੇ। ਓਕੇ। ਉਹ ਪੂਰਾ ਸੂਫੀਵਾਦ ਘਰ ਚ ਲੈ ਕੇ ਆਏ। ਠੀਕ ਹੈ ਜੀ। ਜਿਹੜੀ ਸੂਫੀ ਅਪਰੋਚ ਹੈ, ਕਿਉਂਕਿ ਉਹਨਾਂ ਦਾ ਵਿਆਹ ਵੀ ਸੂਫੀ ਤਰੀਕੇ ਨਾਲ ਹੋਇਆ ਸੀ। ਅੱਛਾ ਜੀ। ਸਾਜੀਤ ਸਿੰਘ ਉਹਨਾਂ ਦਾ ਤੇ ਮਾਂ ਜੀ ਹਰਨਾਮ ਕੌਰ ਉਹਨਾਂ ਦਾ ਵਿਆਹ, ਔਰ ਉਹ ਆਇਤਾਂ ਜਿਹੜੀਆਂ ਨੇ ਉਹ ਸੂਫੀ ਆਇਤਾਂ ਨੇ ਕਿ ਵੀ ਤੁਸੀਂ ਦੋ ਇਕੱਠੇ ਹੋ ਕੇ ਹੀ ਜ਼ਿੰਦਗੀ ਜਿਹੜੀ ਹੈ ਅੱਗੇ ਵੱਧਦੀ ਹੈ, ਮਤਲਬ ਇਕੱਲਿਆਂ ਨਹੀਂ ਵੱਧਦੀ। ਤਾਂ ਉਹ ਮਤਲਬ ਉਹ ਇੱਕ ਉਹ ਕਲਚਰ ਲੈ ਕੇ ਆਏ ਜੀ। ਆਰੀਆ ਸਮਾਜ ਵਾਲਾ ਕਲਚਰ, ਕਿਉਂਕਿ ਤੁਸੀਂ ਸਿੰਘ ਸਭਾ ਨਾਲ ਨਹੀਂ ਸੀ ਜਾਣਾ ਜੀ, ਤੇ ਤੁਸੀਂ ਉਹਦੇ ਚੋਂ ਵੀ ਚੰਗੇ ਗੁਣ ਜੀ ਕਿ ਛੂਆਛਾਤ ਨਹੀਂ ਹੋਣੀ ਚਾਹੀਦੀ ਜੀ, ਤੁਹਾਡੀ ਮੁਕਤੀ ਜਿਹੜੀ ਆ ਸਮਾਜ ਦੇ ਵਿੱਚ ਨਾਲ ਜੁੜੀ ਹੋਈ ਹੈ, ਵਿਅਕਤੀ ਦੀ ਮੁਕਤੀ ਤੋਂ ਬਾਹਰ ਨਿਕਲੋ, ਔਰ ਕੁੜੀਆਂ ਨੂੰ ਪੜ੍ਹਾਉਣ ਦਾ ਮਤਲਬ ਇਹ ਸਾਰੇ ਵੀ ਮਤਲਬ ਬਾਬਾ ਅਰਜਨ ਸਿੰਘ ਉਹਨਾਂ ਨੇ। ਤਾਂ ਮੈਂ ਸਮਝਦਾ ਕਿ ਉਹ ਜਿਹੜਾ ਸਮੂਹ ਹੈ ਜਿਹਨੂੰ ਆਪਾਂ ਬੈਸਟ ਆਫ ਦਾ ਪੰਜਾਬ ਕਲਚਰ ਕਹਿ ਲਈਏ ਜੀ, ਉਹਦੇ ਵਿੱਚ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਜੀ। ਤਾਂ ਜਿਹਨੇ ਉਹਨਾਂ ਨੂੰ ਵਿਸ਼ਾਲਤਾ ਵੀ ਦਿੱਤੀ ਜੀ, ਸੋਚਣ ਵਿੱਚ ਤੁਹਾਡੀਆਂ ਜਿਹੜੀਆਂ ਅਸੀਂ ਤੰਗੀ ਦਲੀਆਂ ਹੁੰਦੀਆਂ ਨੇ ਉਹਨਾਂ ਤੋਂ ਉਹ ਬਾਹਰ ਨਿਕਲ ਸਕੇ। ਅੱਛਾ, ਇੱਕ ਚੀਜ਼ ਹੋਰ ਮੈਨੂੰ ਦੱਸਿਓ ਕਿ ਬੀਬੀ ਜੀ ਹੋਰਾਂ ਨੇ ਕੋਈ ਉਹ ਵੀ ਗੱਲਬਾਤ ਸਾਂਝੀ ਕੀਤੀ ਹੋਣੀ ਆ ਤੁਹਾਡੇ ਨਾਲ ਸ਼ਾਇਦ, ਕਿ ਜਦੋਂ ਭਗਤ ਸਿੰਘ ਹੋਰੀ ਜੇਲ੍ਹ ਦੇ ਵਿੱਚ ਹੁੰਦੇ ਸੀ ਉਦੋਂ ਕੋਈ ਮੁਲਾਕਾਤ ਬੀਬੀ ਜੀ ਹੋਰਾਂ ਦੀ ਹੋਈ ਹੋਣੀ, ਉਹਦੀ ਕੋਈ ਗੱਲਬਾਤ? ਬਿਲਕੁਲ, ਉਹ ਵੀ ਉਹਦੇ ਤੋਂ ਪਹਿਲਾਂ ਮਤਲਬ ਇੱਕ ਸਵਾਲ, ਕਿਉਂਕਿ ਆਪਾਂ ਮਤਲਬ ਥੋੜ੍ਹਾ ਜਿਹਾ ਟਾਈਮ ਹੈ ਤੇ ਜੀ, ਕਿ ਮੇਰੇ ਮਨ 'ਚ ਆਇਆ ਕਿ 12 ਸਾਲ ਦਾ ਭਗਤ ਸਿੰਘ ਜਲ੍ਹਿਆਂਵਾਲੇ ਬਾਗ ਕਿਉਂ ਗਿਆ? ਬਿਲਕੁਲ, ਮਤਲਬ ਕਿਹੜੀ ਚੀਜ਼ ਸੀ ਉਹਦੇ 'ਚ ਇਹ ਉਹਦੀ ਮਤਲਬ ਉਹਨੂੰ ਲੱਭਣਾ ਭਗਤ ਸਿੰਘ ਨੂੰ। ਔਰ ਉਹ ਚੀਜ਼ ਜਦੋਂ ਮੈਂ ਬਹੁਤ ਧਿਆਨ ਨਾਲ ਦੇਖਿਆ ਤੇ ਸਾਡੇ, ਔਰ ਇਹ ਵੀ ਇੱਕ ਮੈਂ ਕਿਸੇ ਨੂੰ ਹੱਸ ਕੇ ਕਹਿੰਦਾ ਸੀ ਵੀ ਜਦੋਂ ਤੁਸੀਂ ਪੜ੍ਹ ਲਿਆ ਤੇ ਤੁਹਾਡੇ ਕੋਲ ਦੋ ਚੋਇਸਸ ਨੇ, ਜਾਂ ਤਾਂ ਤੁਸੀਂ ਗੁਲਾਮੀ 'ਚ ਚਲੇ ਜਾਓਗੇ ਬਿਲਕੁਲ, ਜਾਂ ਫਿਰ ਤੁਸੀਂ ਚੇਤਨਤਾ ਵਾਲੇ ਬਣ। ਉਹ ਇਹੀ ਹੋਇਆ ਕਿ ਮਤਲਬ ਇਹ ਸਾਜੀਤ ਸਿੰਘ, ਕਿਸ਼ਨ ਸਿੰਘ ਤੇ ਦਿਲਬਾਗ ਸਿੰਘ, ਉਹ ਇਹਨਾਂ ਦੇ ਮਤਲਬ ਸੁਰਜਨ ਸਿੰਘ ਉਹਨਾਂ ਦੇ ਬੇਟੇ ਸੀ, ਇਹਨਾਂ ਦੇ ਕਜ਼ਨ ਬ੍ਰਦਰ ਸੀ। ਇਹ ਤਿੰਨਾਂ ਨੇ 10ਵੀਂ ਕੀਤੀ ਜੀ। ਔਰ ਸਾਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਵੀ ਨਹੀਂ ਤੇ ਸਾਡੇ ਮਤਲਬ ਤਾਇਆ ਜੀ ਸੁਰਜਨ ਸਿੰਘ ਜਿਹੜੇ ਨੇ ਉਹ ਕ੍ਰਿਸਚਨ ਸਕੂਲ 'ਚ ਪੜ੍ਹਾਉਣ ਨੂੰ ਤਿਆਰ ਸੀਗੇ, ਤੇ ਮੈਂ ਰੌਲਾ ਪਾਇਆ ਵੀ ਆਪਾਂ ਆਪਣਾ ਸਕੂਲ ਕਿਉਂ ਨਾ ਬਣਾਈਏ ਜੀ। ਉਦੋਂ ਸਾਈਂ ਦਾਸ ਐਂਗਲੋ ਸੰਸਕ੍ਰਿਤ ਸਕੂਲ ਜਲੰਧਰ ਖੁੱਲਿਆ, ਔਰ ਪਹਿਲੀ 10ਵੀਂ 'ਚ 7 ਬੱਚੇ ਸੀ, 3 ਇੱਕ ਪਰਿਵਾਰ ਦੇ। ਓਕੇ। ਉਹ ਤੋਂ ਬਾਅਦ ਨੌਕਰੀ ਮਿਲ ਗਈ ਜੀ, ਤੋਂ ਦਿਲਬਾਗ ਸਿੰਘ ਉਹਨਾਂ ਨੂੰ ਤੇ ਤਹਿਸੀਲਦਾਰੀ ਮਿਲ ਗਈ, ਮਤਲਬ ਉਹ ਉੱਧਰ ਚਲੇ ਗਏ। ਕਿਸ਼ਨ ਸਿੰਘ ਉਹਨਾਂ ਨੂੰ ਥਾਣੇਦਾਰੀ ਮਿਲੀ, ਲੇਕਿਨ ਉਹ ਛੱਡ ਕੇ ਆ ਗਏ ਜੀ। ਤਾਂ ਮੈਂ ਕਈ ਵਾਰੀ ਹੱਸਦਾ ਹੁੰਦਾ ਸੀ ਆਪਣੇ ਕਜ਼ਨ ਨੂੰ, ਮੈਂ ਕਿਹਾ ਜੇ ਉਹ ਥਾਣੇਦਾਰ ਹੁੰਦੇ ਤੇ ਫਿਰ ਆਪਣਾ, ਤਾਂ ਉਹ ਨੌਕਰੀ ਨੇ ਦਿਲਬਾਗ ਸਿੰਘ ਉਹਨਾਂ ਨੂੰ ਪ੍ਰੋ ਬ੍ਰਿਟਿਸ਼ਰ ਬਣਾਤਾ ਜੀ। ਅੱਛਾ, ਉਹ ਹੁਣ ਜਦੋਂ ਘਰ 'ਚ ਆਉਂਦੇ ਨੇ, ਹੁਣ ਘਰ 'ਚ ਤੇ ਕੋਈ ਇਹ ਹੈ ਨਹੀਂ ਕਿ ਵੀ ਅੰਗਰੇਜ਼ ਨੌਕਰੀ ਕਰਦਾ, ਉਹਨਾਂ ਦਾ ਸਗੋਂ ਇਹ ਤਾਂ ਵੱਡਾ ਅਫਸਰ ਹੈ ਬਿਲਕੁਲ। ਤੇ ਉਹਨਾਂ ਨੇ ਆਣ ਕੇ ਕਹਿਣਾ, ਜਦੋਂ ਇਹਦੇ ਤੇ ਜਲ੍ਹਿਆਂਵਾਲੇ ਬਾਗ ਤੇ ਸੁਣੀ ਤੇ ਭਗਤ ਸਿੰਘ ਉਹਨਾਂ ਨੇ ਸੁਣਿਆ, ਉਹ ਕਹਿੰਦੇ ਨਹੀਂ ਇਹ ਜ਼ਰੂਰ ਲੋਕਾਂ ਐਵੇਂ ਜ਼ਿਆਦਾ ਕਹਾਣੀਆਂ ਬਣਾ ਦਿੰਦੇ ਨੇ, ਜ਼ਰੂਰ ਕੋਈ ਲੋਕਾਂ ਨੇ ਗੜਬੜ ਕੀਤੀ ਹੋਣੀ ਹੈ, ਅੰਗਰੇਜ਼ ਥੋੜ੍ਹਾ ਇੱਦਾਂ ਕਰ ਸਕਦਾ। ਓਕੇ। ਉਹ ਆਪਣਾ, ਕਿਉਂਕਿ ਉਹ ਸਿਸਟਮ ਦਾ ਪਾਰਟ ਨੇ। ਭਗਤ ਸਿੰਘ ਇਹ ਕਹਾਣੀ ਸੁਣ ਰਿਹਾ ਜੀ, ਦੂਜੇ ਬੰਨੇ ਸੁਣ ਰਿਹਾ ਕਿ ਇੰਨੇ ਨਿਹੱਥੇ ਲੋਕਾਂ ਦੇ ਉੱਤੇ ਇੰਨਾ ਜ਼ੁਲਮ ਹੋਇਆ। ਤਾਂ ਮੈਂ ਕਿਹਾ ਵੀ ਬਾਬਾ ਜੀ ਨੇ ਜਿਹੜੀ ਗੱਲ ਉਹਦੇ ਮਨ 'ਚ ਪਹਿਲਾਂ ਪਾਤੀ ਸੀ ਕਿ ਕੋਈ ਵੀ ਗੱਲ ਜਸਟ ਸੁਣ ਕੇ ਮੰਨਣੀ ਨਹੀਂ, ਬਿਲਕੁਲ ਉਹਨੂੰ ਪਰਖ ਕੇ ਮੰਨੋ। ਬਿਲਕੁਲ। ਤੇ ਉਹ ਜਿਹੜੀ ਪਰਖਣ ਦੀ ਉਹਦੀ ਮਤਲਬ ਪੜ੍ਹਤ ਉਹਦੇ ਅੰਦਰ ਬਣੀ ਹੋਈ ਹੈ। ਉਹ ਉਹਨੂੰ 12 ਸਾਲ ਦੀ ਉਮਰ 'ਚ ਜਦੋਂ ਕਿ ਕਰਫਿਊ ਲੱਗਾ ਹੋਇਆ, ਉਹ ਬੇਪਰਵਾਹ, ਕਿਉਂਕਿ ਬੱਚੇ ਨੂੰ ਮਤਲਬ ਜਿੰਨਾ ਜੇ ਡਰ ਨਾ ਹੋਵੇ ਉਹਨਾਂ 'ਚ ਉਹ ਬੇਪਰਵਾਹ ਹੁੰਦਾ ਬਿਲਕੁਲ। ਔਰ ਉਹ ਬੇਪਰਵਾਹੀ 'ਚ ਜਾਂਦਾ, ਉੱਥੋਂ ਖੂਨ ਲੈ ਕੇ ਆਉਂਦਾ। ਮੇਰੇ ਮਦਰ ਉਹਦੀ ਵਿਟਨੈਸ ਸੀਗੇ ਕਿ ਵੀ ਉਹਨਾਂ ਨੇ ਉਹ ਖੂਨ ਦੀ ਭਿੱਜੀ ਹੋਈ ਮਿੱਟੀ ਲਿਆਈ, ਦਿਖਾਲੀ। ਉਹ ਕਹਿੰਦੇ ਮੇਰਾ ਅੱਜ ਮਨ ਬਹੁਤ ਹੈ ਕਿ ਵੀ ਅੰਗਰੇਜ਼ ਇੰਨਾ ਜ਼ਾਲਮ ਹੋ ਸਕਦਾ। ਤਾਂ ਉਹ ਕਨਫਰਮੇਸ਼ਨ ਹੈ ਉਹਨਾਂ ਦੀ ਬਿਲਕੁਲ। ਤਾਂ ਇਹ ਜਿਹੜੀ ਜੁਗਿਆਸਾ ਪੈਦਾ ਕਰਨਾ, ਮੈਂ ਕਿਹਾ ਇਹ ਜੁਗਿਆਸਾ ਤੁਹਾਡੀ ਜਰਨਲਿਜ਼ਮ ਦੀ ਹੈ ਬਿਲਕੁਲ, ਕਿ ਤੁਸੀਂ ਸੁਣ ਕੇ ਨਹੀਂ ਗੱਲ ਮੰਨਦੇ, ਤੁਸੀਂ ਇੱਕ ਵਾਰੀ ਜਾ ਕੇ ਦੇਖਦੇ ਹੋ, ਫਿਰ ਭਾਵੇਂ ਤੁਸੀਂ ਉਹ ਕੁਣੀਆਂ ਕਹਾਣੀਆਂ ਸੁਣ ਲਓ ਬਿਲਕੁਲ, ਮਤਲਬ ਫਿਰ ਤੁਸੀਂ ਉਹਨੂੰ ਕੋਰਿਲੇਟ ਕਰ ਸਕਦੇ ਹੋ ਕਿ ਅਸਲੀਅਤ ਕੀ ਹੈ ਬਿਲਕੁਲ। ਤਾਂ ਇਹ ਭਗਤ ਸਿੰਘ ਦੀ ਜਿਹੜੀ ਜਗਿਆਸਾ ਹੈ, ਇਹੀ ਉਹਨੂੰ ਭਗਤ ਸਿੰਘ ਬਣਾਉਂਦੀ ਜੀ। ਇਸੇ ਜਗਿਆਸਾ ਵਿੱਚੋਂ ਮੈਂ ਕਿਹਾ ਜਿੱਦਾਂ ਇਹ ਹੈ ਕਿ ਵੀ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਨੇ ਸ਼ਾਇਦ ਕੰਧ ਨਾਲ ਲੱਗ ਕੇ ਦੇਖਿਆ ਹੋਣਾ, ਕਿਉਂਕਿ ਕਰਤਾਰ ਸਿੰਘ ਸਰਾਭਾ ਘਰ ਆਏ ਮਤਲਬ, ਔਰ ਕਿਸ਼ਨ ਸਿੰਘ ਉਹਨਾਂ ਨੇ 1000 ਰੁਪਇਆ ਗਦਰ ਪਾਰਟੀ ਲਈ ਦਿੱਤਾ। ਉਹ ਹੁਣ 18 ਸਾਲ ਦਾ ਮੁੰਡਾ, ਔਰ ਭਗਤ ਸਿੰਘ ਉਸ ਵੇਲੇ ਮਤਲਬ 8 ਸਾਲ ਦਾ ਹੈ ਜੀ। ਔਰ ਉਹ ਉਹਨੂੰ ਦੇਖ ਕੇ ਉਹਦੀਆਂ ਕਹਾਣੀਆਂ ਸੁਣਦਾ, ਕਿਉਂਕਿ ਪਿਤਾ ਜੀ ਐਕਚੁਅਲੀ ਕਿਸ਼ਨ ਸਿੰਘ ਉਹਨਾਂ ਦਾ ਜਿਹੜਾ ਕੰਮ ਸੀ ਉਹ ਸਾਰੇ ਮੁਕੱਦਮਿਆਂ ਦਾ ਇੰਤਜ਼ਾਮ ਉਹ ਕਰਦੇ ਸੀ ਜੀ, ਗਦਰ ਪਾਰਟੀ ਦੇ ਵੀ ਜਿਹੜੇ। ਫਿਰ ਈਵਨ ਉਸ ਤੋਂ ਬਾਅਦ ਫਾਂਸੀ ਤੋਂ ਬਾਅਦ ਉਹਨਾਂ ਦੇ
ਮਤਲਬ ਸਾਰੀ ਡੈੱਡ ਬੋਡੀਜ਼ ਨੂੰ ਜੀ ਮਤਲਬ ਸਤਿਕਾਰ ਦੇਣਾ, ਉਹ ਵੀ ਸਾਕੇਸ਼ਵਰ ਸਿੰਘ ਹੁਣੀ ਅੰਦਰੂਨੀ ਸਾਰਾ ਕਰਦੇ ਜੀ। ਤਾਂ ਉਹ ਇੱਕ ਤੁਹਾਡੀ ਜਗਿਆਸਾ ਨੂੰ ਫਰਦਰ ਜੀ ਕਿ ਵੀ ਇਹ ਮੁੰਡਾ ਅਮਰੀਕਾ ਜਾ ਕੇ, ਇਸੇ ਕਰਕੇ ਉਹਨਾਂ ਦੇ ਮਨ 'ਚੋਂ ਇਹ ਕਹਿ ਕੇ ਅਮਰੀਕਾ ਜਾ ਕੇ ਤੁਸੀਂ ਵੱਧ ਪੜ੍ਹ ਸਕਦੇ ਹੋ। ਉਹ ਕਈ ਵਾਰ ਆਪਣੀ ਚਿੱਠੀਆਂ 'ਚ ਬਾਅਦ 'ਚ ਵੀ ਜ਼ਿਕਰ ਕਰਦੇ ਨੇ ਕਿ ਵੀ ਮੇਰੀ ਵੀ ਤਮੰਨਾ ਸੀ ਕਿ ਮੈਂ ਉੱਥੇ ਜਾ ਕੇ ਪੜ੍ਹਾਂ। ਤਾਂ ਉਹ ਜਗਿਆਸਾ ਜਿਹੜੀ ਹੈ ਉਹਨੂੰ ਇੱਕ ਬਣਾਉਂਦੀ ਹੈ। ਬਿਲਕੁਲ। ਔਰ ਉਹਦੇ ਵਿੱਚੋਂ ਜਿਹੜੀ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਉਹ ਇੱਕ ਬਹੁਤ ਖੂਬਸੂਰਤ ਹੈ ਕਿ ਭਗਤ ਸਿੰਘ ਇੱਕ ਚੰਗਾ ਲੀਡਰ ਕਿਉਂ ਹੈ ਜੀ। ਉਹਨੂੰ ਸਰਦਾਰ ਕਹਿੰਦੇ ਸੀ, ਇਵਨ ਜੇਲ੍ਹ ਵਾਲੇ ਵੀ ਸਰਦਾਰ ਹੀ ਕਹਿੰਦੇ ਸਨ ਕਿ 21-22 ਸਾਲ ਦਾ ਮੁੰਡਾ ਹੈ ਤੇ ਉਹਨੂੰ ਕਦੀ ਕਿਸੇ ਨੇ ਨਾਂ ਨਹੀਂ ਸੀ ਐਡਰੈਸ ਕੀਤਾ, ਸਰਦਾਰ ਕਰਕੇ ਐਡਰੈਸ ਕਰਦੇ ਜੇਲ੍ਹ ਵਾਲੇ ਵੀ। ਈਵਨ ਇੱਥੋਂ ਤੱਕ ਕਿ ਅੰਗਰੇਜ਼ ਆਫਿਸਰਸ ਦੀਆਂ ਫੈਮਿਲੀਜ਼ ਬੱਚਿਆਂ ਦੇ ਨਾਲ ਵਾਈਫਸ ਉਹਨਾਂ ਦੀਆਂ ਭਗਤ ਸਿੰਘ ਨੂੰ ਦੇਖਣ ਆਉਂਦੀਆਂ ਸੀ। ਓਕੇ ਜੀ। ਕਿਉਂਕਿ ਉਹਨਾਂ ਦੇ ਘਰ 'ਚ ਵੀ ਚਰਚਾ ਚੱਲਦੀ ਹੋਣੀ ਵੀ ਇਹ ਮੁੰਡਾ ਜਿਹਨੇ ਵਕਤ ਪਾਇਆ। ਬਿਲਕੁਲ, ਵੀ ਬੜੀ ਜਵਾਨ ਜੀ ਉਮਰ, ਵਕਤ ਪਾਇਆ ਹੋਇਆ, ਕਿਉਂਕਿ ਉਹ ਸਿਸਟਮ ਨੂੰ ਵਕਤ ਪਾਇਆ ਉਹਨੇ। ਬਿਲਕੁਲ ਜੀ ਬਿਲਕੁਲ। ਤਾਂ ਉਹ ਵੀ ਆਉਂਦੇ ਸੀਗੇ। ਤਾਂ ਉਹਦੇ ਵਿੱਚ ਉਹਨਾਂ ਦੇ ਮਨ 'ਚ ਦੋ ਸੀਗੇ ਕਿ ਵੀ ਉਹ ਜਦੋਂ ਆਪ ਹੀ ਉਹ ਲਿਖਦੇ ਨੇ ਕਿ ਮੈਂ ਯਥਾਰਥਵਾਦੀ ਹੋ ਗਿਆ, ਕਿ ਅਸਲੀਅਤ ਨੂੰ ਪਹਿਚਾਨਣਾ ਜੀ ਜਿਹੜਾ ਬਹੁਤ ਵੱਡਾ ਇਨਕਲਾਬੀ ਕੰਮ ਉਹ ਹੈ ਜੀ। ਜੇ ਤੁਸੀਂ ਅਸਲੀਅਤ ਪਛਾਣਦੇ ਹੋ ਤਾਂ ਤੁਸੀਂ ਉਹਨੂੰ ਬਦਲ ਸਕਦੇ ਹੋ। ਬਿਲਕੁਲ। ਮੈਂ ਹਿੰਦੂਵਾਦ ਕੀ ਕਹਿੰਦਾ ਹੈ ਕਿ ਇਹ ਤਾਂ ਮਿਥ ਹੈ, ਇਹ ਤਾਂ ਮਾਇਆ ਜਾਲ ਹੈ ਜੀ। ਅਗਰ ਇਲੂਜ਼ਨ ਹੈ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਜੀ? ਫਿਰ ਤਾਂ ਵੱਡੀ ਇਲੂਜ਼ਨ ਖੜੀ ਕਰਕੇ ਜਿਹੜੀ ਅੱਜ ਕੱਲ੍ਹ ਕੀਤੀ ਜਾ ਰਹੀ ਹੈ, ਇੱਕ ਵੱਡੀ ਇਲੂਜ਼ਨ ਖੜੀ ਕਰਦੇ ਹੋ ਤਾਂ ਫਿਰ ਛੋਟੀ ਇਲੂਜ਼ਨ ਨੂੰ ਵਿੱਚ ਲੈ ਜਾਏਗੀ। ਬਿਲਕੁਲ। ਦੂਜੇ ਬੰਨੇ ਮਤਲਬ ਇਨਕਲਾਬੀ ਇਹ ਹੈ ਕਿ ਤੁਸੀਂ ਯਥਾਰਥ ਨੂੰ ਸਮਝੋ। ਜੇ ਲੋਕ ਭੁੱਖ ਜਾਂ ਦੁੱਖ ਨਾਲ ਮਰ ਰਹੇ ਨੇ, ਮਤਲਬ ਉਹ ਅਕਾਰਨ ਹੈ। ਬਿਲਕੁਲ। ਔਰ ਉਹ ਜਿੱਦਣ ਕਾਰਨ ਤੁਸੀਂ ਸਮਝ ਲਓਗੇ ਕਿ ਤੁਸੀਂ ਉਹਦਾ ਹੱਲ ਕੱਢੋਗੇ। ਬਿਲਕੁਲ। ਔਰ ਉਹ ਕਾਰਨ ਵੱਲ, ਮਿੱਥ ਜਿਹੜੀ ਉਹ ਕਾਰਨ ਵੱਲ ਨਹੀਂ ਜਾਣ ਦਿੰਦੀ। ਬਿਲਕੁਲ। ਤਾਂ ਇਸ ਕਰਕੇ ਭਗਤ ਸਿੰਘ ਉਹਨਾਂ ਨੇ ਮਤਲਬ ਉਹਨਾਂ ਦੇ ਮਨ 'ਚ ਇਹ ਸੀ ਵੀ ਮੇਰੇ ਨਾਲ ਮੇਰੇ ਸਾਥੀ ਯੰਗ ਨੇ ਅਤੇ ਇਹ ਕਿਤੇ ਇਸ ਭਰਮ 'ਚ ਮਤਲਬ ਇਹ ਭਰਮ ਵੀ ਸਾਨੂੰ ਪਾਲਣ ਦੀ ਲੋੜ ਨਹੀਂ ਕਿ ਕੋਈ ਆਣ ਕੇ ਛਡਾ ਲੈ ਜਾਊਗਾ। ਤਾਂ ਉਹਨਾਂ ਨੂੰ ਤਿਆਰ ਕਰਨ ਲਈ ਇੱਕ ਨਾਵਲ ਜਿਹੜਾ ਹੈ ਸੈਵਨ ਹੂ ਵਰ ਹੈਂਗਡ, ਇੱਕ ਐਂਦਰੀਓਵ ਕਰਕੇ ਰਸ਼ੀਅਨ ਰੈਵੋਲੂਸ਼ਨਰੀ ਹੈ ਜੀ, ਉਹਦਾ ਨਾਵਲ ਹੈ ਜੀ, ਕਿ 7 ਬੰਦੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ। ਉਹ 7 ਕਰੈਕਟਰ ਨੇ ਜੀ, 7 ਡਿਫਰੈਂਟਲੀ ਬਿਹੇਵ ਕਰ ਰਹੇ ਜੀ। ਔਰ ਉਹ 'ਚੋਂ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹਦੇ 'ਤੇ ਉਹਨਾਂ ਨੂੰ ਸਾਨੂੰ ਆਣ ਕੇ ਦੱਸਦੇ ਹੁੰਦੇ ਸੀ ਉਹ ਬੰਦਾ ਸੀ ਜਿਹੜਾ ਅਖੀਰ ਤੱਕ ਇਹ ਸਮਝ ਰਿਹਾ ਹੈ ਕਿ ਮੈਨੂੰ ਤਾਂ ਕ੍ਰਾਈਸਟ ਨੇ ਆ ਕੇ ਬਚਾ ਲੈਣਾ ਹੈ। ਔਰ ਫਾਂਸੀ 'ਤੇ ਲਿਜਾ ਰਹੇ ਨੇ, ਉਹ ਕਹਿੰਦਾ ਨਹੀਂ ਮੈਨੂੰ ਫਾਂਸੀ ਨਹੀਂ ਹੋ ਸਕਦੀ ਕਿਉਂਕਿ ਕ੍ਰਾਈਸਟ ਨੇ ਬਚਾ ਲੈਣਾ। ਕਹਿੰਦਾ ਇਹ ਵਿਚਾਰਾ ਆਪਣੀ ਹਾਲਤ ਨੂੰ ਹੋਰ ਮਤਲਬ ਦਇਆਹੀਨ ਬਣਾ ਰਿਹਾ, ਮਤਲਬ ਮੁਸ਼ਕਿਲ ਬਣਾ ਰਿਹਾ ਕਿਉਂਕਿ ਅਸਲੀਅਤ ਨੂੰ ਨਹੀਂ ਪਛਾਣ ਰਿਹਾ। ਤਾਂ ਆਪਣੇ ਸਾਥੀਆਂ ਨੂੰ ਵੀ ਉਹਦੇ ਲਈ ਤਿਆਰ ਕਰਦੇ ਸੀ। ਬਿਲਕੁਲ। ਇਸੇ ਤਰ੍ਹਾਂ ਹੀ ਘਰਦਿਆਂ ਨੂੰ ਤਿਆਰ ਕਰਦੇ ਸੀ ਜੀ। ਜਿੱਦਾਂ ਮੇਰੇ ਮਦਰ ਨੂੰ ਉਹਨਾਂ ਦਾ ਜਿਹੜਾ ਆਖਰੀ ਸੁਨੇਹਾ ਸੀ 3 ਮਾਰਚ ਦਾ, ਉਹ ਬ੍ਰਦਰ ਛੋਟੇ ਬ੍ਰਦਰਾਂ ਨੂੰ ਅਤੇ ਬੀਬੀ ਜੀ ਨੂੰ, ਛੋਟੇ ਬ੍ਰਦਰ ਨੂੰ ਤਾਂ ਕੁਲਤਾਰ ਸਿੰਘ ਉਹਨਾਂ ਦੀ ਚਿੱਠੀ 'ਚ ਵੀ ਲਿਖਿਆ, ਉਹਨਾਂ ਨੇ ਕੁਲਬੀਰ ਸਿੰਘ ਉਹਨਾਂ ਦੀ ਵੀ ਲਿਖਿਆ ਵੀ ਕਾਕਾ 3 ਚੀਜ਼ਾਂ ਯਾਦ ਰੱਖਿਓ ਜੀ। ਸਿਹਤ ਦਾ ਖਿਆਲ ਰੱਖਣਾ ਜੀ। ਅਤੇ ਮੈਂ ਕਹਿੰਦਾ ਉਹਨੇ ਸਿਹਤ ਦਾ ਖਿਆਲ ਕਿੱਦਾਂ ਰੱਖਦੇ? ਵਰਜਿਸ਼ ਜੀ। ਤੁਸੀਂ ਆਪਣੇ ਸਰੀਰ ਨੂੰ ਚੈਲੰਜ ਦੇ ਕੇ ਰੱਖੋ, ਵਰਜਿਸ਼ ਦਿਓਗੇ ਤਾਂ ਤੁਹਾਡੀ ਤਾਕਤ ਵਧੇਗੀ ਜੀ। ਔਰ ਪੌਸ਼ਟਿਕਤਾ ਜੀ। ਤੂੰ ਕਹਿੰਦੇ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ ਜੀ, ਕਿ ਕਦੀ ਹੌਸਲਾ ਨਹੀਂ ਛੱਡਣਾ। ਜੇ ਤੁਸੀਂ ਨਹੀਂ ਕਾਮਯਾਬ ਹੋਏ ਦੁਬਾਰਾ ਕੋਸ਼ਿਸ਼ ਕਰੋ ਜੀ। ਬਿਲਕੁਲ। ਤਾਂ ਇਹ ਜਿਹੜਾ ਗਰੋਥ ਮਾਈਂਡ ਸੈਟ ਹੈ ਇਹ ਹੌਸਲੇ ਨਾਲ ਬਣਦਾ। ਬਿਲਕੁਲ। ਕਿ ਤੁਸੀਂ ਸਰੈਂਡਰ ਨਹੀਂ ਕਰਦੇ, ਤੁਸੀਂ ਨਿਰਾਸ਼ਾ 'ਚ ਨਹੀਂ ਜਾਂਦੇ। ਔਰ ਤੀਸਰੀ ਉਹਨਾਂ ਨੇ ਕਿਹਾ ਕਿ ਮਿਹਨਤ ਨਾਲ ਪੜ੍ਹਨਾ। ਮਿਹਨਤ ਨਾਲ ਪੜ੍ਹਨ ਦਾ ਮਤਲਬ ਘੋਟਾ ਲਾਉਣਾ ਨਹੀਂ ਹੈ, ਉਹਦੇ ਮਤਲਬ ਸਮਝੋ, ਉਹਦੇ ਅੰਦਰ ਕੀ ਹੈ। ਜਿੱਦਾਂ ਅਸੀਂ ਕਹਿੰਦੇ ਕਿ ਵਿਦਿਆਰਥੀ ਉਹ ਹੈ ਜਿਹੜਾ ਵਿੱਦਿਆ ਦੇ ਅਰਥ ਜਾਣਦਾ। ਬਿਲਕੁਲ। ਵਿਦਿਆਰਥੀ ਤਾਂ ਹੁੰਦੇ ਤੁਸੀਂ। ਬਿਲਕੁਲ। ਅਤੇ ਜੇ ਤੁਸੀਂ ਅਰਥ ਨਹੀਂ ਜਾਣੇ ਤੁਸੀਂ ਵਿਦਿਆਰਥੀ ਨਹੀਂ। ਬਿਲਕੁਲ ਬਿਲਕੁਲ। ਤਾਂ ਇਹ ਉਹਨਾਂ ਨੇ, ਔਰ 14 ਸਾਲ ਦੇ ਕੁਲਬੀਰ ਸਿੰਘ ਉਹਨਾਂ ਨੂੰ ਉਹਨੂੰ ਇੱਕ ਹੋਰ ਡਾਇਮੈਂਸ਼ਨ ਐਡ ਕਰਤੀ ਵੀ ਕਾਕਾ ਜ਼ਿੰਦਗੀ ਬੜੀ, ਲੋਕ ਬਹੁਤ ਮਤਲਬ ਜ਼ਾਲਮ ਨੇ, ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣਗੀਆਂ ਪਰ ਪਿਤਾ ਜੀ ਦਾ ਸਾਥ ਨਹੀਂ ਛੱਡਣਾ ਜੀ। ਲੇਕਿਨ ਉਹ ਤੂੰ ਤਾਂ ਕਰ ਸਕੇਂਗਾ ਜੇ ਤੈਨੂੰ ਆਪਣੇ ਆਪ 'ਚ ਵਿਸ਼ਵਾਸ ਹੋਊਗਾ, ਅਤੇ ਆਪਣੇ ਆਪ 'ਚ ਵਿਸ਼ਵਾਸ ਪੈਦਾ ਕਰਨ ਲਈ ਕੋਈ ਹੱਥ ਦਾ ਕੰਮ ਸਿੱਖ ਲਈ ਜੀ। ਤਾਂ ਜਿਹੜਾ ਹੱਥ ਦਾ ਕੰਮ ਸਿੱਖਣਾ ਹੈ ਉਹ ਤੁਹਾਨੂੰ ਆਪਣੇ ਆਪ 'ਚ ਵਿਸ਼ਵਾਸ ਪੈਦਾ ਕਰਨ ਦਾ ਹੈ ਜੀ, ਕਿ ਸਿਰਫ ਕਿਤਾਬਾਂ ਪੜ੍ਹ ਕੇ ਹੀ ਨਹੀਂ, ਉਹਨੂੰ ਤੁਸੀਂ ਕਿੱਦਾਂ ਕਰ ਸਕਦੇ ਹੋ। ਇਹ ਕੁਲਵੀਰ ਸਿੰਘ ਉਹਨਾਂ ਨੂੰ ਸੁਣਿਆ ਸੀ ਜੀ। ਬੀਬੀ ਜੀ ਖੱਦਰ ਪਾਉਂਦੇ ਸੀ, ਹਾਲਾਂਕਿ ਵਿਆਹ ਹੋ ਚੁੱਕਾ ਸੀ ਉਹਨਾਂ ਦਾ, ਮੇਰੇ ਵੱਡੇ ਬ੍ਰਦਰ 1930 'ਚ ਹੀ ਪੈਦਾ ਹੋਏ ਜੀ ਜੀ। ਅਤੇ ਲੇਕਿਨ ਉਹ ਖੱਦਰ ਪਾਉਂਦੇ ਸੀ ਜੀ। ਅਤੇ ਉਹਨਾਂ ਨੇ ਕਿਹਾ ਕਿ ਬੀਬੀ ਸਾਦਗੀ ਬੜੀ ਚੰਗੀ ਚੀਜ਼ ਹੈ ਪਰ ਵਿਚਾਰਾਂ 'ਚ ਮਜ਼ਬੂਤੀ ਹੋਣੀ ਚਾਹੀਦੀ ਜੀ। ਤਾਂ ਇੱਕ ਲਫ਼ਜ਼ 'ਚ ਔਰ ਉਹੀ ਬੀਬੀ ਜੀ ਨੇ ਸਾਰੀ ਉਮਰ ਉਹਨੂੰ ਬਾਰ-ਬਾਰ ਮਤਲਬ ਯਾਦ ਵੀ ਕੀਤਾ ਅਤੇ ਹੰਡਾਇਆ ਵੀ ਕਿ ਵੀ ਮਤਲਬ ਕਿਤੇ ਤੁਹਾਡੀ ਕਮਜ਼ੋਰੀ ਨਹੀਂ ਆਉਣੀ ਚਾਹੀਦੀ ਵਿਚਾਰਾਂ ਦੀ। ਹੈ ਕਿ ਵੀ ਤੁਸੀਂ ਕਿਸੇ ਨਿੱਜ ਵਾਸਤੇ, ਕਿਸੇ ਹੋਰ ਵਾਸਤੇ ਨਾ, ਮਤਲਬ ਤੁਸੀਂ ਸਮਾਜ ਲਈ ਔਰ ਉਹਦੇ ਲਈ ਕੋਈ ਆਪਣੇ ਹਿੱਤ ਵਾਸਤੇ ਤੁਸੀਂ ਕੁਝ ਹਿੱਤ ਨਹੀਂ ਵੇਚਣਾ। ਤਾਂ ਇਸੇ ਤਰ੍ਹਾਂ ਹੀ ਬੇਬੇ ਜੀ ਦਾ ਹੁਣ ਮਾਂ ਆ ਜੀ,
ਹੁਣ ਉਹ ਸਮਝਦੇ ਨੇ ਕਿਉਂਕਿ ਉਹਨਾਂ ਨੇ ਇੰਨੇ ਨਾਵਲ ਪੜ੍ਹੇ ਨੇ ਜੀ। ਔਰ ਮੈਂ ਸਮਝਦਾ ਕਿ ਨਾਵਲ ਪੜ੍ਹ ਕੇ ਉਹਨਾਂ ਦੀ ਜਿਹੜੀ ਸਮਝ ਹੈ ਉਹ ਸਮਾਜ ਬਾਰੇ ਜ਼ਿਆਦਾ ਤਿੱਖੀ ਹੋਈ, ਬਿਲਕੁਲ, ਕਿਉਂਕਿ ਨਾਵਲ ਦੇ ਕਰੈਕਟਰ ਚੋਂ ਔਰ ਜਿੱਦਾਂ ਇਹ ਵੀ ਸੀ ਉਹਨਾਂ ਦਾ, ਉਹ ਸਾਡੇ ਕੋਲ ਬਚਿਆ ਤੇ ਨਹੀਂ, ਪਰ ਇਹ ਕਿਹਾ ਜਾਂਦਾ ਸੀ ਕਿ ਉਹ ਕਾਰਟੂਨ ਵੀ ਬਣਾਉਂਦੇ ਸੀ। ਓਕੇ। ਹਾਂ, ਜਦੋਂ ਕੋਈ ਅੰਗਰੇਜ਼ ਅਫਸਰ ਆਉਂਦਾ ਸੀ ਨਾ ਤੇ ਉਹਦਾ ਕਾਰਟੂਨ ਬਣਾ ਕੇ ਦਿਖਾਉਂਦੇ ਸੀ। ਅੱਛਾ ਜੀ। ਤੇ ਉਹ ਕਰੈਕਟਰ ਲੱਭ ਰਹੇ ਸੀ ਉਹਦੇ 'ਚ ਓਕੇ, ਕਿ ਵੀ ਇਹ ਇਦਾਂ ਦਾ ਹੈਂਕੜਬਾਜ਼ ਹੈ, ਅਮਲ ਕਰਦਾ ਹੈ। ਹਾਂ, ਮਤਲਬ ਦੂਜਾ ਬੀਬੀ ਜੀ ਨਹੀਂ, ਸकुल ਭਗਤ ਸਿੰਘ ਹੁਣੀ। ਓਕੇ, ਭਗਤ, ਠੀਕ ਹੈ, ਸਭ ਭਗਤ ਸਿੰਘ ਹੁਣੀ ਜੇਲ੍ਹ 'ਚ ਬੈਠੇ ਹੋਏ ਵੀ, ਉਹ ਵੀ ਕ੍ਰੀਏਟਿਵਿਟੀ ਸੀ ਉਹਨਾਂ ਦੀ। ਓਕੇ। ਤੋ ਮਤਲਬ ਕਿ ਉਹ ਕਰੈਕਟਰ ਜਿਹੜੇ ਨੇ ਉਹਦੇ ਵਿੱਚ ਹਰ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਕੀ ਇਹਦੀ ਮਤਲਬ ਤਾਕਤ ਕੀ ਹੈ ਤੇ ਕਮਜ਼ੋਰੀ ਕੀ ਹੈ, ਤੁਸੀਂ ਉਹਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ। ਬਿਲਕੁਲ। ਤੋ ਮਾਂ ਦਾ ਜਿਹੜਾ ਦਿਲ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਮਾਂ ਹੈ। ਬਿਲਕੁਲ। ਔਰ ਬੇਬੇ ਜੀ ਨੇ ਆਪ ਹੀ 2-3 ਚੀਜ਼ਾਂ ਬੜੀਆਂ ਇੰਟਰਸਟਿੰਗ ਨੇ। ਇੱਕ ਵਾਰੀ ਜਦੋਂ ਭੁੱਖ ਹੜਤਾਲ ਸੀਗੀ ਉਦੋਂ ਉਹਨਾਂ ਦੀ ਉੱਦਾਂ ਬੰਦ ਕਰ ਦਿੱਤੀਆਂ ਮੁਲਾਕਾਤਾਂ ਜੀ, ਲੇਕਿਨ ਬੇਬੇ ਜੀ ਗਏ ਤੇ ਅੰਗਰੇਜ਼ਾਂ ਨੂੰ ਲੱਗਾ ਕਿ ਇਹ ਤਾਂ ਬਹੁਤ ਵਧੀਆ ਤਰੀਕਾ ਹੈ ਕਿ ਮਾਂ ਨੂੰ ਮਿਲਾਇਆ ਜਾਵੇ ਤੇ ਉਹ ਉਹਨੂੰ ਰੋਟੀ ਦੇਊਗੀ ਤੇ ਖਾ ਲਏਗਾ। ਬਿਲਕੁਲ। ਔਰ ਉਹ ਕਹਿੰਦੇ ਮੈਂ ਆਪਣੇ ਵੱਲੋਂ ਬੜਾ ਵਧੀਆ ਘਿਓ ਪਾ ਕੇ ਸਾਗ ਰੋਟੀ ਲੈ ਕੇ ਗਈ ਤੇ ਮੈਂ ਬੁਰਕੀ ਉਹਦੇ ਮੂੰਹ 'ਚ ਪਾਵਾਂ ਤੇ ਉਹ ਪਰੇ ਨੂੰ ਕਰ ਲੈ। ਅੱਛਾ ਜੀ। ਫਿਰ ਉਹ ਬੇਬੇ ਕਹਿੰਦੇ ਬੇਬੇ ਮੈਂ ਆਪਣੀ ਭੁੱਖ ਨਾਲ ਨਹੀਂ ਲੜ ਰਿਹਾ, ਮੇਰੇ ਇੰਨੇ ਸਾਰੇ ਸਾਥੀ ਨੇ, ਉਹਨਾਂ ਵਾਸਤੇ ਮਤਲਬ ਲੜ ਰਿਹਾ ਕਿ ਸਾਨੂੰ ਮਤਲਬ ਸਾਡੀਆਂ ਗੱਲਾਂ ਮੰਨਣ, ਤਾਂ ਤੇ ਤੁਸੀਂ ਇਹ ਫਿਕਰ ਨਾ ਕਰੋ, ਮੈਂ ਬਹੁਤ ਤਕੜਾ ਮਤਲਬ ਕਰ ਲਾਂਗਾ। ਤੋ ਇਹ ਇੱਦਾਂ ਹੀ ਉਹ ਇੱਕ ਹੋਰ ਗੱਲ, ਕਿਸੇ ਕੋਈ ਮਾਂ ਆ, ਉਹ ਕੋਈ ਸਾਧ ਆਇਆ, ਉਹਨੇ ਸਵਾਹ ਦੇ ਦਿੱਤੀ ਕਿ ਵੀ ਜੇ ਮੁੰਡੇ ਦੇ ਸਿਰ ਤੇ ਸਵਾਹ ਪਾ ਦਿਓ ਨਾ ਤੇ ਜੇਲ੍ਹ 'ਚੋਂ ਛੁੱਟ ਜਾਊਗਾ। ਅੱਛਾ ਜੀ। ਹੁਣ ਮਾਂ ਦਾ ਭਰਮ ਉਹ ਮੁੱਠੀ 'ਚ ਲੈ ਕੇ ਉਹ ਕਹਿੰਦੇ ਮੈਂ ਜਦੋਂ ਉਹਨੂੰ ਪਰੋਸਣ ਲੱਗਾ ਉਹ ਸਿਰ ਪਰੇ ਕਰ ਲੈ ਔਰ ਉਹ ਪਛਾਣ ਗਏ। ਅੱਛਾ ਜੀ। ਕਹਿੰਦੇ ਬੇਬੇ ਇਹ ਸਵਾਹ ਨੂੰ ਤੂੰ ਕੁਲਵੀਰ ਕੁਲਤਾਰ ਦੇ ਸਿਰ 'ਚ ਪਾਈ, ਇਹ ਕਰ ਲੈਣਗੇ। ਅੱਛਾ ਜੀ। ਮੈਂ ਨਹੀਂ ਮੁੜ ਕੇ ਆਉਣਾ। ਅੱਛਾ ਜੀ। ਤੇ ਜਦੋਂ ਫਿਰ ਹੁਣ ਮਾਂ ਨੂੰ ਨੁਹਾਰਾ ਕਾਕਾ ਜੇ ਤੇਰਾ ਵਿਆਹ ਹੋਇਆ ਹੁੰਦਾ ਤੇ ਤੇਰੀ ਨਿਸ਼ਾਨੀ ਹੁੰਦੀ, ਕਿਉਂਕਿ ਆਪਣੇ ਬੱਚੇ ਨੂੰ ਨਿਸ਼ਾਨੀ ਕਹਿੰਦੇ। ਬਿਲਕੁਲ। ਉਹ ਕਹਿੰਦੇ ਬੇਬੇ ਜੀ ਇਹ ਹਿੰਦੁਸਤਾਨ ਹੈ, ਇੱਥੇ ਤੇ ਬਾਬੇ ਨਾਨਕ ਦੇ ਮਜ਼ਾਰ ਤੇ ਜਾ ਕੇ ਵੀ ਲੋਕ ਨਿਆਣੇ ਹੀ ਮੰਗਦੇ ਨੇ। ਬਿਲਕੁਲ। ਮੇਰੇ ਵੀ ਉੱਥੇ ਨਿਆਣੇ ਮੰਗਣਗੇ, ਸਾਰੇ ਮੇਰੇ ਹੀ ਹੋਣੇ ਨੇ। ਕੀ ਬਾਤ ਹੈ। ਉਹ ਮਾਂ। ਔਰ ਫਿਰ ਲਾਸਟ ਜਿਹੜਾ ਉਹਨਾਂ ਦਾ ਸੀ ਕਿ ਬੇਬੇ ਪਹਿਲਾਂ ਤਾਂ ਸ਼ਾਇਦ ਮੇਰੀ ਲਾਸ਼ ਨਾ ਦੇਣੇ, ਪਰ ਜੇ ਮਿਲੇ ਤੇ ਤੂੰ ਨਹੀਂ ਆਉਣਾ, ਕਿਉਂਕਿ ਤੂੰ ਰੋ ਪੈਣਾ ਤੇ ਸਾਰਿਆਂ ਦਾ ਧਿਆਨ ਤੇਰੇ ਨਾਲ ਹੋਏਗਾ, ਲੇਕਿਨ ਮੈਂ ਚਾਹੁੰਦਾ ਕਿ ਲੋਕ ਉਸ ਵੇਲੇ ਜ਼ਿਆਦਾ ਉਤਸ਼ਾਹਿਤ ਹੋਣ, ਤੋ ਇਸ ਕਰਕੇ ਤੁਸੀਂ ਨਹੀਂ ਆਉਣ। ਤੋ ਮਤਲਬ ਇਹ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਮੈਨੂੰ ਯਾਦ ਆ ਗਈ, ਕਿਉਂਕਿ ਉਹਨਾਂ ਨੂੰ ਡੇਅਰੀ ਫਾਰਮ ਬਣਾ ਕੇ ਦਿੱਤਾ ਸੀ ਭਗਤ ਸਿੰਘ ਹੋਰਾਂ ਨੂੰ ਜੀ। ਕਿਉਂਕਿ ਥੋੜ੍ਹੀ ਦੇਰ ਜ਼ਮਾਨਤ ਹੋਈ ਉਹਨਾਂ ਦੀ ਜੀ, ਮਤਲਬ ਉਹ ਜ਼ਮਾਨਤ ਵਿੱਚ ਇਹ ਸੀਗਾ ਕਿ ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ, ਪਿਤਾ ਜੀ ਨੇ ਕਿਹਾ ਕਿ ਹੁਣ ਹੋਰ ਪੰਗਾ ਨਾ ਖੜਾ ਕਰੇ ਜੀ। ਥੋੜ੍ਹੀ 1927 ਵਾਲੀ ਉਹਨਾਂ ਦੀ ਮੰਜੀ ਵਾਲੀ ਫੋਟੋ ਹੈ, ਉਸ ਹਵਾਲਾਤ ਦੀ ਹੈਗੀ। ਓਕੇ। ਤੇ ਉਹ ਤੋਂ ਬਾਅਦ 60,000 ਦੀ ਜ਼ਮਾਨਤ ਹੋਈ ਸੀ ਤੇ ਉਹਦੇ 'ਚ ਇੱਕ ਮੱਝ ਸੀਗੀ, ਉਹ ਡੋਕੇ ਚੁੱਕਦੇ ਹੁੰਦੇ ਸੀ। ਓਕੇ। ਡੋਕੇ ਸਮਝਦੇ ਨਾ ਵੀ ਸਿੱਧਾ ਤੁਸੀਂ ਥਣ 'ਚੋਂ। ਬਿਲਕੁਲ। ਆਪਣੇ ਪੰਜਾਬੀ ਤੇ ਉਹਨੂੰ ਉਹ ਕਹਿੰਦੇ ਹੁੰਦੇ ਸੀ ਇਹ ਮੇਰੀ ਸੋਹਣੀ ਮਾਸੀ ਹੈ। ਅੱਛਾ ਜੀ। ਮਾਸੀ ਉਹ ਕਹਿੰਦੇ ਇਹ ਕਿਉਂ? ਕਹਿੰਦੇ ਵੀ ਜਾਂ ਤੇ ਜਦੋਂ ਮਾਂ ਨਾ ਹੋਵੇ ਤੇ ਮਾਸੀ ਵੀ ਦੁੱਧ ਪਿਲਾ ਦਿੰਦੀ ਹੁੰਦੀ ਆਪਣੇ ਘਰਾਂ 'ਚ ਰਾਜ। ਤੋ ਇਸ ਰਿਸ਼ਤੇ 'ਚ ਮਤਲਬ ਜਾਨਵਰ ਨਾਲ ਵੀ ਪਿਆਰ ਕਰਨ ਦੀ ਤੁਹਾਡੇ 'ਚ ਤਾਂਗ ਹੈ। ਬਿਲਕੁਲ। ਔਰ ਉਹ ਜਦੋਂ ਬਾਅਦ ਵਿੱਚ ਜੇਲ੍ਹ 'ਚ ਜਦੋਂ ਗਏ ਤੇ ਬਹੁਤ ਸਾਰੇ ਮੁਸ਼ਕਲਾਂ ਉਦੋਂ ਵੀ ਪੈਦਾ ਕੀਤੀਆਂ ਜੀ। ਪੂਰੀ ਫਸਲ ਸਾੜਤੀ ਗਈ। ਓਕੇ। ਤੇ ਉਹ ਡੰਗਰ ਚੋਰੀ ਕਰਵਾਤੇ ਗਏ। ਓਕੇ। ਤੇ ਉਹ ਸਾਰਾ ਇਸੇ ਕਰਕੇ ਫਿਰ ਉਹ ਉੱਥੋਂ ਛੱਡ ਕੇ ਤੇ ਉਹ ਲਾਹੌਰ ਆ ਗਏ ਪਿਤਾ ਜੀ ਜੀ, ਮਤਲਬ ਬਰੈਡ ਹਾਲ ਵਿੱਚ ਹੀ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਜੀ। ਤੇ ਉਹ ਬੇਬੇ ਜੀ ਕਹਿੰਦੇ ਵੀ ਉਹ ਤੇਰੀ ਸੋਹਣੀ ਤੇ ਵਾਪਸ ਨਹੀਂ ਆਈ। ਉਹ ਕਹਿੰਦੇ ਬੇਬੇ ਜੀ ਉਹਨੇ ਆ ਜਾਣਾ, ਮੈਂ ਹੀ ਨਹੀਂ ਆਉਣਾ ਵਾਪਸ। ਤੋ ਮਤਲਬ ਹਰ ਚੀਜ਼ ਤੇ ਉਹ ਮਾਂ ਦਾ ਦਿਲ, ਬੱਚਿਆਂ ਦਾ, ਆਪਣੇ ਭੈਣਾਂ ਭਰਾਵਾਂ ਦਾ, ਆਪਣੇ ਸਾਥੀਆਂ ਦਾ ਜੀ, ਤੋ ਹਰ ਇੱਕ ਦਾ ਖਿਆਲ ਰੱਖ ਕੇ ਉਹ ਜਿੱਥੇ ਉਹ ਲੋਕਾਂ ਦਾ ਤਿਆਰ ਕਰ ਰਹੇ ਸੀ ਮਨ ਜੀ ਕਿ ਵੀ ਮੈਂ ਹੁਣ ਇਨਕਲਾਬ ਦਾ ਨਿਸ਼ਾਨ ਬਣ ਗਿਆ ਔਰ ਇਹਦੇ ਵਿੱਚ ਮਤਲਬ ਮੇਰੀ ਚੋਇਸ ਨਹੀਂ ਹੈ ਜੀ, ਕਿਉਂਕਿ ਤੁਸੀਂ ਹੁਣ ਉਸ ਨਿਸ਼ਾਨ ਨੂੰ ਹੋਰ। ਔਰ ਉਹ ਕਹਿੰਦੇ ਮੈਂ ਬਣਿਆ ਕਿਉਂ ਆ? ਕਿਉਂਕਿ ਮੇਰੇ ਸਾਥੀਆਂ ਦੀਆਂ ਕੁਰਬਾਨੀਆਂ ਤੇ ਮੇਰੀ ਪਾਰਟੀ ਦੇ ਵਿਚਾਰਾਂ ਨੇ ਮੈਨੂੰ ਇੰਨਾ ਵੱਡਾ ਕਰ ਦਿੱਤਾ ਜੀ। ਤੋ ਉਹ ਉਹਨਾਂ ਦੇ ਸੁਭਾਅ ਵਿੱਚ, ਔਰ ਮੈਂ ਸਮਝਦਾ ਕਿ ਜਿਹੜਾ ਉਹਨਾਂ ਦਾ ਇਹ ਪੱਖ ਹੈ ਕਿ ਉਹਨਾਂ ਨੇ ਜਰਨਲਿਜ਼ਮ ਕੀਤੀ, ਮੈਂ ਸਮਝਦਾ ਇਹ ਉਹਨਾਂ ਦਾ ਰਿਚੈਸਟ ਪਾਰਟ ਹੈ ਜੀ। ਅੱਛਾ, ਇੱਕ ਤੁਸੀਂ ਵਿਆਹ ਦੀ ਗੱਲ ਕੀਤੀ ਹੈ, ਵਿਆਹ ਨੂੰ ਲੈ ਕੇ ਸਾਨੂੰ ਜੇਕਰ ਫਿਲਮਾਂ ਦੀ ਗੱਲ ਕਰਾਂ, ਫਿਲਮਾਂ ਦੇ ਵਿੱਚ ਤਾਂ ਬੜਾ ਕੁਝ ਦਿਖਾਇਆ ਗਿਆ। ਇਹ ਕੀ ਚੀਜ਼ ਹੈ? ਦੇਖੋ ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਆਪਣੇ ਨਾ ਇੱਕ ਸਮਾਜ ਵਿੱਚ ਬਹੁਤ ਵਧੀਆ ਮੈਂ ਸਮਝਦਾ ਕਿਰਦਾਰ ਹੁੰਦਾ ਸੀ ਮਰਾਸੀ ਜੀ। ਮਰਾਸੀ ਦੇ ਦੋ ਕੰਮ ਹੁੰਦੇ ਸੀ ਜੀ।
ਇੱਕ ਤੇ ਉਹ ਤੁਹਾਡੀ ਪੂਰੀ ਹਿਸਟਰੀ, ਉਹ ਤੁਹਾਡਾ ਹਿਸਟੋਰੀਅਨ ਸੀ, ਫੈਮਿਲੀ ਹਿਸਟੋਰੀਅਨ ਸੀ ਜੀ। ਉਹ ਮਰਾਸ ਪੜ੍ਹਨ ਦਾ ਮਤਲਬ ਜੀ ਕਿਉਂਕਿ ਜੇ ਮੈਨੂੰ ਮੇਰੇ ਬਜ਼ੁਰਗਾਂ ਦੇ ਬਾਰੇ ਪਤਾ ਤੇ ਮੇਰੇ ਮਰਾਸੀ ਤੋਂ ਪਤਾ ਜੀ ਕਿ ਵੀ ਕੌਣ ਕਿੱਥੋਂ ਆਏ ਸੀ, ਕਿੱਥੇ ਰਹੇ ਉਧਰੋਂ, ਉਹ ਯਾਦ ਰੱਖਦੇ ਸੀ। ਉਹ ਤੁਹਾਡੀ ਹਿਸਟੋਰੀਅਨ ਵੀ ਸੀ, ਜੀ ਫੈਮਿਲੀ ਹਿਸਟੋਰੀਅਨ। ਬਿਲਕੁਲ। ਅੱਛਾ, ਦੂਜਾ ਉਹਦਾ ਹੁੰਦਾ ਸੀ ਕਿਉਂਕਿ ਉਹ ਸਾਰਿਆਂ ਘਰਾਂ 'ਚ ਜਾਂਦਾ ਸੀ ਜੀ ਤੇ ਕੁੜੀ ਮੁੰਡੇ ਦਾ ਵਿਆਹ ਦਾ ਜਿਹੜਾ ਵੀ ਉਹ ਲੈ ਆਉਂਦਾ ਸੀ ਜੀ ਤੇ ਉਹਦੇ ਵਿੱਚ ਮਾਨਾ ਵਾਲੀਆ ਸਰਦਾਰ ਸੀ, ਉਹਨਾਂ ਦੇ ਵੀ ਜਾਂਦਾ ਸੀ ਜੀ। ਇੱਥੇ ਉਹ ਸਾਡੇ ਪ੍ਰਨਾਨੀ ਜੀ ਕੋਲ ਆਉਂਦਾ ਸੀ ਜੀ। ਹੁਣ ਦਾਦੀ ਨੂੰ ਲੱਗਦਾ ਮੁੰਡਾ ਜਵਾਨ ਹੋ ਗਿਆ, ਮੇਰੀਆਂ 2 ਨੂੰਹਾਂ ਨੇ, ਉਹਨਾਂ ਦਾ ਬੱਚਾ ਕੋਈ ਨਹੀਂ ਜੀ ਤੇ ਗਾਂ ਪਰਿਵਾਰ ਚੱਲੇ ਤੇ ਉਹ ਤੁਹਾਡੇ ਮਨ 'ਚ ਇੱਕ ਰਹਿੰਦਾ ਹੀ ਹੈ ਨਾ। ਬਿਲਕੁਲ। ਤੇ ਉਹਦਾ ਫਾਇਦਾ ਉਠਾ ਕੇ ਉਹ ਉਹਨਾਂ ਨੂੰ ਕਹਿੰਦਾ ਕਿ ਜੀ ਉਹ ਮਾਨਾ ਵਾਲੀਆ ਸਰਦਾਰ ਜਿਹੜੇ ਨੇ ਉਹ ਮਤਲਬ ਉਹਨਾਂ ਦੀ ਕੁੜੀ ਵਾਸਤੇ ਮੁੰਡਾ ਲੱਭਦੇ ਸੀ, ਆਪਣਾ ਮੁੰਡਾ ਜਵਾਨ ਹੋ ਗਿਆ, ਇੱਕ ਤੇ ਉਹਨੂੰ ਚੰਗਾ ਖਾਣਾ ਪੀਣਾ ਮਿਲ ਜਾਂਦਾ ਜੀ ਤੇ ਉਹਨੇ ਪ੍ਰਪੋਜ਼ ਕੀਤਾ ਜੀ। ਨਾਲ ਉਹਨੇ ਥੋੜੀ ਜਿਹੀ ਮਿਰਚ ਮਸਾਲਾ ਵੀ ਲਾਤਾ ਕਿ ਜੀ ਉਹ ਹੱਥ ਹੀ ਦੇਣਗੇ। ਉਹ ਕਹਿੰਦੇ ਸੀ ਨਾ, ਅੱਛਾ ਜੀ, ਤੂੰ ਭਗਤ ਸਿੰਘ ਸੁਣ ਰਹੇ ਸੀ, ਉਹ ਕਹਿੰਦੇ ਬੇਬੇ ਜੀ ਕਿਆ ਕਮਾਲ ਹੋ ਜਾਊਗੇ, ਉਹ ਸਾਰਾ ਗੰਨਿਆਂ ਦਾ ਖੇਤ ਖਾ ਜਾ ਕਰੂ, ਆਪਾਂ ਉਹਦੀ ਲਿੱਦ ਚੁੱਕਿਆ ਕਰਾਂਗੇ। ਤੇ ਉਹ ਟਰਕਾਉਣ ਦੀ ਕੋਸ਼ਿਸ਼ ਉਹਨਾਂ ਦੀ। ਹਾਂਜੀ। ਫਿਰ ਜਦੋਂ ਉਹਨਾਂ ਨੂੰ ਲੱਗਾ ਕਿ ਇਹ ਤਾਂ ਸੀਰੀਅਸ ਹੋ ਰਹੀ ਗੱਲ, ਹਾਂਜੀ, ਫਿਰ ਉਹਨਾਂ ਨੇ ਮਤਲਬ ਆਪਣੀ ਮਦਰ ਨੂੰ, ਬੇਬੇ ਜੀ ਨੂੰ, ਉਹਨਾਂ ਨੂੰ ਬੇਬੇ ਜੀ ਕਹਿੰਦੇ ਸੀ, ਉਹਨਾਂ ਨੂੰ ਕਿਹਾ ਅੱਛਾ ਬੇਬੇ ਜੀ ਫਿਰ ਉਦੋਂ ਤੁਹਾਡਾ ਘੱਗਰਾ ਜਿਹੜਾ ਰੰਗਿਆ ਹੋਣਾ ਚਾਹੀਦਾ ਨਾ, ਅੱਛਾ ਜੀ, ਮੈਨੂੰ ਪੈਸੇ ਦਿਓ ਤੇ ਘੱਗਰਾ ਦਿਓ, ਮੈਂ ਤੁਹਾਡਾ ਘੱਗਰਾ ਰੰਗਾ ਕੇ ਲਿਆਉਣਾ। ਉਹ ਲਲਾਰੀ ਕੋਲ ਹੀ ਚਿੱਠੀ ਲਿਖ ਕੇ ਦੇ ਗਏ ਓਕੇ, ਕਿ ਵੀ ਇਹ ਮੇਰੇ ਪਿਤਾ ਜੀ ਨੂੰ ਦੇ ਦਿਓ। ਤੇ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਸਾਡਾ ਨਾਮਕਰਨ ਹੋਇਆ ਸੀ ਉਦੋਂ ਦਾਦਾ ਜੀ ਨੇ ਪਬਲਿਕਲੀ ਕਿਹਾ ਸੀ ਵੀ ਇਹ 2 ਪੋਤੇ ਵੀ ਮੇਰੇ ਪੁੱਤ ਤੇ ਸੀਗੇ ਹੀ ਜੀ ਦੇ, ਮਤਲਬ ਲੋਕ ਦੇਸ਼ ਲਈ, ਲੋਕਾਂ ਲਈ, ਜਨਤਾ ਦੀ ਸੇਵਾ 'ਚ ਸੀਗੇ, ਇਹ ਮੇਰੇ 2 ਪੋਤੇ ਵੀ ਜਿਹੜੇ ਨੇ ਅੱਜ ਮੈਂ ਇਹਨਾਂ ਨੂੰ ਡੈਡੀਕੇਟ ਕਰ ਰਿਹਾ ਜੀ। ਤਾਂ ਉਹ ਹੁਣ ਦੇਖੋ ਲੌਜਿਕ, ਬਿਲਕੁਲ 16 ਸਾਲ ਦੇ ਮੁੰਡੇ ਦਾ ਜੀ, ਕਿ ਉਹ ਪਿਤਾ ਨਾਲ ਦਲੀਲ, ਉਹ ਕਹਿੰਦੇ ਮੈਂ ਤੇ ਉਹ ਬਾਬਾ ਜੀ ਦੀ ਜਿਹੜੀ ਕਿਹਾ ਹੋਇਆ ਵਚਨ ਹੈ ਉਹ ਪੂਰਾ ਕਰਨ ਜਾ ਰਹੇ ਹਾਂ ਜੀ। ਉਦੋਂ ਕਾਨਪੁਰ ਗਏ ਜੀ। ਤਾਂ ਉਹਦੇ 'ਚ ਵਿਆਹ ਦੀ ਚਰਚਾ ਜ਼ਰੂਰ ਹੋਈ ਜੀ, ਲੇਕਿਨ ਉਹਦਾ ਇੱਕ ਹੋਰ ਹਿਊਮਨ ਪੱਖ ਸੀਗਾ ਜੀ, ਜਿਹੜਾ ਫਿਲਮਾਂ 'ਚ ਨਹੀਂ ਆਇਆ। ਉਹ ਆਉਂਦਾ ਤੇ ਬੀਬੀ ਜੀ ਦਾ ਜਿਹੜਾ ਮਦਰ ਨਾਲ ਸੀ, ਕਿਉਂਕਿ ਭਗਤ ਸਿੰਘ ਦਾ ਉਦੋਂ ਉੱਥੇ 105 ਚੱਕ ਵਿੱਚ ਪਾਕਿਸਤਾਨ ਜੀ ਹਰ ਸਾਲ ਮੇਲਾ ਲੱਗਦਾ ਸੀ ਜੀ, ਜਿਹੜਾ 49 'ਚ ਫਿਰ ਇੱਥੇ ਖਟਕੜੀ ਲੱਗਣਾ ਸ਼ੁਰੂ ਹੋਇਆ ਪਾਕਿਸਤਾਨ ਤੋਂ ਬਾਅਦ, ਪਹਿਲਾਂ ਉੱਥੇ ਲੱਗਦਾ ਤੇ ਲੋਕ ਆਉਂਦੇ ਸੀ। ਔਰ ਉਹਦਾ ਇੰਨਾ ਅਸਰ ਸੀ ਵੀ ਮੈਨੂੰ ਬਹੁਤ ਸਾਰੇ ਸਾਡੇ ਵੀ ਇੱਥੇ ਪ੍ਰੋਫੈਸਰ ਹੁੰਦੇ ਸੀ, ਉਹਨਾਂ ਦਾ ਨਾਂ ਕੁਲਬੀਰ ਸੀਗਾ ਜੀ। ਤੂੰ ਕਹਿੰਦੇ ਭਗਤ ਸਿੰਘ ਦੇ ਛੋਟੇ ਭਰਾ ਕਰਕੇ ਮੇਰਾ ਨਾਂ ਕੁਲਬੀਰ ਸੀ। ਅੱਛਾ ਜੀ। ਕਈਆਂ ਦਾ ਮਤਲਬ ਉਹ ਇੱਕ ਪ੍ਰਭਾਵ ਸੀ ਉੱਥੇ। ਹਰ ਜਦੋਂ ਸਾਡੇ ਮਲਵਿੰਦਰ ਜੀ ਹੁਣ ਕਹਿੰਦੇ ਵੀ ਜਿਹੜੇ ਬਿਲਕੁਲ ਜੱਟ ਪਰਿਵਾਰ ਸੀ ਉੱਥੇ ਵੀ ਭਗਤ ਸਿੰਘ ਦੱਤ ਦੀ ਫੋਟੋ ਮਲਕਰਾਂ 'ਚ ਹੁੰਦੀ ਸੀਗੀ। ਤਾਂ ਉਹ ਇੱਕ ਔਰ ਉਹ ਵਿਚਾਰੀ ਮਿਲਾਉਂਦੀ ਹੁੰਦੀ ਸੀ ਜਿਹਦਾ ਕਦੀ ਨੌਗਾ ਪਿਆ ਸੀ। ਮੈਂ ਕਹਿੰਦਾ ਵਿਆਹ ਨਾ ਮੰਗਣੀ ਹੋਈ ਨਾ ਉਹ ਹੋਇਆ, ਆਪਣੇ ਨੌਗਾ ਕਹਿੰਦੇ ਨੇ ਵੀ ਚਰਚਾ ਚੱਲੀ ਸੀਗੀ। ਤੇ ਉਹ ਬਾਅਦ ਵਿੱਚ ਉਹਦਾ ਕਿਸੇ ਜਗੀਰਦਾਰੀ 'ਚ ਜੋ ਹਾਲ ਹੁੰਦਾ, ਮੁੰਡਾ ਸ਼ਰਾਬੀ ਸ਼ਰੂਬੀ ਸੀ, ਉਹ ਮਰ ਗਿਆ, ਉਹ ਫਿਰ ਵਿਡੋ ਹੋ ਗਈ। ਤੇ ਉਹ ਬੀਬੀ ਜੀ ਨੂੰ ਮਿਲਦੀ ਹੁੰਦੀ ਸੀ। ਤੇ ਉਹ ਕਹਿੰਦੇ ਵੀ ਜੇ ਮੈਂ ਵਿਡੋ ਹੀ, ਮੇਰੀ ਤੇ ਕਿਸਮਤ 'ਚ ਇਹੀ ਸੀ ਜੀ, ਪਰ ਅਗਰ ਮੈਂ ਭਗਤ ਸਿੰਘ ਦੀ ਵਿਡੋ ਹੁੰਦੀ ਤੇ ਸਮਾਜ 'ਚ ਮੈਨੂੰ ਕਿੰਨਾ ਸਕੂਨ ਹੁੰਦਾ। ਬਿਲਕੁਲ। ਤਾਂ ਉਹ ਇੱਕ ਇਨਸਾਨੀ ਫਿਤਰਤ ਹੈ। ਬਿਲਕੁਲ। ਤਾਂ ਲੇਕਿਨ ਹੈ ਕਿ ਵੀ ਭਗਤ ਸਿੰਘ ਉਹਨਾਂ ਨੇ ਮਤਲਬ ਉਹਦੇ 'ਚ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਕੱਢਿਆ, ਔਰ ਮੈਂ ਉਹ ਵੀ ਸਮਝਦਾ ਕਿ ਵੀ ਸ਼ਾਇਦ ਉਹਨਾਂ ਲਈ ਬਹੁਤ ਵੱਡਾ ਇਨਕਲਾਬੀ ਕਦਮ ਹੈ ਜੀ ਕਿ ਤੁਸੀਂ ਲਾਹੌਰ ਤੋਂ ਕਾਨਪੁਰ ਚਲੇ ਗਏ, ਉੱਥੇ ਜਰਨਲਿਜ਼ਮ ਕੀਤੀ, ਉੱਥੇ ਤੁਸੀਂ ਜਿਹੜੀ ਟ੍ਰੇਨਿੰਗ ਗਣੇਸ਼ ਸ਼ੰਕਰ ਵਿਦਿਆਰਥੀ ਹੋਣਾ ਦੀ ਹੈ ਉਹ ਬਹੁਤ ਲਾਸਾਨੀ ਹੈ। ਬਿਲਕੁਲ। ਪੋਲੀਟੀਕਲ ਟ੍ਰੇਨਿੰਗ, ਉੱਥੇ ਹੀ HRA ਨਾਲ ਸੰਬੰਧ ਹੋ ਜਾਣਾ। ਬਿਲਕੁਲ। ਮਤਲਬ ਉਹ ਪੀਰੀਅਡ ਜਿਹੜਾ ਹੈ ਉਹਨਾਂ ਦਾ, ਫਿਰ ਇਹਦੇ 'ਚੋਂ ਹੀ ਉਹ 1924 'ਚ ਨੌਜਵਾਨ ਲਹਿਰ, ਬਿਲਕੁਲ ਉਹਨਾਂ ਦਾ ਪਹਿਲਾ ਸੀ ਵੀ ਜਿੰਨਾ ਚਿਰ ਤੱਕ ਆਪਾਂ ਸਮਾਜ ਨੂੰ ਤਾਂ ਨਹੀਂ ਠੀਕ ਕਰ ਸਕਦੇ ਪਰ ਨੌਜਵਾਨਾਂ ਨੂੰ ਤਾਂ ਕਮਿਟ ਕਰਵਾ ਸਕਦੇ। ਬਿਲਕੁਲ। ਜਿਹੜੀਆਂ ਹਾਇਰ ਵੈਲਿਊਜ਼ ਨੇ ਕਿ ਤੁਸੀਂ ਆਪਣੇ ਦਿਮਾਗ 'ਚੋਂ ਧਰਮ ਦਾ ਵਿਤਕਰਾ ਕੱਢੋ, ਤੁਸੀਂ ਆਪਣੇ ਦਿਮਾਗ 'ਚੋਂ ਜੂਤ ਜਾਤ ਛੂਆਛਾਤ ਦਾ ਕੱਢੋ, ਉਹਦੇ 'ਚੋਂ ਉਹਨਾਂ ਦੇ ਉਹ ਆਰਟੀਕਲ ਵੀ ਨੇ। ਬਿਲਕੁਲ। ਅਛੂਤ ਦਾ ਸਵਾਲ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਹਰ ਚੀਜ਼ ਦਾ ਕਾਰਨ ਸਮਝੋ, ਇਹ ਵਿਗਿਆਨ ਹੈ। ਬਿਲਕੁਲ। ਵਿਗਿਆਨ ਕੋਈ ਬਹੁਤ ਵੱਡਾ ਕਿਤਾਬਾਂ ਪੜ੍ਹਨਾ ਨਹੀਂ ਹੈ ਜੀ। ਜੇ ਤੁਸੀਂ ਤੁਹਾਡਾ ਕਾਰਨ ਕਿ ਅੱਜ ਮਹਿੰਗਾਈ ਹੈਗੀ ਹੈ ਤੇ ਮਹਿੰਗਾਈ ਦਾ ਕਾਰਨ ਕੀ ਹੈ, ਇਹ ਵਿਗਿਆਨ ਹੈ ਜੀ। ਪਰ ਉਹ ਭਰਮ ਰਾਜ ਹਮੇਸ਼ਾ ਭਰਮ ਖੜਾ ਕਰੇਗਾ ਕਿ ਜੀ ਨਹੀਂ ਆ ਬਿਮਾਰੀ ਆ ਗਈ, ਹੁਣ ਬਿਮਾਰੀ ਦਾ ਕਾਰਨ ਕੀ ਹੈ। ਹਰ ਛੋਟੀ ਚੀਜ਼ ਦਾ ਕਾਰਨ ਜਦੋਂ ਤੁਸੀਂ ਕਾਰਨ ਲੱਭਣ ਲੱਗ ਪਏ ਤੁਸੀਂ ਵਿਗਿਆਨੀ ਹੋ। ਇਹ ਭਗਤ ਸਿੰਘ ਨੇ ਕਿਹਾ ਨੌਜਵਾਨ ਨੂੰ ਘੱਟੋ ਘੱਟ ਇਹਦੀ ਕਮਿਟਮੈਂਟ ਕੀਤੀ ਜਾ ਸਕਦੀ ਹੈ ਕਿ ਉਹ ਹਰ ਚੀਜ਼ ਦਾ ਕਾਰਨ ਸਮਝੇ। ਉਹ ਜਦੋਂ ਤੁਸੀਂ ਕਾਰਨ ਸਮਝ ਲਿਆ ਫਿਰ ਤੁਸੀਂ ਉਹਦਾ ਠੀਕ ਕਰ ਸਕਦੇ। ਕੁਦਰਤ ਨੇ ਨਾ ਸਾਨੂੰ ਬਹੁਤ ਵੱਡੀ ਕਾਬਲੀਅਤ ਇਨਸਾਨ ਨੂੰ ਦਿੱਤੀ ਹੈ
ਕਿ ਜਿਸ ਚੀਜ਼ ਨੂੰ ਤੁਸੀਂ ਪਛਾਣ ਲਓ ਉਹਨੂੰ ਤੁਸੀਂ ਬਦਲ ਸਕਦੇ ਹੋ। ਸਾਰੀ ਤਰੱਕੀ ਇਸੇ ਕਰਕੇ ਹੋਈ ਹੈ। ਬਿਲਕੁਲ, ਜਦੋਂ ਅਸੀਂ ਇਹ ਪਛਾਣ ਲਿਆ ਕਿ ਗਰਮੀ ਤੋਂ ਕਿਵੇਂ ਬਚਣਾ ਹੈ ਤੇ ਅਸੀਂ ਏਸੀ ਕੱਢ ਲਿਆ। ਬਿਲਕੁਲ, ਕਾਢ ਹੋਈ ਹੈ। ਮਤਲਬ ਹਾਂ, ਕਾਢ ਉਹਦੇ ਚੋਂ ਨਿਕਲਦੀ, ਜਿਹਨੂੰ ਕਹਿੰਦੇ ਲੋੜ ਚੋਂ, ਜਦੋਂ ਲੋੜ ਪਹਿਚਾਣ ਲਈ, ਔਰ ਲੋੜ ਤੁਸੀਂ ਕਿੱਦਾਂ ਪਹਿਚਾਣਦੇ ਹੋ ਉਹ ਸਾਰਾ ਤੋਂ ਬਹੁਤ ਤੋਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸਲ ਲੜਾਈ ਸਾਡੀ ਜਿਹੜੀ ਹੈ ਉਹ ਕਿਸੇ ਦੇਸ਼ ਨਾਲ ਨਹੀਂ, ਮਤਲਬ ਜਿਹੜਾ ਉਸ ਵੇਲੇ ਤੋਂ ਬਹੁਤ ਉੱਪਰ ਲੈ ਜਾਣਾ। ਬਿਲਕੁਲ, ਵੀ ਇਹ ਨਾ ਤੇ ਦੇਸ਼ ਨਾਲ ਹੈ, ਨਾ ਇਹ ਕਾਲੇ ਗੋਰਿਆਂ ਦਾ ਸਵਾਲ ਹੈ ਜਿਹੜਾ ਆਪਣੇ ਅੱਜ ਵੀ ਆਪਾਂ ਕਾਲਾ ਗੋਰੇ ਦੀ ਗੱਲ ਕਰ, ਉਹ ਕਹਿੰਦੇ ਇਹ ਨਹੀਂ ਹੈ। ਇਹ ਸਵਾਲ ਦਾ ਬਹੁਤ ਨੀਵਾਂ ਪੱਧਰ ਹੈ। ਬਿਲਕੁਲ, ਉਹਦਾ ਹਾਇਰ ਪੱਧਰ ਹੈ ਕਿ ਇੱਕ ਸਿਸਟਮ ਹੈ ਜਿਹੜਾ ਗਦਰ ਪਾਰਟੀ ਨੇ ਦੱਸਿਆ ਕਿ ਅਸੀਂ ਸਾਰੀ ਦੁਨੀਆ ਦੇਖ ਕੇ ਆਏ ਹਾਂ, ਔਰ ਉਹ 'ਚ ਇੱਕ ਸਿਸਟਮ ਹੈ ਜਿਹਦੇ ਅੰਦਰ ਤੇ ਸਾਰਾ ਲੁੱਟ ਚੱਲ ਰਹੀ ਹੈ। ਬਿਲਕੁਲ, ਔਰ ਉਹ ਸਾਮਰਾਜਵਾਦ ਹੈ। ਬਿਲਕੁਲ, ਤੇ ਸਾਮਰਾਜਵਾਦ ਦਾ ਭਗਤ ਸਿੰਘ ਨੇ ਬੜਾ ਸਾਦਾ ਜਿਹੜਾ ਜਵਾਬ ਦਿੱਤਾ ਕਿ ਸਾਮਰਾਜਵਾਦ ਦਾ ਮਤਲਬ ਇਹ ਹੈ ਕਿ ਜਦੋਂ ਇੱਕ ਦੇਸ਼ ਦੂਜੇ ਦੇਸ਼ ਨੂੰ ਲੁੱਟਦਾ ਹੈ ਜੀ, ਉਹ ਸਿਸਟਮ ਜਿਹੜਾ ਹੈ। ਇਸੇ ਕਰਕੇ ਜਦੋਂ ਅਸੀਂ ਸੰਪੂਰਨ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਹੈ ਕਿ ਅਸੀਂ ਆਪਣੇ ਫੈਸਲੇ ਆਪ ਕਰਾਂਗੇ ਜੀ। ਉਹ ਤੁਹਾਡੀ ਸਵਰਾਜ ਹੈ, ਉਹ ਤੁਹਾਡੀ ਸੰਪੂਰਨ ਆਜ਼ਾਦੀ ਹੈ ਜੀ। ਤਾਂ ਉਹ ਜਿਹੜਾ ਔਰ ਉਹਦੇ 'ਚ ਭਗਤ ਸਿੰਘ ਉਹਨਾਂ ਨੇ ਇਸੇ ਕਰਕੇ ਜਿਹੜਾ ਜਦੋਂ ਉਹ ਅਸੈਂਬਲੀ 'ਚ ਗਏ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਨਾਅਰਾ ਲਾ ਰਿਹਾ, ਜੇ ਇਹ ਨਾਅਰਾ ਮੇਰੇ ਦੇਸ਼ ਦੇ ਲੋਕ ਸਮਝ ਗਏ ਤੇ ਮੇਰੀ ਜ਼ਿੰਦਗੀ ਦਾ ਮੁੱਲ ਮੈਨੂੰ ਮਿਲ ਗਿਆ। ਇੱਕ ਗੱਲ ਸਮਝਾਉਣ ਵਾਸਤੇ ਤੁਸੀਂ ਜ਼ਿੰਦਗੀ ਲਗਾਉਂਦੇ, ਔਰ ਉਹ ਨਾਅਰਾ ਹੈ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਕਿ ਲੋਕਾਂ ਦੀ ਜ਼ਿੰਦਗੀ 'ਚ ਇਨਕਲਾਬ ਤਾਂ ਆਏਗਾ ਜੇ ਇਹ ਸਾਮਰਾਜੀ ਤਾਕਤਾਂ ਜਿਹੜੀਆਂ ਨੇ ਇਹ ਖਤਮ ਹੋਣਗੀਆਂ। ਨਾਲ ਹੀ ਉਹਨਾਂ ਨੇ ਕਿਹਾ ਸੀ ਵੀ ਸਾਡੀ ਲੜਾਈ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਹੈ, ਜਿਨ੍ਹਾਂ ਦਾ ਫਾਇਦਾ ਸਾਡਾ ਆਪਣਾ ਖੁਦਗਰਜ਼ ਵੀ ਉਠਾਉਂਦਾ ਤੇ ਵਿਦੇਸ਼ੀ ਵੀ ਉਠਾਉਂਦਾ। ਔਰ ਉਹ ਜਿਹੜੀਆਂ ਬਿਮਾਰੀਆਂ ਤੁਹਾਡੇ ਅੰਦਰੂਨੀ ਨੇ ਉਹ ਹੀ ਨੇ, ਜਾਤ ਪਾਤ ਹੈ ਉਹਦੇ 'ਚ। ਔਰ ਇਹ ਬੜਾ ਇੰਟਰਸਟਿੰਗ ਹੈ ਕਿ ਉਹਨਾਂ ਨੇ ਜਾਤ ਪਾਤ ਦਾ ਕਿਵੇਂ ਖਤਮ ਕੀਤਾ ਕਿ ਨੌਜਵਾਨ ਭਾਰਤ ਸਭਾ ਦਾ ਜਦੋਂ ਉਦਘਾਟਨ ਸੀ ਉਹ ਲੰਗਰ ਨਾਲ ਹੋਇਆ। ਅੱਛਾ ਜੀ। ਔਰ ਉਹ ਲੰਗਰ ਦਾ ਉਦਘਾਟਨ ਡਾਕਟਰ ਸੈਫੂਦੀਨ ਕਿਚਲੂ ਨੇ ਕੀਤਾ। ਅੱਛਾ ਜੀ। ਤੋ ਉਹ ਜਿਹੜਾ ਜਿੱਦਾਂ ਅੱਜ ਵੀ ਹੁਣ ਮਤਲਬ ਬੜਾ ਇੰਟਰਸਟਿੰਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵੀ ਤੁਸੀਂ ਲੋਕਾਂ ਦੀ ਭੁੱਖ ਦਾ ਕੋਈ ਲੰਗਰ ਲਾਉਣਾ ਸ਼ੁਰੂ ਕਰੋ, ਸਿੱਖ ਲਓ ਇਹਨਾਂ ਕੋਲ। ਬਿਲਕੁਲ, ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਮੁਹੱਲੇ ਵਿੱਚ ਰੋਟੀ ਤੇ ਪ੍ਰੋਵਾਈਡ ਕਰ ਸਕਦੇ ਹੋ, ਤੁਸੀਂ ਲੰਗਰ ਲਾਓ। ਬਜਾਏ ਉਹਨਾਂ ਨੂੰ ਦਿੰਦੇ ਹੋ ਫਿਰ ਉਹ ਲੱਭਦੇ ਨੇ ਵੀ ਅਸੀਂ ਇਹਨੂੰ ਪਕਾਵਾਂਗੇ ਕਿਵੇਂ। ਬਿਲਕੁਲ, ਤੁਸੀਂ ਲੰਗਰ ਲਾਓ। ਔਰ ਇਹ ਲੰਗਰ ਨੇ ਜਲਿਆਂਵਾਲੇ ਬਾਗ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਡਰਾਇਆ ਸੀ। ਓਕੇ, ਜਿਹੜੀ ਚੀਜ਼ ਏਕਤਾ ਬਣੀ ਉਹ ਲੰਗਰ ਕਰਕੇ ਬਣੀ, ਕਿਉਂਕਿ ਲੋਕਾਂ ਦਾ ਉਹ ਤੋਂ ਬੜਾ ਹਾਲ ਬੁਰਾ ਸੀ। ਔਰ ਉਸ ਏਕਤਾ ਨੇ ਜਿਹਦੇ 'ਚ ਰਾਮਨੌਮੀ ਹਿੰਦੂ ਸਿੱਖ ਮੁਸਲਮਾਨਾਂ ਇਕੱਠੀ ਮਨਾਈ, ਔਰ ਉਹ ਜਿਹੜਾ ਮੁਸਲਿਮ ਪਾਣੀ ਹਿੰਦੂ ਪਾਣੀ ਕਹਿੰਦੇ ਸੀ ਉਹ ਸਾਰਾ ਖਤਮ ਹੋ ਗਿਆ ਜੀ। ਔਰ ਉਹਨੇ ਅੰਗਰੇਜ਼ਾਂ ਨੂੰ ਪਾਗਲ ਕੀਤਾ ਜੀ। ਤੋ ਇਹ ਜਿਹੜੀ ਹੈ ਕਿ ਵੀ ਇਹ ਭਗਤ ਸਿੰਘ ਉਹਨਾਂ ਨੇ ਵੀ ਅਸੀਂ ਘੱਟੋ ਘੱਟ ਉਹ ਕਹਿੰਦੇ ਝਟਕੇ ਤੇ ਮਤਲਬ ਆਪਾਂ ਹਲਾਲ ਦੀ ਗੱਲ ਕਰਦੇ ਹਾਂ, ਆਪਾਂ ਦੋਨੋਂ ਇਕੱਠੇ ਉਬਾਲ ਦਿੰਦੇ ਮਤਲਬ ਰੀਅਲਿਸਟਿਕ ਵੇ ਹੈ। ਲੇਕਿਨ ਨੌਜਵਾਨਾਂ ਦੇ ਦਿਮਾਗ 'ਚੋਂ ਮਤਲਬ ਉਹਨੂੰ ਕੱਢਣ ਲਈ ਜਦੋਂ ਨੌਜਵਾਨਾਂ ਦਾ ਇੱਕ ਸਮੂਹ ਇਕੱਠਾ ਹੋ ਜਾਏਗਾ ਫਿਰ ਤੁਸੀਂ ਇਹਨੂੰ ਸਮਾਜ ਨੂੰ ਅਗਲੀ ਪੜਤ ਤੇ ਲਿਜਾ ਸਕਦੇ ਹੋ। ਅੱਛਾ, ਇੱਕ ਚੀਜ਼ ਹੋਰ ਆ, ਅਸੀਂ ਪੜ੍ਹਿਆ ਵੀ ਹੈ ਕਿ ਕਿਸੇ ਤੋਂ ਸੁਣਦੇ ਵੀ ਆ, ਕਹਿੰਦੇ ਭਗਤ ਸਿੰਘ ਹੋਰੀ ਜਿਹੜੇ ਨਾਸਤਿਕ ਸੀ, ਨਾਸਤਿਕ ਕਿਉਂ ਸੀ? ਦੇਖੋ ਉਹ ਵੀ ਇਹਦੇ ਵਿੱਚੋਂ ਹੀ, ਇਹ ਤੇ ਉਹਨਾਂ ਨੇ ਬੜਾ ਡਟ ਕੇ ਕਿਹਾ ਕਿ ਮੈਂ ਨਾਸਤਿਕ। ਬਿਲਕੁਲ, ਪਰ ਉਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਆ ਉਹ ਕਹਿੰਦੇ ਵੀ ਜਦੋਂ ਦਾ ਮੈਂ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਹੋਇਆ ਮੈਂ ਉਹਦੇ ਨਾਲ ਜ਼ਿੰਦਗੀ ਜੀਣਾ। ਬਿਲਕੁਲ, ਔਰ ਉਹ ਵਿਗਿਆਨਕ ਵਿਚਾਰਧਾਰਾ ਦਾ ਜਿਹੜਾ ਉੱਚ ਲੈਵਲ ਹੈ ਉਹ ਮਾਰਕਸਿਜ਼ਮ ਦੀ ਫਿਲਾਸਫੀਕਲ ਹੈ ਜੀ। ਐਕਚੁਅਲੀ ਮਾਰਕਸਿਜ਼ਮ ਦੇ ਦੋ ਪਾਰਟ ਨੇ, ਇੱਕ ਉਹ ਫਿਲਾਸਫੀ ਹੈ ਜਿਹੜੀ ਤੁਹਾਡੀ ਅੰਤਰ ਦਵੰਦਤਾ ਨੂੰ ਪਛਾਣਨ ਵਿੱਚ ਮਦਦ ਕਰਦੀ ਜੀ, ਔਰ ਉਹਦੇ 'ਚ ਅੱਜ ਕੱਲ੍ਹ ਪੂਰਾ ਕੈਪੀਟਲਿਸਟ ਵਰਲਡ ਵੀ ਕਹਿੰਦਾ ਕਿ ਵੀ ਇਹ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ ਜੀ। ਮਾਰਕਸ ਦੀ ਉਸ ਥਿਊਰੀ ਤੋਂ ਬਗੈਰ, ਜਿਹਨੂੰ ਡਾਇਲੈਕਟਿਕ ਮਟੀਰੀਅਲਿਜ਼ਮ ਕਹਿੰਦੇ ਅਸੀਂ, ਦਵੰਦ ਤੋਂ ਬਗੈਰ ਨਹੀਂ ਹੋ ਸਕਦਾ ਜੀ। ਤੋ ਇਹ ਇਸ ਕਰਕੇ ਮਤਲਬ ਇੱਕ ਤਾਂ ਉਹ ਆਸਪੈਕਟ ਹੈ। ਬਿਲਕੁਲ, ਮੈਂ ਵੀ ਲੱਭਿਆ ਕਿ ਭਗਤ ਸਿੰਘ ਇਹ ਵਿਗਿਆਨਕ ਜੀਵਨ ਕਿਵੇਂ ਜੀਆ ਜਾਂਦਾ ਜੀ, ਪਰ ਉਹਦੇ 'ਚ ਇਹੀ ਹੈ ਕਿ ਵੀ ਤੁਸੀਂ ਹਰ ਚੀਜ਼ ਨੂੰ ਉਹਦੇ ਬਗੈਰ ਉਹਦੇ ਜਿਹੜੇ ਜੜ ਤੇ ਸੱਟ ਮਾਰਦੇ ਹੋ ਜੇ। ਤੇ ਉਹਦੇ ਵਿੱਚੋਂ ਭਗਤ ਸਿੰਘ ਦਾ ਸੀਗਾ ਕਿ ਵੀ ਨੌਜਵਾਨ ਆਪਣੇ ਆਪ 'ਚ ਵਿਸ਼ਵਾਸ ਕਿਵੇਂ ਪੈਦਾ ਕਰੇ, ਜਿਹੜਾ ਉਹਦਾ ਨਾਸਤਿਕਤਾ ਦਾ ਅਸਲ ਮੂਲ ਹੈ। ਉਹਦੀ ਪੂਰਾ ਪੜ੍ਹੋ ਤੁਸੀਂ ਜੀ। ਉਹ ਕਹਿੰਦਾ ਵੀ ਜੇ ਤੁਸੀਂ ਸੰਕਟ ਹੈ, ਸੰਕਟ 'ਚ ਮੈਂ ਆਪਣੇ ਵਿਸ਼ਵਾਸ ਨਾਲ ਨਹੀਂ ਲੜੂੰਗਾ ਤੇ ਮੈਂ ਸੰਕਟ ਨੂੰ ਫੇਸ ਨਹੀਂ ਕਰ ਸਕਦਾ। ਬਿਲਕੁਲ, ਤੇ ਜੇ ਮੈਂ ਡੰਗੋਰੀ ਲੈ ਕੇ ਚੱਲ ਰਿਹਾ ਤੇ ਮੇਰਾ ਭਾਰ ਡੰਗੋਰੀ ਤੇ ਹੋ ਜੀ, ਮੇਰੀਆਂ ਲੱਤਾਂ ਕੰਬ ਜਾਣਗੀਆਂ। ਬਿਲਕੁਲ, ਤੋ ਇਸ ਕਰਕੇ ਡੰਗੋਰੀ ਨੂੰ ਛੱਡੋ। ਰੱਬ ਜਿਹੜਾ ਹੈ ਉਹ ਮਤਲਬ ਬੰਦੇ ਨੇ ਆਜ਼ਾਦ ਕੀਤਾ, ਤੁਹਾਨੂੰ ਡੰਗੋਰੀ ਫੜਾਈ ਹੋਈ ਹੈ। ਤੇ ਆਪਾਂ ਡੰਗੋਰੀ ਜਦੋਂ ਹੁਣ ਆਪਾਂ ਨੂੰ ਮੁਸ਼ਕਲ ਆਉਂਦੀ ਹੈ ਆਪਾਂ ਕਹਿੰਦੇ ਚਲੋ ਜੀ ਪ੍ਰਸਾਦ ਮਤਲਬ ਕਰ ਰਹੀ ਹੈ, ਉਹ ਮੈਂ ਆਪਣੀ ਕਮਜ਼ੋਰੀ ਨੂੰ ਪੱਕਿਆਂ ਕਰ ਰਿਹਾ। ਬਿਲਕੁਲ, ਬਜਾਏ ਠੀਕ ਹੈ ਜੋ ਆਪਣੇ ਆਪ ਦੀ ਸੰਤੁਸ਼ਟੀ। ਬਿਲਕੁਲ, ਆਪਣੇ ਆਪ ਨੂੰ ਮਜ਼ਬੂਤ ਕਰਨ ਦਾ। ਔਰ ਉਹ 'ਚ ਬਹੁਤ ਹੀ ਖੂਬਸੂਰਤ ਗੱਲ ਜਿਹੜੀ ਹੈ, ਕਿੱਥੋਂ ਮੈਂ ਸਮਝਦਾ ਕਿ ਉਹਦੀ ਜੜ ਹੈ
ਕਿ ਜਦੋਂ ਨਨਕਾਣਾ ਸਾਹਿਬ ਵਿੱਚ ਬਹੁਤ ਵੱਡਾ ਸਾਕਾ ਹੋਇਆ ਜਲਿਆਂਵਾਲੇ ਬਾਗ ਤੋਂ ਬਾਅਦ, ਐਕਚੁਅਲੀ ਅੰਗਰੇਜ਼ ਨੇ, ਮੈਂ ਕਿਹਾ ਇਹ ਵੀ ਪਾਲਿਸੀ ਸੀ ਕਿ ਤੁਸੀਂ ਹਿੰਦੁਸਤਾਨੀਆਂ ਕੋ ਇਦਾਂ ਦਾ ਕਰਾ ਦਿਓ ਕਿ ਲੋਕ ਭੁੱਲ ਜਾਣ ਕਿ ਜੀ ਇਹ ਤੇ ਮਾਰਨ ਮਰਾਉਣ ਚੱਲਦਾ ਹੀ ਰਹਿੰਦਾ। 139 ਸਿੱਖਾਂ ਨੂੰ ਮਰਵਾਇਆ ਜੀ ਅੰਗਰੇਜ਼ ਮਗਰ, ਉਹ ਮਤਲਬ ਪੂਰਾ ਡੀਸੀ ਮਗਰ ਸੀਗਾ। ਤੇ ਉਹ ਉਸ ਵੇਲੇ ਇਹ ਕਿ ਵੀ ਜਲਿਆਂਵਾਲੇ ਬਾਗ ਨੂੰ ਭੁੱਲ ਜਾਣਗੇ ਤੇ ਇੱਧਰ ਧਿਆਨ ਹੋਊ। ਪਰ ਭਗਤ ਸਿੰਘ ਉੱਥੇ ਗਏ, ਪਰ ਉਹਦੇ 'ਚ ਇੱਕ ਬਹੁਤ ਹੀ ਜਿਹੜਾ ਮਾਰਮਿਕ ਚਿੱਤਰ ਹੈ ਉਹ ਹੈ ਕਿ ਜਥੇਦਾਰ ਲਛਮਣ ਸਿੰਘ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਤਾਬਿਆਂ 'ਚ ਬੈਠੇ, ਉਹਦੇ 'ਚੋਂ ਸ਼ਬਦ ਪੜ੍ਹ ਰਹੇ ਨੇ, ਉਹਨਾਂ ਨੂੰ ਉੱਥੇ ਗੋਲੀ ਮਾਰੀ ਗਈ, ਦਰਬਾਰ ਸਾਹਿਬ ਦੀ ਤਾਬਿਆਂ 'ਚ ਮਾਰੀ ਗਈ। ਤਾਂ ਭਗਤ ਸਿੰਘ ਦੇ ਮਨ 'ਚ ਉਹ ਕਿਹਦਾ ਮਤਲਬ, ਉਹ ਕਹਿੰਦੇ ਵੀ ਇਹ ਜਿਹੜੇ ਮਹੰਤ ਨੇ ਇਹ ਸਾਨੂੰ ਪੜ੍ਹਨ ਨਹੀਂ ਦੇਣਾ ਚਾਹੁੰਦੇ, ਉਹ 'ਚੋਂ ਗਿਆਨ ਨਹੀਂ ਪ੍ਰਾਪਤ ਕਰਨਾ ਚਾਹੁੰਦੇ। ਔਰ ਉਹ ਜਿਹੜੀ ਉਤਸੁਕਤਾ ਸੀ ਭਗਤ ਸਿੰਘ ਉਹਨਾਂ ਨੂੰ ਬੀਬੀ ਜੀ ਨੇ ਦੱਸੀ, ਕਿਉਂਕਿ ਉਹਨਾਂ ਨੇ ਪੰਜਾਬੀ ਆਪ ਸਿੱਖੀ, ਜਿਹੜੀ ਉਹਨਾਂ ਦੀ ਪਹਿਲੀ ਮਤਲਬ ਚਿੱਠੀ ਹੈਗੀ ਪੰਜਾਬੀ 'ਚ ਆਪਣੀ ਚਾਚੀ ਜੀ ਦੇ ਨਾਂ, ਉਹ ਉਸ ਪੀਰੀਅਡ ਦੀ 22 ਦੀ ਹੈਗੀ। ਔਰ ਉਸ ਤੋਂ ਬਾਅਦ ਉਹ ਇੱਕ ਦਿਨ ਆਏ ਤੇ ਬੀਬੀ ਜੀ ਨੇ ਕਿਹਾ ਕਿ ਵੀ ਅਮਰੋ ਕੀ ਪੜ੍ਹ ਰਹੀ ਹੈ? ਉਹ ਕਹਿੰਦੇ ਮੈਂ ਤਾਂ ਅਜੇ 5 ਗ੍ਰੰਥ ਹੀ ਪੜ੍ਹ ਰਹੀ ਹਾਂ ਜੀ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹਾ ਜੀ, ਕਿ ਗ੍ਰੰਥ ਸਾਹਿਬ ਦੇ ਅੰਤ ਵਿੱਚ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ, ਉਹਦੇ ਵਿੱਚ ਇੱਕ ਆਖਰੀ ਦੋਹਰਾ ਹੈ ਜਿੱਥੇ ਜਾ ਕੇ ਐਕਚੁਅਲੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੁੰਦਾ ਜੀ। ਔਰ ਉਹ ਦੋਹਰਾ ਜਿਹੜਾ ਹੈ ਕਹਿੰਦੇ ਵੀ ਉਹ ਉਹਨਾਂ ਨੇ ਕਿਹਾ ਮੈਂ ਉਹ ਹਿਸਟੋਰੀਕਲੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਤਲਬ ਗੁਰੂ ਬਾਲ ਗੋਬਿੰਦ ਨੂੰ, ਕਿਉਂਕਿ ਉਦੋਂ 10 ਸਾਲ ਦੇ ਸੀਗੇ ਜੀ, ਉਹਨਾਂ ਨੂੰ ਗੁਰਮੰਤਰ ਭੇਜਿਆ ਸੀ। ਉਹਦੀ ਤੀਜੀ ਲਾਈਨ 'ਚ ਆਉਂਦਾ ਵੀ ਹੈ ਕਿ ਵੀ ਇਹ ਗੁਰਮੰਤਰ ਹੈ, ਜੇ ਸਮਝ ਜਾਓਗੇ ਫਿਰ ਤੁਸੀਂ ਅੱਗੇ ਚੱਲ ਸਕਦੇ ਜੀ। ਉਹ ਹੈਗਾ ਕਿ ਬਲ ਛੁੱਟ ਕੇ ਉਹ ਬੰਧਨ ਪੜੇ, ਕਿਛੂ ਨਾ ਹੋ ਤੋ ਪਾਏ, ਕਹੇ ਨਾਨਕ ਹਰੀ ਕੇ ਹਾਥ ਮੇ ਜੈਸੇ ਗਜ ਕੋ ਹੋਏ ਸਹਾਏ। ਕਿ ਵੀ ਜੇ ਤੁਸੀਂ ਬਲਹੀਨ ਹੋ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਔਰ ਉਹ ਹਮੇਸ਼ਾ ਦ੍ਰਿਸ਼ਟਾਂਤ ਉਹਦਾ ਜਿਹੜਾ ਇੱਕ ਪੁਰਾਣੀ ਕਹਾਣੀ ਵਿੱਚ ਕਿ ਜਿੱਥੇ ਹਾਥੀ ਤੇ ਮਗਰਮੱਛ ਦੀ ਲੜਾਈ ਦਾ ਚਿੱਤਰ ਵੀ ਬਣਿਆ ਹੁੰਦਾ ਵੀ ਉਹ ਜਿਨ੍ਹਾਂ 'ਚ ਸਾਥੀ ਕਹਿੰਦੇ ਉਹਨਾਂ ਨੂੰ ਆਸ ਸੀ ਛੁੱਟ ਜੂ, ਉਹਨਾਂ ਚਿਰ ਉੱਥੇ ਰਹੇ, ਬਾਕੀ ਛੱਡ ਗਏ ਜੀ। ਤੇ ਇਸ ਕਰਕੇ ਫਿਰ ਜੇ ਤੁਸੀਂ ਬਲਹੀਨ ਹੋ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ, ਫਿਰ ਤੇ ਤੁਸੀਂ ਅਰਦਾਸ ਹੀ ਕਰ ਸਕਦੇ ਹੋ ਜੀ, ਤੇ ਅਰਦਾਸ ਆਪਣੇ ਆਪ ਕੁਝ ਨਹੀਂ ਕਰਦੀ ਜੀ। ਬਿਲਕੁਲ, ਉਹਦਾ ਜਵਾਬ ਜਿਹੜਾ ਉਹ ਬਹੁਤ ਕਮਾਲ ਹੈ ਕਿ ਬਲ ਹੁਆ ਬੰਧਨ ਛੂਟੇ ਸਭ ਕੁਝ ਹੋ ਤਾਂ ਪਾਏ, ਨਾਨਕ ਤੁਮਰੇ ਹੱਥ ਮੇ ਤੁਮ ਹੀ ਹੋਏ ਸਹਾय। ਬਿਲਕੁਲ, ਕਿ ਨਾਨਕ ਦਾ ਉਪਦੇਸ਼ ਹੈ ਕਿ ਤੂੰ ਆਪਣਾ ਸਹਾਰਾ, ਤੂੰ ਹੀ ਸਹਾਈ ਬਣਨਾ ਜੇ ਬਲਵਾਨ ਹੋਏਗਾ। ਬਿਲਕੁਲ, ਤੂੰ ਭਗਤ ਸਿੰਘ ਕਹਿੰਦੇ ਕਿ ਜ਼ਿੰਦਗੀ ਦਾ ਅਸਲ ਕਾਰਨ ਤੇ ਹੈ ਨਾ, ਇਹ ਜਿਹੜੇ ਹੋਰ ਦਵੰਦਾਂ ਪਾਈਆਂ ਹੋਈਆਂ ਨਹੀਂ ਹੈ ਕਿ ਨਿਰਬਲਤਾ ਨੂੰ ਦੂਰ ਕਰਨਾ, ਬਲਵਾਨ ਬਣਨਾ। ਬਿਲਕੁਲ, ਇਸੇ ਕਰਕੇ ਉਹ ਨੌਜਵਾਨਾਂ ਦੀ ਨਿਰਬਲਤਾ ਨੂੰ ਦੂਰ ਕਰਦੇ ਔਰ ਉਹਨਾਂ ਨੂੰ ਲੱਗਾ ਕਿ ਜਿਹੜਾ ਇਹ ਰੱਬ ਦਾ ਸੰਕਲਪ ਹੈ ਇਹ ਬੰਦੇ ਨੂੰ ਦੁਰਬਲ ਕਰਦਾ ਹੈ। ਬਿਲਕੁਲ, ਤੋ ਆਪਣੇ 'ਚ ਜੇ ਵਿਗਿਆਨਕ ਯੁੱਗ ਵਿੱਚ ਤੁਹਾਨੂੰ ਆਪਣੇ ਆਪ 'ਚ ਯਕੀਨ ਲਈ ਦਲੀਲ ਤੇ ਖੜਾ ਹੋਣਾ ਪਏਗਾ। ਤਾਂ ਹੀ ਉਹਨਾਂ ਨੇ ਕਿਹਾ ਕਿ ਹਰ ਚੀਜ਼ ਨੂੰ ਮਤਲਬ ਉਹਦੇ ਵਿੱਚ ਹੀ ਹੁੰਦਾ ਕਿ ਹਰ ਚੀਜ਼ ਨੂੰ ਤਰਕ ਨਾ ਦੇਖੋ ਔਰ ਚੈਲੰਜ ਕਰੋ। ਇਨਕਲਾਬੀ ਹੋਣ ਦਾ ਮਤਲਬ ਇਹ ਹੈ ਕਿ ਕਿਸੇ ਚੀਜ਼ ਨੂੰ ਜਸਟ ਐਜ਼ ਸੱਚ ਐਕਸੈਪਟ ਨਹੀਂ ਕਰਨਾ ਜੀ, ਉਹਨੂੰ ਚੈਲੰਜ ਕਰੋ, ਫਿਰ ਉਹਨੂੰ ਦਲੀਲ ਤੇ ਪਰਖ ਕੇ ਲਓ। ਤਾਂ ਉਹ ਜਿਹੜੀ ਨਾਸਤਿਕਤਾਵਾਦ ਹੈ ਉਹਦਾ, ਉਹ ਆਪਣੇ ਆਪ ਵਿੱਚ ਯਕੀਨ ਕਰਨ ਦਾ ਇੱਕ ਤਰੀਕਾ ਹੈ ਜਿਹੜਾ ਵਿਗਿਆਨਕ ਤਰੀਕਾ ਹੈ ਜੀ। ਕਿਉਂਕਿ ਰੱਬ ਦੇ ਸੰਕਲਪ ਉੱਤੇ ਤੇ ਮਤਲਬ ਬਹੁਤ ਕੁਝ ਆ ਗਿਆ ਹੁਣ। ਬਿਲਕੁਲ, ਵਿਗਿਆਨ ਨੇ ਵੀ ਜਾਂ ਉਹਨਾਂ ਨੇ ਵੀ, ਕਿਉਂਕਿ ਉਹਦਾ ਜਿੱਦਾਂ ਕੁਦਰਤ ਹੈ ਜੀ, ਕੁਦਰਤ। ਔਰ ਇਹ ਵੀ ਗੱਲ ਹੈ ਕਿ ਗੁਰੂ ਨਾਨਕ ਨੇ ਤੇ ਕਿਹਾ ਸੀ ਵੀ ਗੁਰ ਪਛਾਣੋ, ਅਸੀਂ ਉਹਨੂੰ ਗੁਰੂ ਬਣਾਤਾ। ਬਿਲਕੁਲ, ਹੁਣ ਗੁਰ ਤੇ ਗੁਰੂ 'ਚ ਕੀ ਫਰਕ ਹੈ? ਗੁਰੂ ਦਾ ਹੈ ਕਿ ਤੁਸੀਂ ਮੈਂ ਤੁਹਾਡਾ ਗੁਰੂ ਬਣਾ ਲਿਆ ਤੁਸੀਂ ਮੈਨੂੰ, ਤੇ ਮੈਂ ਤੁਹਾਨੂੰ ਗੱਲ ਦੱਸੀ, ਤੁਸੀਂ ਓਨੀ ਕੁ ਸਿੱਖ ਕੇ ਚਲੇ ਗਏ, ਲੇਕਿਨ ਆਪਣੇ ਆਪ ਨਹੀਂ ਸੋਚਿਆ। ਬਿਲਕੁਲ, ਜੇ ਮੈਂ ਤੁਹਾਨੂੰ ਗੁਰ ਦੱਸ ਦਿਆਂ ਕਿ ਭਾਈ ਆਹ ਗੁਰ ਹੈ, ਫਿਰ ਤੁਸੀਂ ਆਪਣੇ ਜੋਗੇ ਹੋ ਗਏ, ਆਪਣੇ ਪੈਰਾਂ 'ਤੇ ਹੋ ਗਏ। ਇਹ ਸਾਡਾ ਇੱਕ ਮੈਥਮੈਟਿਕਸ ਦਾ ਟੀਚਰ ਆਉਂਦਾ ਹੁੰਦਾ ਸੀ, ਟੀਚਰ ਦਾ ਫਾਦਰ ਸੀ ਐਕਚੁਅਲੀ, ਬਜ਼ੁਰਗ। ਉਹਨੂੰ ਸ਼ੌਕ ਸੀਗਾ, ਉਹਦਾ ਪਹਿਲਾ ਸੈਂਟੈਂਸ ਹੁੰਦਾ ਵੀ ਕਾਕਾ ਜੇ ਗੁਰ ਸਮਝ ਲਿਆ ਤੇ ਹਰ ਸਵਾਲ ਕੱਢ ਸਕੋਗੇ। ਤੇ ਮੇਰੇ ਮਨ 'ਚ ਉਹ ਗੁਰ ਸੀ। ਔਰ ਉਹ ਵਾਕਿਆ ਹੀ ਹੈ ਕਿ ਤੁਸੀਂ ਗੁਰੂ ਨਾਨਕ ਨੇ ਵੀ ਗੁਰ ਦੀ ਗੱਲ ਕੀਤੀ ਹੈ। ਬਿਲਕੁਲ, ਮਤਲਬ ਗੁਰੂ ਉਹ ਕਹਿੰਦੇ ਨੇ ਕਿ ਜਿੱਥੇ ਤੁਹਾਡੇ ਮਤਲਬ ਸਤਸੰਗ ਵਿੱਚ ਤੁਹਾਨੂੰ ਗੁਰ ਪਛਾਣਨ ਦਾ ਮੌਕਾ ਮਿਲੇਗਾ। ਗੁਰੂ ਉਹ ਹੈ ਜਿਹਦੀ ਜ਼ਿੰਦਗੀ ਤੋਂ ਤੁਸੀਂ ਦੇਖ ਸਕੋਗੇ ਗੁਰ ਨੂੰ ਜੀਣਾ ਕਿਵੇਂ ਹੈ। ਬਿਲਕੁਲ, ਤੋ ਇਹ ਇਸ ਕਰਕੇ ਜਿਹੜੀ ਉਹ ਨਾਸਤਿਕਤਾ ਹੈ ਭਗਤ ਸਿੰਘ ਦੀ, ਉਹ ਐਕਚੁਅਲੀ ਮੈਂ ਸਮਝਦਾ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰਨ ਦਾ
ਅੱਜ ਦਾ ਤਰੀਕਾ ਹੈ ਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ, ਜਦੋਂ ਸ਼ਹੀਦੀ ਦਿਹਾੜਾ ਆਉਂਦਾ, ਜਦੋਂ ਜਨਮ ਦਿਨ ਆਉਂਦਾ, ਉਦੋਂ ਨੌਜਵਾਨਾਂ ਵੱਲੋਂ ਜਿਹੜੀਆਂ ਨੇ ਪੱਗਾਂ ਬੰਨ੍ਹਣੀਆਂ ਜਾਂਦੀਆਂ, ਪੱਗਾਂ ਬੰਨ੍ਹ ਕੇ ਨਾਅਰੇ ਲਗਾ ਦਿੱਤੇ ਜਾਂਦੇ ਨੇ, ਹੈ ਨਾ, ਨਾਅਰੇ ਲਗਾਏ ਜਾਂਦੇ ਨੇ। ਠੀਕ ਆ, ਭਗਤ ਸਿੰਘ ਦੀ ਆਖਿਆ ਜਾਂਦਾ ਕਿ ਸੋਚ ਤੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕੀ ਲੱਗਦਾ ਪ੍ਰੋਫੈਸਰ ਸਾਹਿਬ ਕਿ ਭਗਤ ਸਿੰਘ ਦੀ ਸੋਚ ਤੇ ਅੱਜ ਦੀ ਨੌਜਵਾਨੀ ਜਿਹੜੀ ਹੈ ਪਹਿਰਾ ਦੇ ਰਹੀ ਹੈ? ਦੇਖੋ, ਮਤਲਬ ਕਿ ਚੰਦ ਨੌਜਵਾਨ ਤੇ ਕਰਦੇ ਨੇ, ਹਾਂ, ਲੇਕਿਨ ਉਹ ਫੈਸ਼ਨ ਬਣਦਾ ਹੈ। ਹਾਂ, ਫੈਸ਼ਨ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀ ਤੁਸੀਂ ਫੋਟੋ ਜਿਹੜੀ ਹੈ ਨਾ ਆਪਣੀ ਮਤਲਬ ਕਾਰ ਦੇ ਮਗਰਲੇ ਬੰਨੇ ਲਾਈ ਹੋਈ ਹੈ, ਉਹਨੂੰ ਸਾਹਮਣੇ ਲਾ ਕੇ ਰੱਖੋ। ਬਿਲਕੁਲ, ਗੱਲ ਕਰੋ ਨਾ, ਅੱਖ ਨਾਲ ਅੱਖ ਪਾ ਕੇ ਗੱਲ ਕਰੋ। ਮੈਂ ਹਰ ਰੋਜ਼ ਭਗਤ ਸਿੰਘ ਨਾਲ ਗੱਲ ਕਰਦਾ, ਪਰ ਮੈਨੂੰ ਨਵੀਂ ਚੀਜ਼ ਉਹਦੇ ਵਿੱਚੋਂ ਹੀ, ਚਾਹੇ ਉਹ ਮੈਂ ਸਾਰੀਆਂ ਰਾਈਟਿੰਗਸ ਉਹਨਾਂ ਦੀ ਇਕੱਠੀਆਂ ਕੀਤੀਆਂ, ਠੀਕ ਹੈ। ਜਦੋਂ ਤੁਸੀਂ ਦੁਬਾਰਾ ਪੜ੍ਹਦੇ ਹੋ ਫਿਰ ਤੁਹਾਨੂੰ ਉਹਨੇ 'ਚ ਤੁਹਾਡੇ ਮਨ 'ਚ ਸਵਾਲ ਕੀ ਹੈ, ਕਿਉਂਕਿ ਸਾਡੇ ਇੱਕ ਸਮਝਣ ਦੀ ਪ੍ਰਕਿਰਿਆ ਹੈ ਕਿ ਮੇਰੇ ਮਨ 'ਚ ਕੀ ਸਵਾਲ ਹੈ, ਤਾਂ ਮੈਂ ਉਹਦੇ ਵਿੱਚੋਂ ਮੈਨੂੰ ਉਹ ਚੀਜ਼ ਦਾ ਜਵਾਬ ਮਿਲਦਾ ਹੈ। ਜੇ ਮੈਂ ਸਵਾਲ ਹੀ ਨਹੀਂ ਕੀਤਾ ਤਾਂ ਫਿਰ ਮੈਨੂੰ ਜਵਾਬ ਨਹੀਂ ਮਿਲਦਾ। ਤਾਂ ਉਹ ਜਿਹੜਾ ਹੈ ਕਿ ਇੱਕ ਫੈਸ਼ਨ ਜ਼ਰੂਰ ਬਣਿਆ, ਔਰ ਉਹਦਾ ਕਾਰਨ ਹੈ ਜੀ ਕਿ ਭਗਤ ਸਿੰਘ ਸੰਕਟ ਦੇ ਵੇਲੇ ਤੁਹਾਡਾ ਸਹਾਰਾ ਹੈ। ਬਿਲਕੁਲ, ਉਹ ਅਸੀਂ ਉਹ 'ਚੋਂ ਸਹਾਰਾ ਲੱਭ ਰਹੇ ਹਾਂ। ਬਿਲਕੁਲ, ਲੇਕਿਨ ਹੈ ਕਿ ਅਸੀਂ ਪੱਗ ਦੇ ਹੇਠਾਂ ਨਹੀਂ ਨਾ ਕਰ ਰਹੇ, ਮਤਲਬ ਜਜ਼ਬਾਤਾਂ 'ਚ। ਇਹ ਭਗਤ ਸਿੰਘ ਦੀ ਮੈਂ ਸਮਝਦਾ ਕਈ ਵਾਰ ਕਰਤਾਰ ਸਿੰਘ ਸਰਾਭਾ ਵੀ ਭਗਤ ਸਿੰਘ ਰਾਹੀਂ, ਕਰਤਾਰ ਸਿੰਘ ਸਰਾਭਾ ਵੀ ਸਾਡੇ ਜਜ਼ਬਾਤਾਂ ਦਾ ਹਿੱਸਾ ਬਣ ਰਿਹਾ, ਵਿਸ਼ਨੂੰ ਗਣੇਸ਼ ਪਿੰਗਲੇ ਵੀ ਬਣੇਗਾ ਕੱਲ੍ਹ ਨੂੰ। ਲੇਕਿਨ ਉਹਨੂੰ ਸਮਝਦਾਰੀ ਤੱਕ ਲੈ ਕੇ ਜਾਣਾ ਜੀ। ਮਤਲਬ ਵੀ ਉਹਨਾਂ ਨੇ ਉਹ ਜਿਹੜੀ ਅੱਜ ਆਪਾਂ ਰਮਜ਼ਾਨ ਦੀ ਗੱਲ ਕਰ ਰਹੇ ਸੀ, ਜੇ ਆਪਾਂ ਉਹ ਰਮਜ਼ਾਨ ਸਮਝਾਂਗੇ ਜੀ ਤੇ ਫਿਰ, ਪਰ ਇਹ ਜ਼ਰੂਰ ਹੈ ਕਿ ਉਦੋਂ ਵੀ ਜਦੋਂ ਸੰਕਟ ਆਉਂਦਾ ਹੈ ਉਹ ਕਿਸੇ ਨੇ ਹੱਲ ਨਹੀਂ ਕਰਨਾ ਹੁੰਦਾ ਜੀ, ਉਹ ਨੌਜਵਾਨਾਂ ਨੇ ਕਰਨਾ ਹੁੰਦਾ ਜੀ। ਔਰ ਮੈਂ ਬੰਦੀ ਜੀਵਨ ਪੜ੍ਹ ਰਿਹਾ ਸੀ ਸਚਿੰਦਰ ਨਾਥ ਸਾਨਿਆਲ ਹੋਣਾ ਦਾ, ਉਹ ਕਹਿੰਦਾ ਮੈਂ ਇਸ ਕਰਕੇ ਲਿਖ ਰਿਹਾ ਕਿ ਜਿਹੜੀਆਂ ਜੇ ਮੈਂ ਗਲਤੀਆਂ ਅੱਜ ਛੁਪਾ ਲਈਆਂ ਤੇ ਤੁਸੀਂ ਉਹੀ ਗਲਤੀਆਂ ਦੁਬਾਰਾ ਕਰੋਗੇ। ਹਾਂ, ਬਿਲਕੁਲ, ਮਤਲਬ ਉਹਦੇ 'ਚ ਦੋਨੋਂ ਪੱਖ ਉਹਦੇ ਕਿ ਕਿਹੜਾ ਉਹਦਾ ਹੁਣ ਜਿੱਦਾਂ ਮਤਲਬ ਕਿ ਅਜੀਤ ਸਿੰਘ ਉਹਨਾਂ ਦੀ ਮੂਵਮੈਂਟ ਦਾ ਜਿਹੜਾ ਪੀਸਫੁਲ ਤਰੀਕੇ ਨਾਲ ਮਤਲਬ ਕਰਨਾ, ਉਹਦੀ ਕਿੰਨੀ ਸਟਰੈਂਥ ਹੈ। ਮਤਲਬ ਉਹ ਅੱਜ ਆਪਣੀ ਪੂਰੀ ਕਿਸਾਨ ਮੂਵਮੈਂਟ ਜਿਹੜੀ ਹੈ ਉਹਨੂੰ ਜੀ ਰਹੀ ਸਾਲ ਭਰ। ਔਰ ਇਹ ਜਿਹੜਾ ਅਕੀਦਾ ਹੈ, ਔਰ ਉਹ ਹੈ ਕਿ ਵੀ ਉਹਨਾਂ ਨੂੰ ਮਤਲਬ ਇਹ ਉਕਸਾਉਣ, ਜੇ ਤੁਸੀਂ ਥੋੜ੍ਹਾ ਬਹੁਤ ਵੀ ਕਰੋ, ਕਈ ਚੀਜ਼ਾਂ ਉਹਨਾਂ ਨੇ ਉਕਸਾਉਣ ਵਾਸਤੇ ਕੀਤੀਆਂ, ਕਈ ਮਤਲਬ ਜਿਹੜੀਆਂ ਗੈਰ ਇਨਸਾਨੀ ਚੀਜ਼ਾਂ ਵੀ ਕਰਵਾਈਆਂ ਉਹਨਾਂ ਨੇ, ਲੇਕਿਨ ਉਹਨੂੰ ਸਾਰੀ ਨੂੰ ਮਤਲਬ ਜਿਹੜੀ ਹੈ ਤੁਹਾਡੀ ਪੀਸਫੁਲ ਤੇ ਡਿਮਾਂਡ ਮਤਲਬ ਬੜੀ ਜਾਇਜ਼ ਹੈ, ਕਿਉਂਕਿ ਜ਼ਿੰਦਗੀ ਦੀ ਡਿਮਾਂਡ ਹੈ, ਹਰ ਬੰਦੇ ਦੇ ਖਾਣ ਨੂੰ ਬਚਾਉਣ ਦੀ ਡਿਮਾਂਡ ਹੈ। ਬਿਲਕੁਲ। ਔਰ ਦੂਜੇ ਬੰਨੇ ਹੈਗਾ ਕਿ ਤੁਸੀਂ ਕਹਿੰਦੇ ਵੀ ਅਸੀਂ ਹਰ ਚੀਜ਼ ਸਹਿਣ ਨੂੰ ਤਿਆਰ ਹਾਂ। ਜਿੱਦਾਂ ਉਹ ਜਲਿਆਂਵਾਲੇ ਬਾਗ 'ਤੇ ਗਜ਼ਲ ਸੀ, ਭਗਤ ਸਿੰਘ ਉਹਨਾਂ ਨੇ ਆਪਣੇ ਛੋਟੇ ਭਰਾ ਨੂੰ ਉਹਦਾ ਇੱਕ ਸ਼ੇਰ ਲਿਖਿਆ ਸੀ ਕਿ ਉਸੇ ਫਿਕਰ ਹੈ ਹਰਦਮ ਕਿ ਨया ਤਰਜ਼ੇ ਜਫਾ ਕਿਆ, ਕਿ ਉਹ ਦੁਸ਼ਮਣ ਨੂੰ ਫਿਕਰ ਹੈ ਕਿ ਮੈਨੂੰ ਹੋਰ ਕਿਵੇਂ ਤੰਗ ਕਰ ਸਕਦਾ। ਹਮੇं ਸ਼ੌਕ ਹੈ ਕਿ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ। ਸੋ ਉਹ ਜਿਹੜੀ ਸਪਿਰਿਟ ਹੈ ਨਾ ਜੀ, ਔਰ ਉਹਦੇ 'ਚ ਹੀ ਉਹਨਾਂ ਦਾ ਜਿਹੜਾ ਇੱਕ ਹੋਰ ਸ਼ੇਰ ਉਹਨਾਂ ਨੇ ਇਕਬਾਲ ਦੀ ਗਜ਼ਲ ਤੋਂ ਲਿਆ ਸੀ कि मेरी हवा में रहेंगी ख्याल की बिजलियाँ, ये मुझते खाक है फानी ਰਹੇ ਰਹੇ ਜਾਂ ਨਾ ਰਹੇ, ਕਿ ਮੇਰੇ ਬਾਅਦ ਵਿੱਚ ਮੇਰੇ ਵਿਚਾਰਾਂ ਦਾ ਜਿਹੜਾ ਉਹ ਤੁਹਾਨੂੰ ਰਾਹ ਦਿਖਾਏਗਾ ਬਿਜਲੀਆਂ ਦੀ ਤਰ੍ਹਾਂ। ਜਾਂ ਉਹਨਾਂ ਦੀ ਜਿਹੜੀ ਹੁਣ ਭੁੱਖ ਹੜਤਾਲ ਤੋਂ ਬਾਅਦ ਮੈਂ ਸਮਝਦਾ ਕਿ ਸਭ ਤੋਂ ਵੱਡੀ ਕੰਮ ਹੁਣ ਭੁੱਖ ਹੜਤਾਲ ਲੋਕੀ ਆਪਣੀਆਂ ਸਹੂਲਤਾਂ ਲਈ ਮੰਗਦੇ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਨੌਜਵਾਨ ਹਾਂ, ਮੇਰੇ ਸਾਥੀ ਨੌਜਵਾਨ ਨੇ, ਜੇ ਇਹਨਾਂ ਨੂੰ ਪੜ੍ਹਨ ਲਿਖਣ ਦਾ ਹੱਕ ਨਾ ਮਿਲਿਆ ਇਹ ਤੇ ਬੇਵਕੂਫ ਬਣ ਕੇ ਨਿਕਲਣਗੇ। ਬਿਲਕੁਲ। ਇਹ ਕੱਲ੍ਹ ਦੇ ਸਮਾਜ 'ਚ ਕਿਵੇਂ ਹਿੱਸਾ ਪਾਉਣਗੇ, ਇਸ ਕਰਕੇ ਸਾਨੂੰ ਪੜ੍ਹਨ ਲਿਖਣ ਦਾ ਹੱਕ। ਬਿਲਕੁਲ। ਔਰ ਉਹਦਾ ਜਿਹੜੀ ਜਿੱਤ ਹੈ ਉਹਨਾਂ ਦੀ ਜੇਲ੍ਹ ਨੋਟਬੁੱਕ ਹੈ। ਹਾਂ। ਔਰ ਉਹਦੇ ਪਹਿਲਾ ਹੀ ਸ਼ੇਰ ਉਹਨਾਂ ਨੇ ਲਿਖਿਆ ਸੀ ਕਿ ਕੁर्रे खाक है गर्दिश में तपिश से मेरी, ਕਿ ਮੇਰੇ ਅੰਦਰ ਉਹ ਗਰਮੀ ਹੈ ਜਿਹੜੀ ਹਰ ਕਿਣਕੇ ਵਿੱਚ ਹੈ, ਜਿਹਨੂੰ ਆਪਾਂ ਅੱਜ ਕੱਲ੍ਹ ਐਟੋਮਿਕ ਐਨਰਜੀ ਜੀ, ਕਿ ਵੀ ਉਹ ਮੇਰੇ 'ਚ ਹੈ। कुर्रे खाक है गर्दिश में तपिश से मेरी, मैं वो मजनू हूँ जो जिंदा में भी आज़ाद रहा, ਕਿ ਮੇਰੇ ਵਿੱਚ ਉਹ ਦੀਵਾਨਗੀ ਹੈ ਕਿ ਮੈਂ ਜੇਲ੍ਹ ਵਿੱਚ ਵੀ ਆਜ਼ਾਦ ਹਾਂ। ਤਾਂ ਇਹ ਜਿਹੜਾ ਅਵਸਥਾ ਹੈ ਇਹ ਮਤਲਬ ਇਸੇ ਤਰ੍ਹਾਂ ਹੀ ਉਹਨਾਂ ਨੇ ਅੰਗਰੇਜ਼ੀ 'ਚ ਇੱਕ ਲਿਖਿਆ ਸੀ, ਮਾਈ ਸਟਰੈਂਥ ਇਜ਼ ਦ ਸਟਰੈਂਥ ਆਫ ਦ ਅਪਰੈਸਡ, ਕਿ ਉਹ ਜਿਹੜਾ ਆਦਮੀ ਬਹੁਤ ਦਬਾਇਆ ਜਾਂਦਾ ਨਾ, ਜਿਹਨੂੰ ਆਪਾਂ ਬਫਰੀ ਬਿੱਲੀ ਕਹਿੰਦੇ ਹਾਂ, ਕਿ ਜਿੰਨੇ ਜੋਸ਼ ਨਾਲ ਫਿਰ ਉਹ ਉੱਠਦਾ ਹੈ, ਮਤਲਬ ਉਹ ਮੇਰੇ ਅੰਦਰ ਮਾਈ ਸਟਰੈਂਥ ਇਜ਼ ਦ ਸਟਰੈਂਥ ਆਫ ਦ ਅਪਰੈਸਡ, ਮਾਈ ਕਰੇਜ ਇਜ਼ ਦ ਕਰੇਜ ਆਫ ਡੈਸਪਰੇਸ਼ਨ, ਕਿ ਜਦੋਂ ਤੁਹਾਨੂੰ ਸਾਰੀਆਂ ਆਸਾਂ ਛੱਡ ਕੇ ਤੁਸੀਂ ਫਿਰ ਲੜਦੇ ਹੋ, ਉਹਦੇ ਵਰਗੀ ਮਤਲਬ ਹੌਸਲਾ ਕੋਈ ਨਹੀਂ ਹੁੰਦਾ। ਤਾਂ ਇਹ ਚੀਜ਼ਾਂ ਮਤਲਬ ਜਿਹੜੀਆਂ ਨੇ ਇਹੀ ਅੱਜ, ਔਰ ਇਹਦਾ ਜਿਹੜਾ ਲਾਸਟ ਇਹੀ ਹੈ ਕਿ ਵੀ ਇਹ ਜਦੋਂ ਸੰਕਟ ਆਉਂਦਾ ਹੈ ਜੀ, ਉਹ ਸੰਕਟ ਵਿੱਚ ਨਵੇਂ ਤਰੀਕੇ ਨਾਲ ਸੋਚਣ ਦੀ ਕਾਬਲੀਅਤ
ਸਿਰਫ ਨੌਜਵਾਨਾਂ 'ਚ ਹੁੰਦੀ ਹੈ ਜੀ। ਅੱਛਾ, ਇੱਕ ਹੋਰ ਵੀ ਆਖਦੇ ਕਿ ਕਹਿੰਦੇ ਨੌਜਵਾਨ ਜਿਹੜੇ ਭਗਤ ਸਿੰਘ ਸੀ ਆਖਰੀ ਵਾਰੀ ਪੰਨਾ ਮੋੜ ਕੇ ਗਏ ਸੀ, ਨਹੀਂ ਉਹ ਹੈ ਨਾ, ਤੇ ਆਖਦੇ ਕਿ ਮੇਰੀ ਪਾਸ਼ ਨੇ ਉਹਨੂੰ ਕਾਮਯਾਬੀ ਤਰੀਕੇ ਨਾਲ ਕਿਹਾ, ਔਰ ਉਹਦਾ ਕਹਿਣ ਦਾ ਮਤਲਬ ਇਹ ਸੀ ਜੀ ਕਿ ਵੀ ਭਗਤ ਸਿੰਘ, ਦੇਖੋ ਮੈਂ ਜਿੱਦਾਂ ਉਹ ਕਹਿ ਰਿਹਾ, ਭਗਤ ਸਿੰਘ ਬਹੁਤ ਕੌਨਸ਼ੀਅਸ ਹੈ ਜੀ ਕਿ ਮੇਰੇ ਤੋਂ ਬਾਅਦ ਚੀਜ਼ਾਂ ਕਿਹੜੀਆਂ, ਉਹ ਤੁਸੀਂ ਵੀ ਜਿਹੜਾ ਮੈਂ ਲਾਸਟ ਕਰ ਰਿਹਾ ਇਹਦੀ ਗੱਲ ਚਰਚਾ ਜ਼ਿਆਦਾ ਹੋਣੀ, ਹਾਂ ਬਿਲਕੁਲ, ਔਰ ਇਸ ਕਰਕੇ ਉਹ ਕਿਤਾਬ ਵੀ ਲੱਭੀ ਅਸੀਂ। ਅੱਛਾ ਜੀ। ਉਹ ਕਿਤਾਬ ਉਹ ਤੋਂ ਪਹਿਲਾਂ ਉਹਨਾਂ ਨੇ 2 ਫਰਵਰੀ ਨੂੰ ਲਿਖਿਆ ਵੀ ਜੀ, ਮਤਲਬ ਇੱਕ ਹਿੰਟ ਦਿੱਤਾ ਉਹਨਾਂ ਨੇ ਕਿ ਜੇ ਤੁਸੀਂ ਕਾਮਯਾਬੀ ਨੂੰ ਪਾਉਣਾ ਹੈ ਜੀ ਤੇ ਲੈਨਨ ਦੀ ਵਰਕਸ ਤੇ ਲਾਈਫ ਜੀ ਦੋਨਾਂ ਤੋਂ ਸਿੱਖੋ। ਜੀ, ਆਪਾਂ ਕਈ ਵਾਰੀ ਕਿਤਾਬ ਪੜ੍ਹ ਲੈਂਦੇ ਹਾਂ, ਲੇਕਿਨ ਉਹਨੇ ਉਹਨਾਂ ਨੂੰ ਕਿਵੇਂ ਅਪਣਾਇਆ, ਉਹਦੀ ਜ਼ਿੰਦਗੀ, ਉਹ ਦੋਨੋਂ ਲਾਈਫ ਐਂਡ ਵਰਕਸ, ਬਿਲਕੁਲ ਇਹ 2 ਫਰਵਰੀ ਨੂੰ ਇਹ ਲਿਖ ਦਿੱਤਾ ਸੀ ਉਹਨਾਂ ਨੇ ਜੀ। ਫਿਰ ਉਸੇ ਵੇਲੇ ਕਿਤਾਬ ਕਲਾਰਾ ਜੈਟਕਨ ਦੀ ਆਈ, ਰੈਮਿਨਿਸੈਂਸਸ ਆਫ ਲੈਨਨ ਜੀ, ਕਿਉਂਕਿ ਕਲਾਰਾ ਜੈਟਕਨ ਇੱਕ ਇਨਕਲਾਬੀ ਲੇਡੀ ਸੀ ਜਰਮਨ ਦੀ, ਉਹ ਜਾ ਕੇ ਲੈਨਨ ਦੇ ਘਰ ਰਹੀ, ਉਹਦੇ ਨਾਲ ਗੱਲਾਂ ਕੀਤੀਆਂ ਉਹਨੇ, ਉਹ ਸਾਰੀ ਚਰਚਾ, ਉਹ ਕਿਤਾਬ 1924 ਚ ਛਪੀ ਸੀ ਜੀ। 28-29 ਚ ਉਹਦਾ ਰਿਵਿਊ ਆਇਆ ਜੀ, ਤਾਂ ਭਗਤ ਸਿੰਘ ਲਗਾਤਾਰ ਉਹਦੀ ਇੰਤਜ਼ਾਰ ਕਰ ਰਹੇ। ਹੁਣ ਉਹ ਸਿੰਬਲਾਈਜ਼ ਕਰਦੇ ਨੇ, ਜਿੱਦਾਂ ਹੁਣ ਤੁਸੀਂ ਦੇਖੋ ਨਾ, ਉਹ ਜਦੋਂ ਅਸੈਂਬਲੀ 'ਚ ਜਾਂਦੇ ਨੇ ਉਦੋਂ ਸਿੰਬਲ ਕੀ ਯੂਜ਼ ਕੀਤੇ ਉਹਨਾਂ ਨੇ, ਅਮਰੀਕਨ, ਬਿਲਕੁਲ ਅਮਰੀਕਨ ਪਿਸਟਲ ਹੈ ਉਹਨਾਂ ਕੋਲ, ਬਿਲਕੁਲ ਅਮਰੀਕਨ ਹੈਟ ਹੈ। ਤਾਂ ਉਹ ਜਿਹੜਾ ਹੈ ਕਿ ਅਮਰੀਕਾ ਨੇ ਮਤਲਬ ਬ੍ਰਿਟਿਸ਼ ਨੂੰ ਹਰਾ ਕੇ ਆਜ਼ਾਦੀ ਪ੍ਰਾਪਤ ਕੀਤੀ ਸੀ, ਤਾਂ ਮੈਂ ਅੱਜ ਉਹ ਸਿੰਬਲਾਈਜ਼ ਕਰ, ਉਹ ਸਿੰਬਲਸ ਵਿੱਚ ਮਤਲਬ ਉਹ ਫਰੀਜ਼ ਹੋ ਗਿਆ ਜੀ। ਇਸੇ ਤਰ੍ਹਾਂ ਹੀ ਜਿਹੜਾ ਲਾਸਟ ਸੀ ਉਹਨਾਂ ਦਾ, ਤਾਂ ਹੀ ਉਹਨਾਂ ਨੇ ਜਿਹੜਾ ਭੈਣਾਂ ਭਰਾਵਾਂ ਨੂੰ ਕਿਹਾ, ਉਸ ਲਾਸਟ ਉਹਨਾਂ ਦਾ ਸੀ ਵੀ ਲੋਕ ਕਹਿਣਗੇ ਕੀ ਕਰ ਰਿਹਾ ਸੀ, ਬਿਲਕੁਲ, ਤੇ ਉਹਨਾਂ ਨੇ ਉਹ ਕਿਤਾਬ ਮੰਗਵਾਈ ਇੱਕ ਦਿਨ ਪਹਿਲਾਂ ਰਾਣਨਾਥ ਆਪਣੇ ਵਕੀਲ ਤੋਂ, ਔਰ ਉਹ ਪੜ੍ਹ ਰਹੇ ਸੀ ਜੀ। ਔਰ ਉਹਦਾ ਇਹ ਠੀਕ ਹੈ, ਉਹ ਕਹਿੰਦੇ ਵੀ ਤੁਸੀਂ ਮੈਨੂੰ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨਾਲ ਗੱਲ ਕਰ ਰਿਹਾ ਹੈ, ਤੁਸੀਂ ਮੈਨੂੰ ਮੌਕਾ ਦਿਓ ਜੀ। ਤਾਂ ਕਹਿਣ ਦਾ ਭਾਵ ਹੈ ਕਿ ਵੀ ਜਿੱਥੇ ਮਤਲਬ, ਤਾਂ ਹੀ ਉਹ ਪਾਸ਼ ਨੇ ਵੀ ਕਿਹਾ ਸੀ ਨਾ ਵੀ ਜਿਹੜੀ ਮੂੜ ਪੰਜਾਬੀ ਸੀ ਉਹਨੂੰ ਇੱਕ ਸੋਚ ਵਾਲੇ ਬੰਨੇ ਨੂੰ ਭਗਤ ਸਿੰਘ ਨੇ ਤੋਰਿਆ, ਤੇ ਉਹਦੇ ਵਿੱਚ ਤੁਸੀਂ ਕਿਤਾਬ ਨੂੰ ਪੜ੍ਹੋ, ਜਾਂ ਮੈਂ ਜਿੱਦਾਂ ਤੁਹਾਨੂੰ ਕਿਹਾ ਵੀ ਖਟਖਟ ਕਲਾਂ, ਮੈਂ ਉਸ ਸੰਕਲਪ ਨੂੰ ਕਿ ਉਹਨਾਂ ਦਾ ਇਹ ਸੀ ਵੀ ਨੌਜਵਾਨਾਂ 'ਚ ਜੋਸ਼ ਦੇ ਨਾਲ ਹੋਸ਼ ਹੋਣੀ ਚਾਹੀਦੀ, ਬਿਲਕੁਲ, ਜੇ ਤੁਹਾਡਾ ਹੱਥ ਉੱਠਿਆ ਹੋਇਆ ਦੂਜੇ ਹੱਥ 'ਚ ਕਿਤਾਬ ਹੋਣੀ ਚਾਹੀਦੀ, ਬਿਲਕੁਲ, ਮੁੱਲ ਹੋਸ਼ ਕਿੱਥੋਂ ਆਏਗੀ, ਤੁਸੀਂ ਦੁਨੀਆ ਦਾ ਤਜਰਬਾ ਜਿਹੜਾ ਹੈ, ਔਰ ਇਹ ਵੀ ਜਿਹੜਾ ਭਗਤ ਸਿੰਘ ਉਹਨਾਂ ਦਾ ਬੜਾ ਵੱਡਾ ਹਿੰਟ ਸੀ ਕਿ ਵੀ ਅਸੀਂ ਇਕੱਲੇ ਨਹੀਂ ਲੜ ਰਹੇ, ਦੁਨੀਆ 'ਚ ਬਹੁਤ ਲੜਾਈ ਹੋ ਰਹੀ, ਮਤਲਬ ਉਹਦੇ 'ਚ ਲੋਕੀ ਵੱਖਰੇ ਵੱਖਰੇ ਤਰੀਕੇ ਵਰਤ ਰਹੇ ਨੇ, ਔਰ ਉਹਨਾਂ ਸਾਰਿਆਂ ਨੂੰ ਸਮਝ ਕੇ ਹੀ ਅਸੀਂ ਜਿਹੜੇ ਹੈ ਮਤਲਬ ਕਾਮਯਾਬ ਹੋ ਸਕਦੇ ਹਾਂ। ਉਹਨਾਂ ਦੀ ਕਾਮਯਾਬੀ ਵਾਲੀ ਗੱਲ ਨੂੰ ਜ਼ਿਆਦਾ ਸਮਝਣ ਦੀ ਲੋੜ ਹੈ। ਪ੍ਰੋਫੈਸਰ ਸਾਹਿਬ, ਮੇਰਾ ਪੁੱਛਣ ਦਾ ਅਸਲ ਦੇ ਵਿੱਚ ਇਹੀ ਪੁੱਛਣਾ ਚਾਹੁੰਦਾ ਸੀ ਕਿ ਪੰਨਾ ਜਿਹੜਾ ਮੋੜ ਕੇ ਜਾਂਦੇ ਆ, ਆਖਦੇ ਆ ਕਿ ਸਾਡੀ ਜਵਾਨੀ ਇਸ ਚੀਜ਼ ਨੂੰ ਪੜੂਗੀ, ਪਰ ਜੇ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖੀਏ ਸਾਡੀ ਜਵਾਨੀ ਸੋਸ਼ਲ ਮੀਡੀਆ ਵੱਲ ਵੱਧਦਾ, ਪਰ ਕਿਤਾਬੀ ਜੇਕਰ ਮੇਲੇ ਲੱਗਦੇ ਉੱਥੇ ਘੱਟ ਹੁੰਦੀ, ਇਹ ਚੀਜ਼ਾਂ ਕਿਉਂ? ਇਹ ਦੇਖੋ ਮਤਲਬ ਇਹ ਤਾਂ ਨਾ ਕਿ ਸਿਸਟਮ ਤੁਹਾਨੂੰ ਕਿੱਥੇ ਰੱਖਦਾ ਹੈ, ਤੁਸੀਂ ਸਿਸਟਮ ਦੇ ਅਗੇਂਸਟ ਬਗਾਵਤ ਕਰਨ ਦਾ ਮਤਲਬ ਇਹੀ ਹੈ ਕਿ ਸਿਸਟਮ ਦੀ ਚਾਲ ਨੂੰ ਸਮਝੀਏ ਜੀ। ਹੁਣ ਤੁਹਾਨੂੰ ਪਤਾ ਨਾ ਟਵਿੱਟਰ, ਬਿਲਕੁਲ, ਜਿਹੜਾ ਮੈਂ ਕਿਉਂਕਿ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਐਂਡ ਹੈਡ ਰਿਟਾਇਰ ਹੋਇਆ, ਔਰ ਮੇਰਾ ਇੱਕ ਸੀ ਵੀ ਸਾਰੀ ਟੈਕਨੋਲੋਜੀ 'ਤੇ ਨਜ਼ਰ ਰੱਖਣ ਦਾ। ਹੁਣ ਟਵਿੱਟਰ ਜਿਹੜਾ ਹੈ ਉਹ CIA ਨੇ ਤਿਆਰ ਕੀਤਾ, ਔਰ ਉਹਦੇ ਵਿੱਚ ਸਿੱਧਾ ਹੈ ਕਿ ਵੀ ਤੁਹਾਨੂੰ ਇਕੱਲੇ ਨੂੰ ਤੁਹਾਡੇ ਕੰਨ 'ਚ ਜ਼ਹਿਰ ਕਿਵੇਂ ਪਾਈ ਜਾ ਸਕਦੀ ਜੀ। ਇਸੇ ਕਰਕੇ ਉਹਦਾ 140 ਲਫ਼ਜ਼ਾਂ ਦਾ ਸੀ, ਹੁਣ ਥੋੜ੍ਹਾ ਜਿਹਾ ਉਹਨਾਂ ਨੇ ਕੰਪੀਟੀਸ਼ਨ 'ਚ ਵਧਾ ਦਿੱਤਾ, ਅਦਰਵਾਈਜ਼ ਵੀ 140 ਲਫ਼ਜ਼ਾਂ ਦਾ ਸੰਦੇਸ਼ ਤੁਹਾਡੇ ਮੋਬਾਈਲ 'ਤੇ ਤੁਹਾਡੇ ਕੰਨ 'ਚ ਆਊ ਜੀ। ਮੋਬਾਈਲ ਟੈਕਨੋਲੋਜੀ ਵੀ ਇਹ ਵਿਅਕਤੀਵਾਦਤਾ ਪੈਦਾ ਕਰਨੀ, ਬਿਲਕੁਲ, ਔਰ ਉਹਦੇ ਵਿੱਚੋਂ ਹੀ ਮਤਲਬ ਫੇਸਬੁੱਕ ਨੂੰ ਉਦੋਂ ਇਹ ਸੀ ਕਿ ਫੇਸਬੁੱਕ 'ਚ ਮਲਟੀਮੀਡੀਆ ਫਾਰਮ ਸੀਗੀਆਂ, ਤਾਂ ਉਹ ਅੱਜ ਹਾਈਜੈਕ ਕਰ ਰਹੇ ਤੁਹਾਨੂੰ ਜੀ। ਜੇ ਨੌਜਵਾਨ ਇਹਦੇ 'ਤੇ ਕੌਨਸ਼ੀਅਸ ਨਹੀਂ ਹੋਏਗਾ ਜੀ ਕਿ ਵੀ ਮਤਲਬ ਉਹਦੀ ਸੋਚ ਨੂੰ ਖੁੰਡਿਆ ਕਰਨ ਦਾ, ਤਾਂ ਹੀ ਮੈਂ ਕਹਿੰਦਾ ਕਿ ਭਗਤ ਸਿੰਘ ਦਾ ਉਹ ਕਿ ਵੀ ਕੋਈ ਗੱਲ ਤੁਸੀਂ ਜਸਟ WhatsApp 'ਤੇ ਆ ਗਈ ਜੀ, ਤੇ ਉਹ ਦੁਨੀਆ ਦੀ ਸੱਚਾਈ ਨਹੀਂ ਹੋ ਗਈ, ਬਿਲਕੁਲ, ਅਸੀਂ ਬਗੈਰ ਅੰਨਾ ਤੋਂ ਅਸੀਂ ਗਾਂ ਫਾਰਵਰਡ ਕਰਦੇ ਨੇ, ਬਿਲਕੁਲ। ਹੁਣ ਜਿਹੜਾ ਵੀ ਰੀਫਾਰਵਰਡ ਹੋਇਆ ਮੈਸੇਜ ਆ ਮੈਂ ਨਹੀਂ ਪੜ੍ਹਦਾ ਜੀ। ਅੱਛਾ, ਕਿਉਂਕਿ ਹੁਣ ਉਹ ਕਿੱਥੋਂ ਆਇਆ, ਬਿਲਕੁਲ ਕੋਈ ਪਤਾ ਨਹੀਂ, ਮਤਲਬ ਕੋਈ ਪਤਾ ਨਹੀਂ, ਔਰ ਕਿਵੇਂ ਮਤਲਬ ਉਹ ਸਾਰੇ ਡਿਜ਼ਾਈਨ ਕੀਤੇ ਗਏ, ਡਿਜ਼ਾਈਨ ਕਿਸਨੇ ਕੀਤਾ ਇਹ ਨਹੀਂ ਪਤਾ। ਇਹ ਸਾਡੇ ਕੰਪਿਊਟਰ ਟੈਕਨੋਲੋਜੀ 'ਚ ਹੈ ਕਿ ਹਰ ਚੀਜ਼ ਤੁਹਾਨੂੰ ਮੈਂਟਲੀ ਹਾਈਜੈਕ ਕਰਨ ਲਈ ਡਿਜ਼ਾਈਨ ਕੀਤੀ ਜਾਂਦੀ, ਬਿਲਕੁਲ। ਇਸੇ ਕਰਕੇ ਤੁਹਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕੱਲ ਬਹੁਤ ਵਧੀਆ ਗੱਲ ਕਹਿ ਦਿੱਤੀ, ਉਹਦੇ ਮੂੰਹ ਨਿਕਲ ਗਈ ਜਾਂ ਕਹਿ ਦਿੱਤੀ ਕਿ ਜੀ ਜਿਹੜਾ ਸਾਡਾ ਚੌਥਾ ਫਰੰਟ ਆਫ ਵਾਰ ਹੈ ਉਹ ਤੁਹਾਡੀ ਸਿਵਲ ਸੁਸਾਇਟੀ ਹੈ ਜੀ। ਕਿਉਂਕਿ ਇੱਕ ਤਾਂ ਹੈਗੇ ਜਿਹੜੇ ਮਤਲਬ ਇਲੈਕਟਡ ਹੋ ਗਏ ਵੋਟਰ ਨੇ, ਬਿਲਕੁਲ, ਉਹ ਕਹਿੰਦਾ ਵੋਟਰਾਂ ਨੇ ਤਾਂ ਇਲੈਕਟ ਕਰਤਾ, ਉਹ ਤੇ ਖਤਮ ਹੋ ਗਏ ਜੀ। ਉਹ ਕਹਿੰਦਾ ਇਹ ਡੈਮੋਕ੍ਰੇਸੀ ਨਹੀਂ ਹੈ, ਬਿਲਕੁਲ। ਉਹ ਜਿਹੜੇ ਇਲੈਕਟਡ ਮੈਂਬਰ ਨੇ, ਹੁਣ ਇਲੈਕਟਡ ਮੈਂਬਰ ਦੇ ਖਿਲਾਫ
ਇੰਡੀਪੈਂਡੈਂਟ ਆਵਾਜ਼ ਕਿਹੜੀ ਹੈ? ਸਿਵਲ ਸੁਸਾਇਟੀ ਦੀ। ਔਰ ਸਿਵਲ ਸੁਸਾਇਟੀ ਨੂੰ ਤੁਸੀਂ ਆਪਣਾ ਫੋਰਥ ਫਰੰਟ ਆਫ ਵਾਰ ਗਿਣ ਰਹੇ ਹੋ। ਇਹ ਤਾਂ ਮਤਲਬ ਤੁਸੀਂ ਲੋਕਾਂ ਦੇ ਖਿਲਾਫ ਵਾਰ ਲੜ ਰਹੇ ਹੋ। ਤੁਹਾਡੇ ਦਿਮਾਗ ਵਿੱਚ ਮਤਲਬ ਵਰਲਡ ਵਾਰ ਜਿਹੜਾ ਹੈ ਬਿਲਕੁਲ ਉਹ ਤੁਸੀਂ ਵਿਦੇਸ਼ ਲਈ ਨਾਲ ਨਹੀਂ ਲੜ ਰਹੇ। ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਲਈ ਮਾਹੌਲ ਬਣਾਉਣ ਵਾਸਤੇ ਤੁਹਾਨੂੰ ਅੱਜ ਜੇ ਕਿਤੇ ਕੋਈ ਐਕਸਪੋਜ਼ ਕਰਦਾ ਹੈ, ਹੁਣ ਇਸੇ ਕਰਕੇ ਜੇ ਕੁੜੀਆਂ ਆਸਾਮ ਜਾ ਕੇ ਇੱਕ ਰਾਈਟ ਮਤਲਬ ਰੀਅਲਿਸਟਿਕ ਜਰਨਲਿਜ਼ਮ ਕਰ ਦਿੰਦੀਆਂ ਨੇ, ਉਹ ਸਭ ਤੋਂ ਵੱਡੀਆਂ ਦੁਸ਼ਮਣ ਹੋ ਜਾਂਦੀਆਂ ਤੁਹਾਡੀ। ਬਿਲਕੁਲ ਬਿਲਕੁਲ। ਤੋ ਉਹ ਇਸ ਕਰਕੇ ਮੈਂ ਸਮਝਦਾ ਕਿ ਅੱਜ ਨੌਜਵਾਨਾਂ ਨੂੰ ਮਤਲਬ ਇਸ ਚੈਲੰਜ ਨੂੰ ਸਮਝਣਾ ਚਾਹੀਦਾ, ਕਿਉਂਕਿ ਉਹਨਾਂ ਦਾ ਭਵਿੱਖ ਦਾਅ 'ਤੇ ਹੈ। ਬਿਲਕੁਲ ਮੇਰਾ ਭਵਿੱਖ ਨਹੀਂ ਹੈ, ਮੈਂ ਤਾਂ ਲੰਘ ਗਿਆ ਪਤਾ ਨਹੀਂ ਕਿੰਨੇ ਦਿਨ ਹੋਇਆ, ਲੇਕਿਨ ਉਹਨਾਂ ਦਾ ਭਵਿੱਖ ਦਾਅ 'ਤੇ ਹੈ। ਬਿਲਕੁਲ। ਔਰ ਉਸੇ ਵੇਲੇ ਤੁਸੀਂ ਉਦੋਂ ਦੇ ਨੌਜਵਾਨਾਂ ਨੇ ਜਿਵੇਂ ਮਤਲਬ ਜਦੋਂ ਸਾਜੀਤ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਲਏ, ਉਹ ਵੀ 23-24 ਸਾਲ ਦੇ ਸੀਗੇ ਜੀ। ਮਤਲਬ ਉਸ ਤੋਂ ਬਾਅਦ ਮਤਲਬ ਆਪਾਂ ਗਦਰ ਪਾਰਟੀ ਦਾ ਪੂਰਾ ਦੇਖ ਲਈਏ ਜੀ, ਉਸ ਤੋਂ ਬਾਅਦ ਕਕੋਰੀ ਕੇਸ ਵਾਲੇ ਹੈਗੇ ਨੇ ਚਾਰੇ, ਫਿਰ ਭਗਤ ਸਿੰਘ ਉਹਨਾਂ ਦਾ ਪੀਰੀਅਡ ਹੈ। ਤਾਂ ਇਸ ਕਰਕੇ ਮਤਲਬ ਕਿ ਉਹ ਸਮਝ ਵਿੱਚ ਜਾਣਾ ਔਰ ਉਹਦੇ 'ਤੇ ਇੱਕ ਵਾਰੀ ਇਹ ਚੀਜ਼ ਅਗਰ ਉਹਨਾਂ ਤੋਂ ਸਿੱਖ ਜਾਂਦੇ ਕਿ ਵੀ ਸੰਕਟ ਨੂੰ ਸਿਰਫ ਤੁਸੀਂ ਐਡਰੈਸ ਕਰ ਸਕਦੇ ਹੋ ਜੀ। ਮਤਲਬ ਕੋਈ ਤੁਹਾਨੂੰ ਕਿਸੇ ਦੇ ਮਗਰ ਲੱਗ ਕੇ ਕਿਸੇ ਦੇ ਵੱਲ ਦੇਖਣ ਦਾ। ਔਰ ਇਹੀ ਗਦਰ ਪਾਰਟੀ ਨੇ ਕਿਹਾ ਜੀ। ਉਹ ਕਹਿੰਦੇ ਗਦਰ ਪਾਰਟੀ 'ਚ ਇਹ ਕਮਾਲ ਹੈ ਕਿ ਵੀ ਉਹ ਕਿਸੇ ਵੱਲ ਨਹੀਂ ਦੇਖ ਰਹੇ ਜੀ। ਜਦੋਂ ਤੁਹਾਨੂੰ ਸਮਝ ਲੱਗ ਗਈ ਸੱਚਾਈ ਦੀ ਜੀ, ਤੁਸੀਂ ਫਿਰ ਉਹਦੇ ਲਈ ਸਭ ਕੁਝ ਲਾਉਣ ਨੂੰ ਤਿਆਰ ਹੋ। ਤਾਂ ਅੱਜ ਦੇ ਨੌਜਵਾਨਾਂ ਵਾਸਤੇ ਵੀ ਇਹ ਹੈ ਕਿ ਵੀ ਉਹ ਸਮਝਣ ਜੀ ਔਰ ਉਹਦੇ ਵਾਸਤੇ ਥੋੜੀ ਮਿਹਨਤ ਕਰਨੀ ਪੈਂਦੀ ਜੀ। ਤਾਂ ਹੀ ਭਗਤ ਸਿੰਘ ਨੇ ਕਿਹਾ ਮਿਹਨਤ ਨਾ ਪੜੋ ਤਾਂ ਜੀ। ਪ੍ਰੋਫੈਸਰ ਸਾਹਿਬ ਬੜਾ ਵਧੀਆ ਲੱਗਿਆ ਤੁਹਾਡੇ ਚਾਹੇ ਤੇ ਤੁਸੀਂ ਸਮਾਂ ਜਿਹੜਾ ਸਾਨੂੰ ਸਮਾਂ ਦਿੱਤਾ। ਸ਼ਾਇਦ ਜੇ ਭਗਤ ਸਿੰਘ ਹੋਰਾਂ ਦੀਆਂ ਗੱਲਾਂ ਕਰਨ ਲੱਗ ਜੀ, ਉਹਦੀ ਸੋਚ ਤੇ ਗੱਲਾਂ ਕਰਨ ਲੱਗ ਜੀ, ਸ਼ਾਇਦ ਪਤਾ ਨਹੀਂ ਕਿੰਨੇ ਦਿਨ ਬੀਤ ਜਾਣਗੇ। ਪਰ ਕੋਸ਼ਿਸ਼ ਕਰਾਂਗੇ ਕਿ ਇਸ ਲੜੀ ਨੂੰ ਅਸੀਂ ਸਮੇਂ-ਸਮੇਂ ਅੱਗੇ ਜ਼ਰੂਰ ਤੋਰਿਆ ਕਰੀਏ। ਤੁਹਾਡਾ ਸਮਾਂ ਜ਼ਰੂਰ ਜਿਹੜਾ ਅਸੀਂ ਲਿਆ ਕਰੀਏ, ਸਾਡੇ ਸਰੋਤਿਆਂ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਹੈ ਜ਼ਰੂਰ ਸਾਂਝੀ ਕਰਿਆ ਕਰੀਏ। ਤੁਹਾਡਾ ਹੀ ਹੈ ਜੀ। ਬਹੁਤ ਧੰਨਵਾਦ। ਇੱਕ ਵੱਡੀ ਗੱਲ ਮੈਨੂੰ ਪਤਾ ਕੀ ਲੱਗੀ ਜੀ ਕਿ ਸਾਦਗੀ ਵੱਡੀ ਲੱਗੀ। ਜਿੱਦਾਂ ਅਸੀਂ ਤੁਹਾਨੂੰ ਗਦਰੀ ਬਾਬਿਆਂ ਦੇ ਮੇਲੇ ਦੇ ਉੱਪਰ ਦੇਖਿਆ, ਤੁਸੀਂ ਆਏ ਹੈ ਨਾ, ਤਾਂ ਅਸੀਂ ਬੜੇ ਆਪਦਾ ਸ਼ੌਕ ਸੀ ਕਿ ਯਾਰ ਮਤਲਬ ਉਸ ਪਰਿਵਾਰ ਦੇ ਨਾਲ ਸੰਬੰਧਿਤ ਨੇ। ਅੱਜ ਕੱਲ੍ਹ ਤਾਂ ਜੇਕਰ ਕੋਈ MLA ਬਣ ਜਾਂਦਾ ਨਾ, ਛੋਟਾ ਮੋਟਾ MLA ਬਣ ਜਾਂਦਾ, ਇਹ ਵੀ ਉਹਨਾਂ ਤੋਂ ਹੀ ਸਿੱਖਿਆ ਜੀ, ਇਹ ਬਾਬਿਆਂ ਤੋਂ ਹੀ ਸਿੱਖਿਆ ਜੀ ਜੀ। ਸੋ ਮਤਲਬ ਬੜਾ ਵਧੀਆ ਲੱਗਿਆ ਤੁਹਾਡੇ ਨਾਲ, ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੀ ਮੰਨਦੇ ਹਾਂ ਕਿ ਉਸ ਪਰਿਵਾਰ ਦੇ ਨਾਲ ਅਸੀਂ ਅੱਜ ਬੈਠ ਕੇ ਜਿਹੜੀ ਆ ਮੁਲਾਕਾਤ ਕੀਤੀ ਹੈ। ਮੈਂ ਤਾਂ ਸਾਰੇ ਉਹਦੇ ਪਰਿਵਾਰ ਦੇ ਹਿੱਸੇਦਾਰ ਬਣ। ਬਿਲਕੁਲ। ਇਹ ਜਿਹੜੀ ਜ਼ਿੰਮੇਵਾਰੀ ਹੈ ਪਰਿਵਾਰ ਦੀ, ਇਹਨੂੰ ਨਿਭਾਉਣ ਜੀ ਜੀ। ਆਉਣ ਵਾਲੇ ਸੰਕਟ ਨੂੰ ਅਸੀਂ ਅੱਖ ਨਾਲ ਅੱਖ ਪਾ ਕੇ ਦੇਖੀਏ ਤੇ ਉਹਦਾ ਹੱਲ ਨਿਕਲੇਗਾ। ਕੋਸ਼ਿਸ਼ ਕਰਾਂਗੇ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਖੜਾਂਗੇ। ਤੁਸੀਂ ਕੀਮਤੀ ਸਮੇਂ 'ਚ ਸਮਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਮੇਰੇ ਨਾਲ ਪ੍ਰੋਫੈਸਰ ਜਗਮੋਹਨ ਹੋਣੀ ਸੀ। ਅਸੀਂ ਭਗਤ ਸਿੰਘ ਹੋਰਾਂ ਬਾਰੇ ਪੜ੍ਹਿਆ ਪੜ੍ਹਾਇਆ, ਭਗਤ ਸਿੰਘ ਹੋਰਾਂ ਬਾਰੇ ਫਿਲਮਾਇਆ ਬੜਾ ਗਿਆ, ਉਹ ਚੀਜ਼ਾਂ ਨੂੰ ਦੇਖਿਆ ਪੜਾ। ਪਰ ਅਸਲੀਅਤ ਦੇ ਵਿੱਚ ਸ਼ਾਇਦ ਕਿਉਂਕਿ ਜੋ ਬਹੁਤੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜੋ ਲਿਖਿਆ ਕੁਝ ਹੋਰ ਜਾਂਦਾ ਹੈ, ਫਿਲਮਾਇਆ ਕੁਝ ਹੋਰ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਆ। ਤਾਂ ਸਾਡੀ ਕੋਸ਼ਿਸ਼ ਸੀ ਕਿ ਅਸਲੀਅਤ 'ਤੇ ਝਾਤ ਪਾਈ ਜਾਵੇ, ਅਤੇ ਜੇਕਰ ਅਸੀਂ ਝਾਤ ਪਾ ਰਹੇ ਹਾਂ ਤਾਂ ਝਾਤ ਸਾਡੇ ਸਰੋਤੇ ਵੀ ਜ਼ਰੂਰ ਪਾਉਣ। ਇਹ ਗੱਲਬਾਤ ਸਾਡੇ ਸਰੋਤਿਆਂ ਤੱਕ ਜਿਹੜੀ ਹੈ ਪਹੁੰਚਦੀ ਜ਼ਰੂਰ ਕਰੀਏ। ਅਤੇ ਜੇਕਰ ਸਰਦਾਰ ਭਗਤ ਸਿੰਘ ਹੋਰਾਂ ਦੇ ਜਿਹੜੀ ਜੀਵਨੀ 'ਤੇ ਗੱਲਬਾਤ ਕਰਦੇ ਤਾਂ ਸ਼ਾਇਦ ਸਮਾਂ ਘੱਟ ਪੈ ਜਾਣਾ ਸੀ। ਤਾਂ ਇਸ ਦੇ ਲਈ ਕੋਸ਼ਿਸ਼ ਕਰਾਂਗੇ ਕਿ ਲੜੀਵਾਰ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਜੀਵਨ ਦੀਆਂ ਸਮੇਂ-ਸਮੇਂ 'ਤੇ ਪ੍ਰੋਫੈਸਰ ਹੋਰਾਂ ਨੂੰ ਤੁਹਾਡੇ ਰੂਬਰੂ ਕਰਕੇ ਸਾਂਝੀਆਂ ਕਰਦੇ ਰਹੀਏ। ਸੋ ਤੁਸੀਂ ਵੀ ਜਿਹੜਾ ਆ ਚੈਨਲ ਦੇ ਨਾਲ ਜੁੜੇ ਰਹੋ, RMB ਟੈਲੀਵਿਜ਼ਨ ਦੇ ਨਾਲ ਜਿਹੜਾ ਜੁੜੇ ਰਹੋ, ਅਤੇ ਇੱਦਾਂ ਦੀਆਂ ਕੀਮਤੀ ਮੁਲਾਕਾਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।